ਸਤਿ ਸ਼੍ਰੀ ਅਕਾਲ ਮਾਨਸ ਪਾਂਚਾਲੀ ਤੁਹਾਨੂੰ ਹਮੇਸ਼ਾ ਜਦੋਂ ਮੈਂ ਬੈਠਦਾ ਤੁਹਾਨੂੰ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਆਮ ਰੀਅਲੀ ਹੈਪੀ ਟੁਡੇ। ਮੈਂ ਟਾਈਮ ਨਾ ਜ਼ਾਇਆ ਕਰਦਾ, ਮੇਰੇ ਨਾਲ ਆਪਣੇ ਡਾਕਟਰ ਰਾਜਵਿੰਦਰ ਸਿੰਘ ਬੈਂਸ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਪਹਿਲੇ ਤਾਂ ਥੈਂਕ ਯੂ ਵੈਰੀ ਮੱਚ, ਤੁਹਾਡੇ 3 ਮਹੀਨੇ ਹੋ ਗਏ ਵੇਟ ਕਰਦੇ ਨੂੰ, ਆਖਿਰ ਰੱਬ ਨੇ ਉਹ ਦਿਨ ਲੈ ਆਏ ਕਿ ਤੁਸੀਂ ਪਹੁੰਚੇ ਹੋ। ਭਾਜੀ ਇਹ ਪਲੈਟਫਾਰਮ ਜਿਹੜਾ ਇੱਕ ਖਾਲੀ ਸੀਗਾ ਕਾਲ ਚੱਲਣ 'ਚ, ਇਹ ਤੁਸੀਂ ਉਹਨੂੰ ਆਣ ਕੇ ਫਿਲ ਕੀਤਾ, ਭਰਿਆ, ਔਰ ਲੋਕੀ ਬਹੁਤ ਸੀਸਾਂ ਦੇਣਗੇ। ਬਿਕੋਜ਼ ਤੁਹਾਨੂੰ ਪਤਾ ਹੈ ਇਸ ਮੁਲਕ ਦੇ ਵਿੱਚ, ਉਹ ਕਿਸੇ ਮੁਲਕ 'ਚ ਅੱਜ ਕੱਲ੍ਹ ਬਿਮਾਰੀਆਂ ਬਹੁਤ ਜ਼ਿਆਦਾ ਨੇ, ਉਹਦੇ ਤੁਸੀਂ ਰੀਜ਼ਨ ਦੱਸੋਗੇ, ਡਾਈਟ ਹੈਗਾ, ਕੀ ਹੈਗਾ, ਲਾਈਫ ਸਟਾਈਲ ਹੈਗੀ ਹੈ। ਤੇ ਭਾਜੀ ਪਹਿਲਾਂ ਕਿੱਥੇ ਜਨਮ ਹੋਇਆ? ਆਪਾਂ ਬੈਨੀਫਿਟ ਆਪਾਂ ਸ਼ੁਰੂ ਕਰਾਂਗੇ, ਲੇਕਿਨ ਇੰਪੋਰਟੈਂਟ ਹੈ ਪਹਿਲਾਂ ਲੋਕਾਂ ਨੂੰ ਪਤਾ ਲੱਗੇ ਤੁਹਾਡੇ ਬਾਰੇ ਥੋੜ੍ਹਾ ਬਹੁਤਾ। ਹਾਂਜੀ, ਜਨਮ ਤਾਂ ਇੰਡੀਆ ਦਾ ਹੀ ਹੈ ਜੀ, ਪਰ ਛੋਟੀ ਉਮਰ ਵਿੱਚ ਇਸ ਮੁਲਕ ਵਿੱਚ ਆ ਗਏ ਸੀ। ਅੱਛਾ। ਤੇ ਫਿਰ ਸਾਰੀ ਪੜ੍ਹਾਈ ਮੇਰੀ ਇੱਥੇ ਦੀ ਹੈ ਜੀ। ਸਾਰੀ ਇੱਥੇ ਦੀ? ਹਾਂਜੀ ਬਿਲਕੁਲ। ਵੈਰੀ ਨਾਈਸ। ਭਾਜੀ ਮੈਂ ਤੁਹਾਡਾ ਕਾਰਡ ਪੜ੍ਹ ਰਿਹਾ ਸੀਗਾ, ਮੈਂ ਹੁਣ ਬੋਲਾਂਗੇ ਨਹੀਂ ਡਿਗਰੀਆਂ, ਕਿਉਂਕਿ ਮੇਰੇ ਲਈ ਬੋਲਣੀਆਂ ਵੀ ਬੜੀ ਔਖੀ ਹੈ। ਤੁਸੀਂ ਬੜਾ ਕੁਝ ਕੀਤਾ, ਥੋੜ੍ਹਾ ਬਹੁਤ ਐਕਸਪਲੇਨ ਕਰਾਓ ਉਹਦੇ ਬਾਰੇ। ਹਾਂਜੀ, ਸੋ ਪਹਿਲਾਂ ਮੇਰੀ ਖੁਆਇਸ਼ ਸੀਗੀ ਭਈ ਮੈਡੀਕਲ ਫੀਲਡ ਵਿੱਚ ਜਾਣ ਦੀ। ਤੇ ਪਹਿਲਾਂ ਮੈਂ ਫਾਰਮੇਸੀ ਦਾ ਡਿਗਰੀ ਲਈ ਸੀ, ਤੇ ਜਦੋਂ ਮੈਂ ਫਾਰਮੇਸੀ ਪ੍ਰੈਕਟਿਸ ਕੀਤੀ ਤੇ ਮੈਨੂੰ ਲੱਗਾ ਭਈ ਇਹ ਕੁਛ ਅਧੂਰਾ ਜਿਹਾ ਕੰਮ ਰਹਿ ਗਿਆ। ਭਈ ਦਵਾਈਆਂ ਤਾਂ ਜ਼ਰੂਰ ਖਾਂਦੇ ਆ, ਉਹਨਾਂ ਨੂੰ ਬੈਨੀਫਿਟ ਵੀ ਹੁੰਦਾ ਆ, ਤੇ ਉਹਨਾਂ ਦੀ ਬਿਮਾਰੀ ਕੰਟਰੋਲ 'ਚ ਵੀ ਆ ਜਾਂਦੀਆਂ, ਪਰ ਉਹ ਐਕਚੁਅਲੀ ਉਹ ਬਿਮਾਰੀ ਹਟਦੀ ਨਹੀਂ। ਤੇ ਫਿਰ ਕੁਛ ਟਾਈਮ ਬਾਅਦ ਇਹ ਹੁੰਦਾ ਭਈ ਉਹਨਾਂ ਦੀ ਬਿਮਾਰੀ ਵਧੀ ਜਾਂਦੀ ਆ, ਤੇ ਫਿਰ ਦਵਾਈ ਜਿਹੜੀ ਆ ਉਹ ਹੋਰ ਸਟਰੋਂਗ ਕਰ ਦਿੰਦੇ ਆ ਨਾਲ, ਜਾਂ ਹੋਰ ਦਵਾਈਆਂ ਜੋੜ ਦਿੰਦੇ ਆ, ਪਰ ਉਹ ਦਵਾਈਆਂ ਖਾਣੀਆਂ ਹੀ ਪੈਂਦੀਆਂ ਆ। ਤੇ ਫਿਰ ਕਈ ਲੋਕਾਂ ਨੂੰ ਸਾਈਡ ਇਫੈਕਟਸ ਵੀ ਹੋ ਜਾਂਦੇ ਦਵਾਈਆਂ ਦੇ। ਬਿਲਕੁਲ। ਤੇ ਇਸ ਕਰਕੇ ਫਿਰ ਮੈਂ ਹੋਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਪਈ ਕੁਝ ਹੋਰ ਵੀ ਹੋਣਾ ਮੈਡੀਸਨ ਵਿੱਚ ਜਿਹੜਾ ਲੋਕਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਬੈਨੀਫਿਟ ਦੇ ਸਕੇ। ਤੋ ਇਸ ਕਰਕੇ ਮੈਂ ਹਰਬਲ ਮੈਡੀਸਨ ਵੀ ਸਟੱਡੀ ਕੀਤੀ, ਐਕਿਊਪੰਕਚਰ ਵੀ ਦੇਖਿਆ ਮੈਂ, ਤੇ ਫਾਈਨਲੀ ਮੈਂ ਹੋਮਿਓਪੈਥੀ 'ਤੇ ਟਿਕਿਆ ਜੀ। ਅੱਛਾ। ਹਾਂਜੀ, ਤੇ ਸਭ ਤੋਂ ਵਧੀਆ ਹੋਮਿਓਪੈਥੀ ਮੈਨੂੰ ਲੱਗੀ, ਕਿਉਂਕਿ ਇਹ ਸਿਰਫ ਫਿਜ਼ੀਕਲ ਬਾਡੀ 'ਤੇ ਨਹੀਂ, ਇਹ ਮੈਂਟਲ ਤੇ ਇਮੋਸ਼ਨਲ ਬਾਡੀ 'ਤੇ ਵੀ ਕੰਮ ਕਰਦੀ ਹੈ ਜੀ। ਭਾਜੀ ਤੁਸੀਂ ਪਹਿਲੇ ਤਾਂ ਬੜੀ ਵੱਡੀ ਗੱਲ ਹੈਗੀ ਹੈ। ਅਸੀਂ ਬਿਮਾਰੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਬਹੁਤ ਇੰਸਪਾਇਰ ਕਰਦਾ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚ ਕਿਸੇ ਅਹੁਦੇ 'ਤੇ ਪਹੁੰਚਦੇ ਨੇ, ਜਦੋਂ ਕਿ ਉਹਨਾਂ ਪਹਿਲੇ ਜ਼ਮਾਨੇ ਦੇ ਵਿੱਚ, ਮੈਂ ਨਹੀਂ ਕਹਿੰਦਾ ਕਿ ਅਸੀਂ ਬੜੇ ਬਜ਼ੁਰਗ ਹੈਗੇ ਆ, ਲੇਕਿਨ ਫਿਰ ਵੀ ਤੁਸੀਂ 50-60 ਸਾਲ ਦੀ ਗੱਲ ਕਰੋ, ਕੈਰੀਅਰ ਐਡਵਾਈਸ ਦੀ ਜਾਂ ਪੇਰੈਂਟਸ ਨਹੀਂ ਸੀ ਹੁੰਦੇ ਗਾਈਡ ਕਰਨ ਵਾਲੇ, ਤੇ ਬੜਾ ਮੁਸ਼ਕਿਲ ਸੀ। ਤੁਸੀਂ ਇੱਦਾਂ ਨਿਕਲ ਕੇ ਇੰਨਾ ਪਰਫੈਕਸ਼ਨ ਡਿਗਰੀ ਗੇਨ ਕੀਤੀ ਹੈ, ਕਿਸੇ ਦੀ ਹੈਲਪ, ਕੋਈ ਫੈਮਿਲੀ ਦਾ ਕੋਈ ਬੈਕਗਰਾਊਂਡ? ਨਹੀਂ, ਸਾਡਾ ਕੋਈ ਮੈਡੀਕਲ ਬੈਕਗਰਾਊਂਡ ਹੈ ਨਹੀਂ ਸੀਗਾ, ਤੇ ਅਸੀਂ ਤਾਂ ਬਸ ਫਾਰਮਿੰਗ ਕਰਨ ਵਾਲੀ ਫੈਮਿਲੀ ਸੀਗੀ, ਤੇ ਪਤਾ ਨਹੀਂ ਕਿਸ ਤਰ੍ਹਾਂ ਮਹਾਰਾਜ ਨੇ ਇਸ ਪਾਸੇ ਲਾਤਾ ਜੀ। ਭਾਜੀ ਬਹੁਤ ਅੱਛਾ, ਬਹੁਤ ਅੱਛਾ। ਇਹ ਦੇਖੋ, ਇੱਕ ਤੇ ਬੰਦੇ ਸਾਰੀ ਦੁਨੀਆ 'ਚ ਅਸੀਂ ਕਮਾਈ ਕਰਦੇ ਹਾਂ, ਉੱਥੇ ਆਪਣਾ ਕਰਨਾ ਪੈਂਦਾ। ਜਿੱਦਾਂ ਉੱਥੇ ਗੁਰੂ ਵੀ ਕਹਿੰਦੇ ਨੇ ਕਿ ਤੁਸੀਂ ਆਪਣੀ ਕਮਾਈ ਕਰੋ, ਆਪਣੀ ਖੇਤ ਦਿਓ, ਜੋ ਵੀ ਆਪਣਾ ਦਾਨ ਕਰਦੇ ਆ, ਤੇ ਉਮੀਦ ਰੱਖਦੇ ਹਾਂ ਕਿ ਆਪਣੀ ਗੱਲਾਂ ਬਾਤਾਂ ਨਾਲ ਐਵਰੀ ਮੰਗਲਵਾਰ 11 ਤੋਂ 12 ਰੈਗੂਲਰ ਸ਼ੋਅ ਹੋਏਗਾ। ਪਲੀਜ਼ ਇਹਨੂੰ ਦੇਖਣਾ ਨਾ ਭੁੱਲਣਾ। ਉਸੇ ਸਟੈਂਡਰਡ ਵਿੱਚ ਉਦੋਂ ਵੀ ਹਰ ਦੇਖੋ, ਮੈਂ ਜਿੱਦਾਂ ਕਹਿੰਦਾ, ਇੱਕ ਬੰਦਾ ਨਾ ਹੋਵੇ ਨਾ, ਉਦੋਂ ਬਿਹਤਰ ਅੱਗੇ ਕੋਈ ਅੱਗੇ ਹੋ ਸਕਦਾ। ਦੁਨੀਆ ਬੜੀ ਵੱਡੀ ਹੈ, ਉਹਦਾ ਆਖਿਰ ਨਹੀਂ ਹੈਗਾ ਭਾਜੀ। ਨੌਲੇਜ ਦਾ ਆਖਿਰ, ਤੁਹਾਡੀ ਦੁਨੀਆ 'ਚ ਹਰ ਚੀਜ਼ ਚੋਰੀ ਹੋ ਸਕਦੀ ਹੈ, ਤੁਹਾਡੀ ਨੌਲੇਜ ਨਹੀਂ ਕੋਈ ਬੰਦਾ ਲਿਜਾ ਸਕਦਾ। ਹਾਂਜੀ, ਬਿਲਕੁਲ ਗੱਲ ਠੀਕ ਹੈ ਤੁਹਾਡੀ। ਹਾਂਜੀ, ਨੌਲੇਜ ਤਾਂ ਜਿੰਨੀ ਮਰਜ਼ੀ ਵਧਾ ਲਓ, ਉਹਦਾ ਕੋਈ ਲਿਮਿਟ ਹੈ ਹੀ ਨਹੀਂ। ਹੈ ਨਹੀਂ ਲਿਮਿਟ। ਉਹ ਇੱਕ ਚੀਜ਼ ਦੇਖੋ ਭਾਜੀ, ਇੱਕ ਬੰਦੇ ਇੱਕ ਗੱਲ ਹੈਗੀ ਹੈ, ਮੈਂ ਸਬਜੈਕਟ ਤੋਂ ਬਾਹਰ ਨਹੀਂ ਜਾਵਾਂਗਾ, ਲੇਕਿਨ ਸਬਜੈਕਟ ਦੇ ਵਿੱਚ ਹੀ ਫਿੱਟ ਹੁੰਦਾ ਹੈ। ਤੁਸੀਂ ਖਾਲੀ ਹੱਥ ਆਏ, ਤੁਸੀਂ ਖਾਲੀ ਹੱਥ ਜਾਣਾ ਹੈ, ਲੇਕਿਨ ਤੁਸੀਂ ਖਾਲੀ ਹੱਥ ਨਹੀਂ ਜਾਂਦੇ। ਤੁਸੀਂ ਜੋ ਐਕਸਪੀਰੀਅੰਸ, ਜੋ ਤੁਸੀਂ ਨੌਲੇਜ ਹੈ, ਉਹ ਤੁਸੀਂ ਕਿਸੇ ਨੂੰ ਛੱਡ ਕੇ ਨਹੀਂ ਜਾ ਸਕਦੇ, ਉਹ ਤੁਸੀਂ ਨਾਲ ਲੈ ਜਾਂਦੇ ਹੋ। ਹਾਂਜੀ, ਆਪੇ ਰੱਖ ਸਕਦਾ। ਹਾਂਜੀ, ਕੋਸ਼ਿਸ਼ ਤਾਂ ਕਰੀਦੀ ਆ ਕਿ ਤੁਹਾਡੇ ਕੋਲ ਸਟੂਡੈਂਟਸ ਹੁੰਦੇ ਆ ਜਾਂ ਵਾਕਫ ਹੁੰਦੇ, ਤੁਸੀਂ ਉਹਨਾਂ ਨੂੰ ਨੌਲੇਜ ਆਪਣੀ ਸ਼ੇਅਰ ਤਾਂ ਕਰਦੇ ਦੇ ਸਕਦੇ, ਪਰ ਗੱਲ ਇੱਦਾਂ ਪਈ ਉਹ ਜਿੰਨੀ ਮਿਹਨਤ ਉਹ ਕਰਨਗੇ ਹੈ ਨਾ, ਉਨਾ ਉਹ ਡਾਈਜੈਸਟ ਕਰ ਸਕਦੇ ਨੌਲੇਜ ਨੂੰ। ਹਾਂਜੀ ਬਿਲਕੁਲ। ਭਾਜੀ ਦਾ ਨਾਮ ਮੈਂ ਦੱਸਿਆ ਸੀ, ਡਾਕਟਰ ਰਾਜਵਿੰਦਰ ਸਿੰਘ ਹੈ, ਲੇਕਿਨ ਉਹਨਾਂ ਨੂੰ ਪਿਆਰ ਦੇ ਨਾਲ ਰਾਜ ਕਹਿੰਦੇ ਨੇ। ਮੈਂ ਰਾਜ ਕਹਿ ਸਕਦਾ ਕਿ ਰਾਜਵਿੰਦਰ ਸਿੰਘ? ਹਾਂਜੀ, ਕਹਿ ਲਓ, ਰਾਜ ਕਹਿ ਲਓ ਜੀ। ਹਾਂਜੀ, ਕਈ ਡਾਕਟਰ ਰਾਜ ਹੀ ਸਾਦੇ ਮੈਨੂੰ। ਹਾਂਜੀ, ਅੱਛਾ। ਡਾਕਟਰ ਰਾਜ ਜੀ ਅੱਜ ਸਾਡੇ ਨਾਲ ਸਾਡੇ ਸਟੂਡੀਓ, ਲੰਡਨ ਸਟੂਡੀਓ, ਐਵਰੀ ਟਿਊਜ਼ਡੇ ਪਹੁੰਚਣਗੇ। ਮੈਂ ਦੱਸਦਾ ਚਾਹਾਂ ਇੱਕ ਹੋਰ ਥੋੜ੍ਹਾ ਜਿਹਾ, ਇਹ ਰਹਿੰਦੇ ਨੇ ਗ੍ਰੇਵਜ਼ੈਡ, ਤਕਰੀਬਨ ਤੁਹਾਨੂੰ ਪਤਾ ਘੰਟੇ ਦਾ ਸਫ਼ਰ ਹੈਗਾ। ਦੇਖੋ, ਬੰਦਾ ਜਦੋਂ ਅਕਾਲ ਚੱਲਣ ਤੁਹਾਡੇ ਪਾਸ ਸ਼ੋਅ ਲੈ ਕੇ ਆਉਂਦਾ, ਇੱਦਾਂ ਨਹੀਂ ਹੁੰਦਾ ਕਿ ਬੰਦਾ ਉੱਦਾਂ ਉੱਠ ਕੇ ਆਣ ਕੇ ਕੁਰਸੀ 'ਤੇ ਬੈਠ ਗਿਆ ਤੇ ਸ਼ੋਅ ਕਰਨਾ। ਬਹੁਤ ਹਾਰਡ ਵਰਕ ਹੁੰਦਾ। ਮੈਂ 3 ਮਹੀਨਿਆਂ ਤੋਂ ਕੌਂਸਟੈਂਟਲੀ ਇਹਨਾਂ ਨਾਲ ਟੱਚ ਸੀਗਾ, ਇੱਕ ਦੂਜੇ ਨਾਲ ਗੱਲ ਕਰਦੇ ਰਹੇ, ਵਾਕਫੀਅਤ ਹੋਈ ਸਾਡੀ, ਥੋੜ੍ਹਾ ਕੰਫਰਟੇਬਲ ਜ਼ੋਨ 'ਚ ਆ ਗਏ ਇੱਕਦਮ। ਹੁਣ ਜਿਹੜਾ ਉਹ ਹੈਗਾ ਸਾਡਾ ਭਾਈ ਡਾਕਟਰ ਸਾਹਿਬ ਦਾ ਨੌਲੇਜ
ਤੁਹਾਡੇ ਪਾਸ ਲੈ ਕੇ ਆਣਾ। ਡਾਕਟਰ ਸਾਹਿਬ ਆਪਾਂ ਬੜੀਆਂ ਬਿਮਾਰੀਆਂ ਹੁਣ ਜੇ ਗੱਲ ਕਰੀਏ ਤੁਸੀਂ ਬਹੁਤ ਕਾਮਨ ਤੇ ਸਭ ਚ ਕਹਿੰਦੇ ਮਦਰ ਆਫ ਆਲ ਡਿਜ਼ੀਜ਼ਸ ਡਾਇਬੀਟੀਜ਼ ਹੈਗੀ ਹੈ। ਹਾਂਜੀ ਉਹਨੂੰ ਕਹਿੰਦੇ ਆ ਮਾਂ ਬਿਮਾਰੀਆਂ ਦੀ। ਉਹ ਜੇ ਦੇਖਿਆ ਜਾਵੇ ਜਿਹਨੂੰ ਹੈਗੀ ਉਹ ਸਮਝੇਗਾ ਕਿ ਕਿਉਂ, ਬਿਕੋਜ਼ ਸਾਰੀਆਂ ਬਿਮਾਰੀਆਂ ਇੱਥੋਂ ਸ਼ੁਰੂ ਹੁੰਦੀਆਂ ਨੇ। ਹਾਂਜੀ ਤੇ ਫਿਰ ਬਲੱਡ ਪ੍ਰੈਸ਼ਰ ਹੋ ਗਿਆ, ਤੁਸੀਂ ਹਾਰਟ ਦੀ ਕਰ ਲਓ, ਫਿਰ ਆਮ ਜਿਹਨਾਂ ਨੂੰ ਕੋਈ ਨਹੀਂ ਜੋੜਾਂ ਦਾ ਦਰਦ, ਕੋਈ ਬੈਕ ਦਾ ਦਰਦ। ਇਨਸਾਨ ਜਦੋਂ ਕਿਤੇ ਵੀ ਬਾਹਰ ਨਿਕਲਦਾ ਨਾ ਕੁਝ ਵੀ ਭੁੱਲ ਸਕਦਾ ਆਪਣਾ ਮੋਬਾਈਲ ਫੋਨ, ਜਿਹੜੀ ਉਹਦੀ ਗਠੜੀ ਹੈ ਰੂਟ ਉਹਦੀ ਦਵਾਈਆਂ ਦੀ, ਉਹ ਕਦੇ ਨਹੀਂ ਭੁੱਲਦਾ ਫਿਰਦਾ। ਹਾਂਜੀ ਹਾਂਜੀ ਇਹ ਹੈਗਾ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਡਾਇਬੀਟੀਜ਼ ਹੋਇਆ, ਬਲੱਡ ਪ੍ਰੈਸ਼ਰ ਹੋਇਆ, ਆਰਥਰਾਈਟਿਸ ਹੋਇਆ, ਇਹ ਐਕਚੁਅਲੀ ਆਪਾਂ ਨਾਂ ਦੇਤੇ, ਲੇਬਲ ਦੇਤੇ ਬਿਮਾਰੀਆਂ ਨੂੰ। ਅੱਛਾ ਹਾਂਜੀ ਤੇ ਇਹ ਹੈਗੇ ਐਕਚੁਅਲੀ ਐਂਡ ਰਿਜ਼ਲਟ ਆ ਡਿਜ਼ੀਜ਼ ਦੇ। ਤੇ ਜੇ ਤੁਸੀਂ ਸੋਚੋ ਉਹ ਬਿਮਾਰੀ ਜਿਹੜੀ ਆ ਉਹ ਬਹੁਤ ਚਿਰ ਪਹਿਲਾਂ ਸ਼ੁਰੂ ਹੁੰਦੀ ਆ, ਉਸ ਵੇਲੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਨੂੰ ਬਿਮਾਰੀ ਹੋਏ। ਹਾਂਜੀ ਸੋ ਬਹੁਤ ਹੌਲੀ 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 ਉਹ ਵੱਧਦੀ ਜਾਂਦੀ ਆ ਤੇ ਜਦੋਂ ਉਹਦਾ ਇਹ ਪੈਥੋਲੋਜੀ ਬਣ ਜਾਂਦੀ ਹੈ, ਸਿੰਪਟਮ ਆਉਣ ਲੱਗ ਪੈਂਦੇ ਸਰੀਰ ਵਿੱਚ, ਫਿਰ ਤੁਸੀਂ ਕਹਿੰਦੇ ਇਹ ਡਾਕਟਰ ਕਹਿੰਦੇ ਤੁਹਾਨੂੰ ਆਹ ਬਿਮਾਰੀ ਹੋ ਗਈ ਜਾਂ ਉਹ ਬਿਮਾਰੀ ਹੋ ਗਈ ਆ। ਪਰ ਐਕਚੁਅਲੀ ਜੇ ਤੁਸੀਂ ਰਿਸਰਚ ਕਰੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਬਿਮਾਰੀ ਉਹ ਚਿਰਾਂ ਦੀ ਚੱਲ ਰਹੀ ਹੁੰਦੀ ਹੈ। ਅੱਛਾ ਆਮ ਅਸੀਂ ਕਹਿੰਦੇ ਆ ਜਦੋਂ ਡਾਕਟਰ ਕਹਿੰਦਾ ਯਾਰ ਇਹ ਕਿਤੇ ਅਚਾਨਕ ਕਿੱਦਾਂ ਹੋ ਗਈ, ਇਹ ਅਚਾਨਕ ਨਹੀਂ ਹੋਈ, ਸ਼ੁਰੂ ਦੇ ਇਹਦਾ ਬੀਜਿਆ ਗਿਆ ਪਹਿਲਾਂ ਬੀਜ ਪਹਿਲਾਂ ਹੀ ਬੀਜੇ ਗਏ ਜੀ, ਬਹੁਤ ਚਿਰਾਂ ਦਾ ਪਹਿਲਾਂ। ਹਾਂਜੀ ਤੇ ਇਹ ਐਡਵਾਂਟੇਜ ਸਾਨੂੰ ਹੈਗਾ ਹੋਮਿਓਪੈਥੀ ਵਿੱਚ, ਅਸੀਂ ਉਹ ਪਹਿਲਾਂ ਹੀ ਬਿਮਾਰੀ ਨੂੰ ਫੜ ਸਕਦੇ ਹਾਂ। ਸਾਨੂੰ ਵੇਟ ਨਹੀਂ ਕਰਨੀ ਪੈਂਦੀ ਭਈ ਉਹ ਜਦ ਤੱਕ ਉਹਦੇ ਐਨ ਪੂਰੇ ਸਿੰਪਟਮ ਬਣ ਜਾਣ, ਪੂਰੀ ਬਿਮਾਰੀ ਬਣ ਜਾਵੇ ਵੀ ਉਹਦਾ ਇਲਾਜ ਉਹਦੇ ਸ਼ੁਰੂ ਕਰਨਾ ਆ। ਕਿਉਂਕਿ ਐਲੋਪੈਥਿਕ ਸਿਸਟਮ ਵਿੱਚ ਇਹੀ ਆ ਵੀ ਜਦ ਤੁਸੀਂ ਜੀਪੀ ਕੋ ਜਾਂਦੇ ਆ, ਉਹ ਤੁਹਾਡੀ ਬਲੱਡ ਟੈਸਟ ਕਰਾਉਂਦੇ ਆ ਜਾਂ ਐਕਸ-ਰੇ ਕਰਾਉਂਦੇ ਜਾਂ ਕੋਈ ਹੋਰ ਇਨਵੈਸਟੀਗੇਸ਼ਨ ਕਰਾਉਂਦੇ ਆ। ਜਦੋਂ ਉਹਨਾਂ ਕੋਲ ਰਿਜ਼ਲਟ ਤੁਹਾਡੇ ਆ ਜਾਂਦੇ ਆ, ਫਿਰ ਉਹ ਤੁਹਾਨੂੰ ਕਹਿੰਦੇ ਹਾਂ ਬਈ ਤੁਹਾਨੂੰ ਆਹ ਬਿਮਾਰੀ ਆ, ਹੁਣ ਤੇਰੀ ਇਹਦੀ ਅਸੀਂ ਸ਼ੁਰੂ ਕਰਨੀ ਆ ਇਲਾਜ। ਹਾਂਜੀ ਤਾਂ ਤੁਹਾਨੂੰ ਦਵਾਈ ਦਿੰਦੇ ਆ। ਪਰ ਹੋਮਿਓਪੈਥੀ 'ਚ ਜ਼ਰੂਰੀ ਨਹੀਂ ਹੈਗਾ ਇਹ। ਅਸੀਂ ਬਹੁਤ ਪਹਿਲਾਂ ਹੀ ਸ਼ੁਰੂ ਕਰ ਸਕਦੇ ਹਾਂ ਬਿਮਾਰੀ ਦਾ ਇਲਾਜ, ਕਿਉਂਕਿ ਅਸੀਂ ਤੁਹਾਡੇ ਫੀਲਿੰਗਸ ਤੇ ਜ਼ਿਆਦਾ ਜਾਂਦੇ ਹਾਂ। ਹਾਂਜੀ ਹੁਣ ਕਈ ਲੋਕੀ ਆਉਂਦੇ ਸਾਡੇ ਕੋਲ, ਉਹ ਕਹਿੰਦੇ ਡਾਕਟਰ ਸਾਹਿਬ ਦੇਖੋ ਮੈਂ ਇਨਵੈਸਟੀਗੇਸ਼ਨ ਕਰਾਈ, ਉਹਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਤੇ ਮੈਨੂੰ ਜੀਪੀ ਕਹਿੰਦਾ ਵੀ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗਾ, ਤੈਨੂੰ ਕੋਈ ਬਿਮਾਰੀ ਹੈ ਹੀ ਨਹੀਂ ਗੀ। ਹਾਂਜੀ ਪਰ ਮੈਨੂੰ ਪਤਾ ਵੀ ਮੈਂ ਬਿਮਾਰ ਹਾਂ, ਮੈਨੂੰ ਪਤਾ ਮੈਂ ਠੀਕ ਨਹੀਂ ਹਾਂ, ਬੋਡੀ ਦੱਸ ਦਿੰਦੀ ਆ ਵੀ ਮੈਨੂੰ ਜਾਂ ਭੁੱਖ ਨਹੀਂ ਲੱਗਦੀ ਜਾਂ ਕੋਈ ਮੈਨੂੰ ਉਦਾਸੀ ਥੋੜੀ ਜਿਹੀ ਰਹਿੰਦੀ ਆ, ਹਾਂ ਮੇਰੀ ਮੂਡ ਠੀਕ ਨਹੀਂ ਰਹਿੰਦੀ, ਉਹ ਤੁਹਾਨੂੰ ਦੱਸ ਦਿੰਦੇ। ਉੱਥੋਂ ਤੁਹਾਨੂੰ ਪਤਾ ਵੀ ਉਹ ਇਹ ਬੰਦੇ ਦੀ ਸਿਹਤ ਖਰਾਬ ਹੋ ਰਹੀ ਆ। ਸੋ ਉਹਦੇ ਸਿੰਪਟਮ ਤੋਂ, ਉਹਦੇ ਜੋ ਕੁਝ ਬੋਲ ਆ, ਉਹਦੇ ਬੈਠਣੇ ਉੱਠਣੇ ਦੇ ਜਿੱਦਾਂ ਦਾ ਸੁਭਾਅ ਆ, ਅਸੀਂ ਇਹ ਵੀ ਦੇਖ ਕੇ ਉਹਦੇ ਲਈ ਪ੍ਰਿਸਕ੍ਰਿਪਸ਼ਨ ਬਣਾ ਸਕਦੇ ਹਾਂ ਹੋਮਿਓਪੈਥਿਕ ਦਵਾਈ। ਡਾਕਟਰ ਸਾਹਿਬ ਹੁਣ ਨਾ ਆਪਾਂ ਬਿਮਾਰੀਆਂ ਤਾਂ ਬਹੁਤ ਹੈਗੀਆਂ, ਆਪਾਂ ਗੱਲਬਾਤ ਕਰਾਂਗੇ ਔਰ ਮੈਂ ਹਮੇਸ਼ਾ ਆਪਣੇ ਵਿਊਅਰਸ ਦੀ ਗੱਲ ਕਰਾਂਗਾ ਕਿ ਜਦੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਪਲੀਜ਼ ਮੈਨੂੰ ਬਹੁਤ ਰਿੰਗ ਕਰਕੇ ਕਹਿ ਦਿੰਦੇ ਜੀ। ਇੱਕ ਗੱਲ ਮੈਂ ਜ਼ਰੂਰ ਮੰਨਦਾ ਕਿਉਂਕਿ ਜਿਹੜਾ ਇੱਦਾਂ ਦੇ ਸਿਲਸਿਲਾ ਹੁੰਦਾ ਇਹ ਜ਼ਰਾ ਕਿ ਗੰਭੀਰ ਹੁੰਦਾ ਕਿ ਪ੍ਰਾਈਵੇਸੀ ਹੁੰਦੀ ਹੈ ਇਹਦੇ ਵਿੱਚ, ਤੁਸੀਂ ਨਾਮ ਨਹੀਂ ਦੱਸਣਾ, ਰਿੰਗ ਕਰਕੇ ਤੁਸੀਂ ਗੱਲਬਾਤ ਕਰਨੀ ਹੈ, ਬਾਈ ਆਲ ਮੀਨਸ ਪਲੀਜ਼ ਕਾਲ ਕਰੋ। ਮੇਰਾ ਫਰਜ਼ ਬਣਦਾ ਨਾਮ ਪੁੱਛਣਾ, ਤੁਸੀਂ ਨਹੀਂ ਦੱਸਣਾ ਉਹ ਤੁਹਾਡੀ ਮਰਜ਼ੀ ਹੈਗੀ ਹੈ। ਆਪਣਾ ਥੋੜਾ ਬਹੁਤਾ ਸਵਾਲ ਪੁੱਛੋ ਔਨ 에ਅਰ। ਡਾਕਟਰ ਸਾਹਿਬ 100% ਤੁਹਾਨੂੰ ਨਹੀਂ ਜਵਾਬ ਦੇਣਗੇ, ਲੇਕਿਨ ਹਾਂ ਨਾ 'ਚ ਜਵਾਬ ਦੇ ਸਕਦੇ ਹੋ। ਫਿਰ 1 to 1 ਤੁਹਾਡੀ ਕੰਸਲਟੇਸ਼ਨ ਹੋ ਸਕਦੀ ਹੈ, ਜੋ ਡਾਕਟਰ ਸਾਹਿਬ ਨੂੰ ਨੰਬਰ ਦਿੱਤੇ ਜਾਣਗੇ। ਤੇ ਮੈਂ ਨੰਬਰ ਰਿਪੀਟ ਕਰ ਦੇਣਾ 0121 551 1001 ਤੇ ਕਾਲ ਕਰੋ। ਅਗਰ ਤੁਸੀਂ ਸ਼ੋਅ 'ਚ ਗੱਲ ਕਰਨੀ ਹੈ ਉਹਨਾਂ ਨੂੰ ਦੱਸੋ ਕਿ ਸਾਡਾ ਕਾਲ ਥਰੂ ਕਰੋ। ਅਗਰ ਤੁਸੀਂ ਸਿਰਫ ਮੈਸੇਜ ਛੱਡਣਾ ਹੈ ਤੇ ਡਾਕਟਰ ਸਾਹਿਬ ਤੁਹਾਨੂੰ 1 ਜਾਂ 2 ਦਿਨਾਂ 'ਚ ਕਾਲ ਕਰਨਗੇ। ਡਾਕਟਰ ਸਾਹਿਬ ਅਸੀਂ ਬਿਮਾਰੀਆਂ ਦੀ ਤਾਂ ਗੱਲ ਕਰਨੀ ਹੈ ਸਾਰੀ। ਆਈ ਡੋਂਟ ਥਿੰਕ ਇਟਸ ਲੇਟ ਅਗਰ ਅਸੀਂ ਕਰੋਨਾ ਵਾਇਰਸ ਦੀ ਥੋੜੀ ਬਹੁਤੀ ਗੱਲ ਕਰ ਲਈਏ, ਕਿਉਂਕਿ ਇਹ ਮੁੱਦਾ ਹੁਣ ਚੱਲ ਰਿਹਾ, ਬੜੀ ਕਹਿਰ ਪਈ ਦੁਨੀਆ ਦੇ ਵਿੱਚ। ਅਗਰ ਹੁਣ ਵੱਡੀ ਗੱਲ ਹੈ ਤੇ 2 ਤਰ੍ਹਾਂ ਦੇ ਲੋਕ ਹੈ। ਅੱਧੇ ਲੋਕ ਤਾਂ ਸਮਝੇ ਖਤਮ ਹੋ ਗਈ ਹੈ। ਇਹ ਜੋ ਕਿਹਾ ਜਾਂਦਾ ਕਿ ਸਾਲ 1.5 ਸਾਲ ਖਤਮ ਨਹੀਂ ਹੋਏਗੀ, ਉਹਦਾ ਐਵੀਡੈਂਸ ਹੈਗਾ ਹੁਣ ਲੈਸਟਰ ਦੇ ਵਿੱਚ, ਨਾਰਥ ਪਾਰਟ ਆਫ ਲੈਸਟਰ ਦੇ ਵਿੱਚ ਇੱਕ ਚੀਜ਼ ਅੱਛੀ ਜਿਹੜੀ ਗਵਰਨਮੈਂਟ ਹੁਣ ਉਹ ਡਿਸਟ੍ਰਿਕਟ ਨੂੰ ਲੋਕਡਾਊਨ ਕਰਤਾ 100%, ਪ੍ਰੋਪਰ ਲੋਕਡਾਊਨ ਕੀਤਾ ਉਹਨਾਂ ਨੇ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਸਾਰੇ ਲੈਸਟਰ ਨੂੰ ਕਰ ਦੋ ਜਾਂ ਸਾਰੇ ਯੂਕੇ ਨੂੰ ਕਰ ਦੋ। ਉਹਦੇ ਨਾਲ ਇਕਨੋਮੀ ਬਚੀ ਰਹੇਗੀ, ਲੋਕੀ ਕੰਮਕਾਰ ਕਰ ਪੈਣਗੇ। ਪਰ ਫਿਰ ਜੇ ਇੱਕ ਡਿਸਟ੍ਰਿਕਟ 'ਚ ਪਹੁੰਚੀਏ ਭਾਜੀ, ਅੱਧਾ ਹੋਰ ਵੀ ਕਿਤੇ ਹੋ ਸਕਦੀ ਹੈ। ਹਾਂਜੀ ਬਿਲਕੁਲ ਹੋ ਸਕਦੀ ਆ, ਕਿਉਂਕਿ ਇਹ ਪ੍ਰੋਬਲਮ ਹੈ ਕਿ ਲੋਕੀ ਰਿਸਪੌਂਸਿਬਿਲਿਟੀ ਨਹੀਂ ਲੈਂਦੇ। ਹਾਂਜੀ ਤੇ ਉਹ ਅਲਗਰਜੀ ਦੇ ਨਾਲ ਹੈ ਨਾ, ਨਾ ਉਹਨੇ ਕਿਤੇ ਮਾਸਕ ਪਾਉਣੀ ਹੈ ਜਿੱਥੇ ਜਾਣਾ ਹੈ, ਜਾਂ ਉਹ ਬਾਹਲੇ ਗਰੁੱਪ ਇਕੱਠੇ ਹੋ ਜਾਂਦੇ ਆ, ਸਪੈਸ਼ਲੀ ਜਿਹੜੇ ਇਕੱਠੇ ਹੋ ਕੇ ਜਾਣ ਕੇ ਬੀਅਰ ਪੀਂਦੇ ਆ ਜਾ ਕੇ, ਤੇ ਉਹ ਫਿਰ ਭੁੱਲ ਜਾਂਦੇ ਆ ਵੀ ਅਸੀਂ ਪਰਹੇਜ਼ ਕਰਨਾ ਹੈ। ਤੇ ਇਸ ਤਰ੍ਹਾਂ ਉਹ ਫਿਰ ਵਾਇਰਸ ਜਿਹੜੀ ਬਹੁਤ ਈਜ਼ੀਲੀ ਸਪਰੈਡ ਹੋ ਜਾਂਦੀ ਆ। ਤੇ ਇਹ ਹੁੰਦੀ ਸਪਰੈਡ ਜਾਣੀ ਕਿ ਜਿਹੜਾ ਤੁਹਾਡਾ ਲਾਭ ਆ ਇਹਦੇ ਵਿੱਚ ਵਾਇਰਸ ਹੋ ਜਾਂਦੀ ਜੇ ਤੁਹਾਨੂੰ ਇਨਫੈਕਸ਼ਨ ਹੋਇਆ। ਤੇ ਤੁਸੀਂ ਖੰਘਦੇ ਆ ਜਾਂ ਤੁਸੀਂ ਛਿੱਕ ਮਾਰਦੇ ਆ
ਤਾਂ ਉਹਦੇ ਬਹੁਤ ਛੋਟੇ ਡ੍ਰੌਪਲੇਟ ਮਾਈਕਰੋ ਡ੍ਰੌਪਲੇਟ ਜਿਹੜੇ ਆ ਉਹ ਹਵਾ ਵਿੱਚ ਕਾਫੀ 2-3 ਮੀਟਰ ਤੇ ਫੈਲ ਜਾਂਦੇ ਆ। ਦੀਦੇ ਤਾਂ ਹੈ ਨਹੀਂਗੇ ਪਰ ਉਹ ਫੈਲਦੇ ਹੈਗੇ, ਉਹ ਫਿਰ ਸਾਹ ਨਾਲ ਤੁਸੀਂ ਆਪ ਅੰਦਰ ਲੈ ਲੈਂਦੇ ਆ। ਹਾਂਜੀ, ਸੋ ਜੇ ਹੁਣ ਤੁਹਾਨੂੰ ਜਾਣਾ ਪੈਂਦਾ ਇੱਦਾਂ ਦੀ ਸਿਚੁਏਸ਼ਨ ਕਿਤੇ, ਤੇ ਜੇ ਸਾਰਿਆਂ ਨੇ ਮਾਸਕ ਪਾਈ ਹੋਵੇ ਤਾਂ ਜਿਹੜਾ ਛਿੱਕ ਮਾਰਦਾ ਆ ਉਹ ਸਪਰੈਡ ਨਾ ਕਰੂਗਾ। ਜੇ ਮਾੜਾ ਮੋਟਾ ਸਪਰੈਡ ਹੋਇਆ ਵੀ ਤਾਂ ਜੇ ਦੂਸਰੇ ਨੇ ਮਾਸਕ ਪਾਈ ਆ ਤਾਂ ਉਹ ਅੰਦਰ ਸਾਹ ਨਹੀਂ ਲਏਗਾ। ਠੀਕ ਹੈ, ਸੋ ਇਹ ਬਚਾਅ ਕਰਨ ਦੀ ਜ਼ਰੂਰੀ ਆ। ਪ੍ਰੋਟੈਕਟਿਵ ਇਕੁਇਪਮੈਂਟ ਜਿਹੜੀ ਆ, ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ PPE, ਇਹ ਜ਼ਰੂਰੀ ਸਾਰਿਆਂ ਨੂੰ ਵਰਤਣੀ ਚਾਹੀਦੀ ਹੈ। ਜਿਹਦਾ ਮੈਂ ਹੁਣੇ ਕਿਹਾ ਕਿ ਡਾਕਟਰ ਸਾਹਿਬ ਜੋ ਪ੍ਰੀਚ ਕਰਦੇ ਪ੍ਰੈਕਟਿਸ ਵੀ ਕਰਦੇ ਨੇ। ਅਸੀਂ ਕਾਲ ਚੈਨਲ ਵਾਲੇ ਥੋੜੀ ਬਹੁਤੀ ਨੌਲੇਜ ਹੁੰਦੀ ਹੈ, ਪ੍ਰੋਫੈਸ਼ਨਲ ਨਹੀਂ, ਕੁਆਲੀਫਾਈਡ ਨਹੀਂ ਹੈਗੇ ਮੈਡੀਸਨ ਦੇ ਵਿੱਚ, ਫਿਰ ਵੀ ਜੋ ਅਸੀਂ ਕਹਿੰਦੇ ਹਾਂ ਉਹ ਅਸੀਂ ਆਪਣਾ ਪ੍ਰੈਕਟਿਸ ਲੈ ਕੇ ਆਉਂਦੇ ਹਾਂ। ਜਦੋਂ ਅਸੀਂ ਹੁਣ ਤੁਹਾਨੂੰ ਪਤਾ 2 ਵੀਕ ਹੋ ਗਏ, ਮਤਲਬ ਦਾ ਸੈਕਿੰਡ ਵੀਕ ਹੈਗਾ ਕਿ ਜਦੋਂ ਦਾ ਲੋਕਡਾਊਨ ਈਜ਼ ਹੋਇਆ, ਸਾਡੇ ਗੈਸਟ ਸਟੂਡੀਓ 'ਚ ਆਉਣੇ ਸ਼ੁਰੂ ਹੋ ਗਏ। ਜਦੋਂ ਸਾਡਾ ਗੈਸਟ ਸਟੂਡੀਓ 'ਚ ਆਉਂਦਾ, ਸਾਰਾ ਸਟੂਡੀਓ ਸੈਨੀਟਾਈਜ਼ ਹੁੰਦਾ ਪਿਆ, ਹਰ ਕੱਲੀ ਚੀਜ਼ ਹੁੰਦੀ ਹੈ। ਔਰ ਜੇ ਤੁਸੀਂ ਦੇਖਿਆ ਜਾਵੇ, ਤੁਸੀਂ ਡਾਕਟਰ ਸਾਹਿਬ ਮੇਰੇ ਤੋਂ 2 ਮੀਟਰ ਦੇ ਫਾਸਲੇ ਤੇ ਬੈਠੇ ਨੇ, ਅਸੀਂ ਕੋਲ ਨਹੀਂ ਬੈਠੇ। ਔਰ ਇੱਕ ਦੂਸਰੀ ਗੱਲ ਬੜੀ ਨੈਚੁਰਲ ਹੈਗੀ, ਜਦੋਂ ਡਾਕਟਰ ਸਾਹਿਬ ਆਏ, ਆਦਤ ਪਈ ਹੁੰਦੀ ਹੱਥ ਮਿਲਾਉਣ ਦੀ, ਇੱਕਦਮ ਦਿਮਾਗ ਕਹਿੰਦਾ ਕਿ ਨਹੀਂ ਹੱਥ ਨਹੀਂ ਮਿਲਾਉਣਾ। ਤੇ ਜਿਹਨੂੰ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹੱਥ ਮਿਲਾ ਕੇ ਰਿਸਪੈਕਟ ਦਿੰਦੇ ਹੋ। ਰਿਸਪੈਕਟ ਦਿਖਾਉਣ ਦੇ ਹੋਰ ਬੜੇ ਤਰੀਕੇ ਨੇ। ਕਿਸੇ ਦੀ ਜਾਨ ਬਚਦੀ ਹੈ, ਇਹ ਚੀਜ਼ਾਂ ਨਾ ਕਰਨ ਨਾ, ਉਹਦੇ ਨਾਲ ਤੁਸੀਂ ਪਲੀਜ਼ ਗੌਰ ਕਰੋ ਚੀਜ਼ਾਂ ਤੇ। ਡਾਕਟਰ ਸਾਹਿਬ ਥੋੜਾ ਬਹੁਤਾ ਨਾ, ਕਿਉਂਕਿ ਤੁਸੀਂ ਦੱਸੋ ਲੋਕ ਥੋੜੇ ਲੋਕਡਾਊਨ ਈਜ਼ ਹੋਇਆ ਲੇਕਿਨ ਲੋਕੀ ਵੀ ਈਜ਼ ਡਾਊਨ ਹੋ ਗਏ ਨੇ ਆਪਣੀ ਖਿਆਲ ਰੱਖਣ ਦੇ ਵਿੱਚ। ਤੁਸੀਂ ਉਹਦੇ ਥੋੜਾ ਜਿਹਾ ਜਿਹੜੀ ਟਿਪੀਕਲ ਗੱਲਾਂ ਜਿੱਥੇ ਬੰਦਾ ਸਲਿਪ ਹੋ ਸਕਦਾ, ਥੋੜੇ ਬਹੁਤੇ ਐਡਵਾਈਸ ਦਵੋ ਉਹਦੇ ਤੇ। ਹਾਂਜੀ, ਸੋ ਜਿੱਦਾਂ ਤੁਸੀਂ ਕਹਿੰਦੇ ਵੀ ਇਹ ਹੱਥ ਮਿਲਾਉਣਾ ਜਿਹੜਾ ਹੈ ਨਾ, ਇਹ ਸਾਡੇ ਬ੍ਰੇਨ ਵਾਸ਼ ਹੋਏ ਅਸੀਂ ਵੀ ਹਰ ਵੇਲੇ ਹੱਥ ਮਿਲਾਉਣਾ ਹੀ ਜਦੋਂ ਮਿਲਦੇ ਆ। ਹਾਂਜੀ, ਤੇ ਜੇ ਹੁਣ ਤੁਸੀਂ ਪੁਰਾਤਨ ਟਾਈਮ ਤੇ ਦੇਖਿਆ ਜਾਵੇ ਤਾਂ ਹਿੰਦੂ ਧਰਮ ਵਿੱਚ ਵੀ ਨਮਸਤੇ ਬਿਲਕੁਲ ਬੁਲਾਉਂਦੇ ਸੀ। ਹਾਂਜੀ, ਹੱਥ ਜੋੜ ਕੇ। ਤੇ ਸਾਡੇ ਲਈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਾਣੀਆਂ ਗੱਲਾਂ 500 ਸਾਲ ਪੁਰਾਣੀਆਂ ਨੇ। ਹਾਂ, ਪਰ ਇਹ ਹੁਣ ਸਾਨੂੰ ਦੁਬਾਰਾ ਇਹ ਸਮਝਣੀਆਂ ਪੈਣੀਆਂ ਵੀ ਕਿਉਂ ਇਹ ਬਣਾਈਆਂ ਸੀਗੀਆਂ। ਹਾਂਜੀ, ਕਿਉਂਕਿ ਜਦੋਂ ਤੁਸੀਂ ਹੱਥ ਮਿਲਾਉਂਦੇ ਆ ਤੇ ਤੁਸੀਂ ਤੁਹਾਡੇ ਹੱਥ ਨਾਲ ਕੋਈ ਮੈਲ ਲੱਗੀ ਆ ਜਾਂ ਕੋਈ ਜਰਮ ਲੱਗਾ ਜਾਂ ਕੋਈ ਵਾਇਰਸ ਲੱਗਾ ਆ, ਉਹ ਤੁਸੀਂ ਦੂਸਰੇ ਨੂੰ ਟ੍ਰਾਂਸਮਿਟ ਕਰ ਦਿੰਦੇ ਆ। ਹਾਂਜੀ, ਤੁਹਾਨੂੰ ਕੀ ਪਤਾ ਵੀ ਉਹ ਦੂਸਰੇ ਬੰਦੇ ਨੇ ਹੱਥ ਧੋਤੇ ਕਿ ਨਹੀਂ ਧੋਤੇ। ਬਿਲਕੁਲ। ਤੇ ਸਿਰਫ ਇਹੀ ਗੱਲ ਨਹੀਂ ਹੈਗੀ, ਤੁਹਾਡੇ એનર્ਜੀ ਸੈਂਟਰ ਵੀ ਹੈਗੀ ਹੱਥ ਵਿੱਚ। ਤੁਹਾਡੀ એનર્ਜੀ ਦੂਸਰੇ ਬੰਦੇ ਨਾਲ એનર્ਜੀ ਵੀ ਮਿਕਸ ਹੁੰਦੀ ਆ। ਹਾਂਜੀ, ਇਹ ਬੜੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਜਿਹਨੂੰ ਖਾਸ ਜਾਣਕਾਰੀ ਨਹੀਂ ਹੈਗੀ ਲੋਕਾਂ ਨੂੰ। ਜਦੋਂ ਤੁਸੀਂ ਇੰਟਰੈਕਟ ਕਿਸੇ ਨਾਲ ਕਰਦੇ, ਤੁਹਾਡੀ એનર્ਜੀ ਐਕਸਚੇਂਜ ਹੁੰਦੀ ਆ। ਇਸੇ ਕਰਕੇ ਸਾਨੂੰ ਮਹਾਰਾਜ ਨੇ ਕਿਹਾ ਭਈ ਸਤ ਸੰਗਤ ਚੰਗੀ ਕਰਨੀ। ਹਾਂਜੀ, ਕਿਉਂਕਿ ਜੇ ਤੁਸੀਂ ਸਤਸੰਗ ਚੰਗੀ ਕਰੋਗੇ ਤਾਂ ਤੁਹਾਨੂੰ ਚੰਗੀ એનર્ਜੀ ਮਿਲੇਗੀ। ਮੈਂ ਡਾਕਟਰ ਸਾਹਿਬ ਮਾਫੀ ਚਾਹਾਂਗਾ, ਆਪੇ ਕਾਲ ਲੈ ਲਈਏ। ਹੈਲੋ ਜੀ, ਤੁਸੀਂ ਡਾਕਟਰ ਬੋਲਦੇ ਨਾ? ਹੈਲੋ ਜੀ, ਸਤਿ ਸ਼੍ਰੀ ਅਕਾਲ। ਨਹੀਂ, ਮੈਂ ਪਾਲ ਬੋਲਦਾ ਪਿਆ। ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ, ਬਹੁਤ ਅੱਛਾ ਲੱਗਦਾ ਤੁਸੀਂ ਪ੍ਰੋਗਰਾਮ ਦੇਖਦੇ ਹੋ, ਕਾਲ ਕਰ ਰਹੇ ਹੋ। ਹੁਣ ਤੁਹਾਡਾ ਮੈਂ ਸਿੱਧਾ ਤੁਹਾਡੀ ਆਵਾਜ਼ ਡਾਕਟਰ ਸਾਹਿਬ ਸੁਣਨਗੇ, ਕੀ ਪੁੱਛਣਾ ਚਾਹੁੰਦੇ ਹੋ? ਅੱਛਾ ਜੀ, ਮੈਂ ਨਾ ਮੇਰੇ ਨਾ ਕੰਨਾਂ 'ਚ ਆਵਾਜ਼ ਬਹੁਤ ਆਉਂਦੀ ਹੈ ਤੇ ਰਾਤ ਨੂੰ ਨੀਂਦ ਆ ਜਾਂਦੀ, ਪਰ ਦਿਨ ਨੂੰ ਕਈ ਵਾਰੀ ਬਹੁਤ ਬੰਦਾ ਨਾ ਅਨੋਇ ਜਿਹਾ ਹੁੰਦਾ, ਖੋਤਰਾ ਹੁੰਦਾ ਵੀ ਕੀ ਹੈ, ਘੜੀ ਆਈ ਜਾਂਦੀ ਹੈ। ਸਾਹ ਨਾ ਏਦਾਂ ਸਿਰ 'ਚ ਕੰਨਾਂ 'ਚ ਖੋਈ ਜਾਂਦੀ ਆ। ਭੈਣ ਜੀ, ਇੱਕ ਹੋਰ ਸਵਾਲ ਤਾਂ ਨਹੀਂ ਹੈਗਾ, ਬਸ ਆਹੀ ਸਵਾਲ ਸੀ ਤੁਹਾਡਾ? ਹਾਂਜੀ, ਬਸ ਇਹੀ ਹੈ। ਮੈਂ ਇੱਕ ਚਾਹਾਂਗਾ ਕਿ ਤੁਸੀਂ ਆਪਣਾ ਹੁਣ ਟੈਲੀਫੋਨ ਰੱਖ ਕੇ ਨਾ ਤੁਸੀਂ TV ਸੁਣੋ ਤੇ ਡਾਕਟਰ ਜੀ ਬੜੇ ਤਸੱਲੀ ਨਾਲ ਬੜੇ ਆਰਾਮ ਨਾਲ ਤੁਹਾਨੂੰ ਜਵਾਬ ਦੇਣਗੇ ਤੇ ਨਾਲੇ ਲਾਈਨਾਂ ਖਾਲੀ ਹੋਣ, ਜੇ ਕਿਸੇ ਹੋਰ ਨੇ ਕਾਲ ਕਰਨਾ ਤੇ ਉਹ ਕਰ ਸਕਣ। ਹਰ ਬੰਦਾ ਫਾਇਦਾ। ਥੈਂਕ ਯੂ, ਬਹੁਤ ਮਿਹਰਬਾਨੀ। ਪ੍ਰੋਗਰਾਮ ਦੇਖਦੇ ਰਹੋ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਹਾਂਜੀ, ਸੋ ਇਹ ਜਿਹੜੀ ਸਾਹ ਆ ਕੰਨਾਂ ਵਿੱਚ ਹੁੰਦੀ ਆ, ਇਹਦੀ ਵਜ੍ਹਾ ਮੋਸਟਲੀ ਇੱਕੋ ਹੀ ਹੁੰਦੀ ਹੈ, ਇਹਨੂੰ ਟਿਨਿਟਸ ਕਹਿੰਦੇ ਆ। ਹਾਂਜੀ, ਟਿਨਿਟਸ ਆਵਾਜ਼ ਆਉਂਦੀ ਰਹਿੰਦੀ ਕੰਨਾਂ 'ਚ। ਤੇ ਇਹਦੀ ਵਜ੍ਹਾ ਹੈਗੀ ਆ ਵੀ ਜਾਂ ਤਾਂ ਜਿਹੜੀਆਂ ਬਰੀਕ ਹੱਡੀਆਂ ਹੁੰਦੀਆਂ ਕੰਨ ਦੇ ਵਿੱਚ, ਜਿਨ੍ਹਾਂ ਦਾ ਸੁਣਨ ਦੀ ਸ਼ਕਤੀ ਹੁੰਦੀ ਆ, ਤੇ ਉਹ ਕਈ ਵਾਰੀ ਥੋੜ੍ਹੀਆਂ ਡੈਮੇਜ ਹੋ ਜਾਂਦੀਆਂ ਹੱਡੀਆਂ। ਤੇ ਜਾਂ ਤਾਂ ਜਿਹੜੀ ਖੂਨ ਦੀਆਂ ਨਾੜੀਆਂ ਕੰਨ ਨੂੰ ਸਪਲਾਈ ਕਰਦੀਆਂ, ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਜੰਮ ਜਾਂਦੀ ਆ ਪਲੈਕ, ਤੇ ਉਹ ਥੋੜ੍ਹੀਆਂ ਨੈਰੋ ਹੋ ਜਾਂਦੀਆਂ। ਸੋ ਉਹ ਸਰਕੂਲੇਸ਼ਨ ਪੂਰੀ ਹੁੰਦੀ ਨਹੀਂ, ਤੇ ਇਹ ਮੇਨ ਵਜ੍ਹਾ ਹੈਗੀ ਹੈ ਜੀ। ਇਹ ਪਰ ਮੈਨੂੰ ਦੱਸੋ ਡਾਕਟਰ, ਮੈਂ ਥੋੜਾ ਬਿਹਾਰ ਪੁੱਛਦਾ ਬਿਕਾਜ਼ ਇਹ ਪਹਿਲਾਂ ਬੜਾ ਕਾਮਨ ਚੀਜ਼ ਹੈਗੀ ਹੈ। ਏਜ ਰਿਲੇਟਡ ਹੈਗਾ? ਹਾਂਜੀ, ਇਹ ਏਜ ਨਾਲ ਫਰਕ ਕਾਫੀ ਪੈਂਦਾ ਹੈ। ਹਾਂਜੀ, ਜਿੱਦਾਂ ਏਜ ਤੁਹਾਡੀ ਵੱਧਦੀ ਜਾਂਦੀ ਆ ਤਾਂ ਤੁਹਾਡਾ ਟਿਨਿਟਸ ਹੋਣ ਦਾ ਜ਼ਿਆਦਾ ਚਾਂਸ ਹੁੰਦਾ ਹੈ। ਅੱਛਾ, ਦੂਸਰੀ ਗੱਲ, ਇਹ ਜਿਹੜਾ ਹੈਗਾ ਆਵਾਜ਼ ਆਉਂਦੀ ਕੰਨਾਂ ਦੇ ਵਿੱਚ, ਇਹ ਆਉਂਦੀ ਤਾਂ ਰਾਈਟ ਥਰੂ 24 ਘੰਟੇ ਆਉਂਦੀ ਹੈ। ਜਦੋਂ ਤੁਸੀਂ ਸੁਣਨ ਸਾਮ ਜਗ੍ਹਾ ਤੇ ਬੈਠਦੇ ਹੋ ਜਾਂ ਰਾਤ ਨੂੰ ਤੁਹਾਨੂੰ ਲੱਗਦਾ ਜ਼ਿਆਦਾ ਹੋਊਗੀ, ਆਵਾਜ਼ ਤਾਂ ਦਿਨੇ ਵੀ ਹੁੰਦੀ ਹੈ ਨਾ? ਹਾਂਜੀ, ਦਿਨੇ ਵੀ ਹੁੰਦੀ ਹੈ, ਰਾਤ ਨੂੰ ਵੀ ਹੁੰਦੀ। ਉਹ ਇੱਦਾਂ ਜਦੋਂ ਪਿੱਛੇ ਬੈਕਗਰਾਊਂਡ ਨੋਇਜ਼ ਹੁੰਦਾ ਨਾ, ਤਾਂ ਫਿਰ ਤੁਹਾਨੂੰ ਉਹ ਤੁਹਾਡਾ ਧਿਆਨ ਹੋਰ ਕਿਤੇ ਲੱਗਾ ਰਹਿੰਦਾ ਆ, ਉਹ ਫਿਰ ਤੁਹਾਨੂੰ ਲੱਗਦਾ ਵੀ ਘਟ ਗਈ ਆ।
ਹਾਂਜੀ, ਜਦੋਂ ਸਾਇਲੈਂਟ ਹੁੰਦਾ ਹੈ, ਤੁਸੀਂ ਸ਼ਾਂਤ ਹੁੰਦੇ ਆ, ਉਹ ਫਿਰ ਤੁਹਾਨੂੰ ਜ਼ਿਆਦਾ ਸੁਣਦੀ ਹੈ ਜੀ। ਭਾਜੀ ਕੋਈ ਇਲਾਜ ਹੈਗਾ ਕਿ ਨਹੀਂ ਹੈਗਾ? ਹਾਂਜੀ ਇਹਦਾ ਕੋਈ ਸਟ੍ਰੇਟ ਵੇ ਇਲਾਜ ਨਹੀਂ ਹੈਗਾ ਵੀ ਤੁਸੀਂ ਆਹ ਗੋਲੀ ਖਾ ਲਓ ਤੇ ਠੀਕ ਹੋ ਜਾਓਗੇ। ਹਾਂਜੀ, ਸੋ ਇਹਦੀਆਂ ਦਵਾਈਆਂ ਹੈਗੀਆਂ, ਬਚ ਸਕਦੇ, ਪਰ ਨਾਲ ਤੁਹਾਨੂੰ ਆਪਣਾ ਲਾਈਫ ਸਟਾਈਲ ਤੇ ਡਾਈਟ, ਖੁਰਾਕ ਜਿਹੜੀ ਉਹ ਬਦਲਣੀ ਪਏਗੀ। ਜਿਹੜੇ ਭਾਜੀ ਤੁਸੀਂ ਕਾਲ ਕੀਤਾ ਸੀ, ਮੈਂ ਨਾਮ ਨਹੀਂ ਪੁੱਛਿਆ, ਤੁਹਾਨੂੰ ਪਹਿਲਾਂ ਦੱਸਿਆ ਸੀ, ਕਿਉਂ ਨਹੀਂ ਪੁੱਛਦੇ? ਜੇ ਦੱਸਣਾ ਚਾਹੋ ਤੁਸੀਂ ਦੱਸ ਸਕਦੇ ਹੋ। ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ, ਤੇ ਹੁਣ ਤਾਂ ਥੋੜੀ ਬਹੁਤੀ ਮੋਟੀ ਗੱਲ ਕੀਤੀ ਹੈ। ਡਾਕਟਰ ਸਾਹਿਬ ਤੁਹਾਨੂੰ ਰਿੰਗ ਕਰਨਗੇ, ਤਾਂ 1-to-1 ਕੰਸਲਟੇਸ਼ਨ ਕਰਕੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਸਵਾਲ ਪੁੱਛ ਲਿਓ। ਤੇ ਡਾਕਟਰ ਸਾਹਿਬ ਆਪਾਂ ਇੱਕ ਨੈਕਸਟ ਕਾਲਰ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਬਹੁਤ ਮਿਹਰਬਾਨੀ ਭੈਣ ਜੀ, ਤੁਸੀਂ ਕਾਲ ਕੀਤਾ ਪਿਆ, ਸ਼ੋਅ ਦੇਖਦੇ ਪਏ ਹੋ, ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਨੂੰ ਕੀ ਪੁੱਛਣਾ ਚਾਹੁੰਦੇ ਹੋ? ਮੇਰਾ ਸਵਾਲ ਇਹ ਆ, ਜਿੱਦਾਂ ਮੇਰੇ ਸਿਸਟਰ ਇਨ ਲੋ ਆ, ਉਹਨਾਂ ਨੂੰ ਅਲਸਰੇਟਿਵ ਕੋਲਾਈਟਿਸ ਦੀ ਪ੍ਰੋਬਲਮ ਆ, ਤੇ ਉਹ 4-5 ਵੀਕਾਂ ਤੋਂ ਜੂਸ ਡਾਈਟ ਫੋਲੋ ਕਰ ਰਹੇ ਸੀ ਕੱਲੀ, ਤੇ ਹੁਣ ਉਹਨਾਂ ਦੀ ਜਿੱਦਾਂ ਲੱਤਾਂ 'ਚ ਸੋਜਾ ਆਉਣ ਲੱਗ ਗਿਆ। ਕੀ ਇਹ ਬੰਦਾ ਅਲਸਰੇਟਿਵ ਕੋਲਾਈਟਿਸ ਵਾਲਾ ਜੂਸ ਡਾਈਟ ਫੋਲੋ ਕਰ ਸਕਦਾ ਹੈ ਜਾਂ ਨਹੀਂ? ਭਾਜੀ ਹੋਰ ਕੋਈ ਸਵਾਲ ਹੈ ਕਿ ਇਹੀ ਸੀਗਾ ਤੁਹਾਡਾ? ਇਹੀ ਸਵਾਲ ਆ ਕਿ ਜੂਸ ਡਾਈਟ ਆ ਜਿਹੜੀ ਫੋਲੋ ਕਰਦੇ ਆ, ਵੀ ਉਹਦੇ ਕੋਈ ਸਾਈਡ ਇਫੈਕਟ ਹੈਗੇ ਆ ਜਾਂ ਉਹਦੇ ਬੈਨੀਫਿਟ ਹੀ ਆ ਇਕੱਲੇ? ਬਿਲਕੁਲ। ਅੱਛਾ, ਦੋ ਗੱਲਾਂ। ਪਹਿਲੀ ਗੱਲ ਤੇ ਭੈਣ ਜੀ ਤੁਹਾਡਾ ਕਾਲ ਕਰਨ ਦਾ ਸ਼ੁਕਰਾਨਾ, ਤੁਸੀਂ ਕਾਲ ਰੱਖ ਦੇਵੋ ਔਰ ਟੀਵੀ ਤੇ ਸੁਣੋ। ਡਾਕਟਰ ਸਾਹਿਬ ਤੁਹਾਨੂੰ ਜਵਾਬ ਦੇਣਗੇ, ਥੋੜਾ ਮੋਟਾ ਜਵਾਬ ਦੇਣਗੇ, ਲੇਕਿਨ ਕੱਲ ਹੀ ਵਿਲ ਡੈਫੀਨਿਟਲੀ ਕਾਲ ਯੂ ਬੈਕ ਵਿਦਨ ਡੇ অর 2। ਤੁਸੀਂ 1-to-1 ਕੰਸਲਟੇਸ਼ਨ ਕਰਕੇ ਖੁੱਲ ਕੇ ਆਪਣਾ ਸਵਾਲ ਪੁੱਛਿਓ। ਥੈਂਕ ਯੂ ਤੁਹਾਡੇ ਕਾਲ ਕਰਨ ਦਾ ਜੀ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਹਾਂਜੀ, ਸੋ ਜੂਸ ਡਾਈਟ ਕਰ ਰਹੇ ਆ ਤੇ ਉਹ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਬਹੁਤਾ ਚਿਰ ਨਹੀਂ ਜੂਸ ਡਾਈਟ ਕਰਨਾ ਹੈਗਾ। ਤੇ ਜਿਹੜੀ ਫਲੂਇਡ ਰੁਕ ਰਹੀ ਹੈ ਨਾ, ਸੁੱਜ ਰਹੀਆਂ ਲੱਤਾਂ, ਤੇ ਇਹ ਥੋੜੀ ਜਿਹੀ ਸੀਰੀਅਸ ਗੱਲ ਆ, ਇਹਦਾ ਤੁਸੀਂ ਇਗਨੋਰ ਨਹੀਂ ਕਰਨਾ ਹੈਗਾ। ਤੇ ਇਹ ਜਾਂ ਤਾਂ ਤੁਹਾਡੇ ਬੋਡੀ ਵਿੱਚ ਪ੍ਰੋਟੀਨ ਘਟ ਰਹੀ ਆ, ਜਾਂ ਫਿਰ ਤੁਹਾਡੀ ਸਰਕੂਲੇਸ਼ਨ ਖਰਾਬ ਹੋ ਚੁੱਕੀ ਆ, ਤੇ ਇਹਦੇ ਲਈ ਤੁਹਾਨੂੰ ਇਲਾਜ ਜਲਦੀ ਕਰਾਉਣਾ ਚਾਹੀਦਾ ਹੈ। ਜਿਹੜੀ ਅਲਸਰੇਟਿਵ ਕੋਲਾਈਟਿਸ ਆ, ਇਹ ਕਾਫੀ ਗੰਭੀਰ ਬਿਮਾਰੀ ਆ, ਤੇ ਇਹਦੇ ਲਈ ਤੁਹਾਨੂੰ ਪ੍ਰੋਬਾਇਓਟਿਕਸ ਵਰਤਣੇ ਪੈਣਗੇ, ਤੇ ਤੁਹਾਨੂੰ ਕੁਝ ਡਾਈਟ ਚੇਂਜ ਕਰਨੀ ਪਏਗੀ। ਕਈ ਚੀਜ਼ਾਂ ਹੁੰਦੀਆਂ ਜਿੱਦਾਂ ਕਿਸੇ ਨੂੰ ਕਣਕ ਨਹੀਂ ਪਚਦੀ, ਕਿਸੇ ਨੂੰ ਦੁੱਧ ਵਾਲੀ ਚੀਜ਼ ਨਹੀਂ ਪਚਦੀ, ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਤੁਹਾਡੀ ਆਂਦਰਾਂ ਵਿੱਚ ਇਨਫਲੇਮੇਸ਼ਨ, ਸੋਜ ਕਰ ਦਿੰਦੀਆਂ, ਤੇ ਜਦੋਂ ਸੋਜ ਕਰ ਦਿੰਦੀਆਂ ਉਹ ਫਿਰ ਖੁਰਾਕ ਨੂੰ ਚੁੱਕਦੀਆਂ ਨਹੀਂ ਗਿਆ, ਤੇ ਉੱਥੇ ਛਾਲੇ ਬਣ ਜਾਂਦੇ ਆ, ਉਹਦੇ ਫਿਰ ਖੂਨ ਚੱਲਣ ਲੱਗ ਪੈਂਦਾ ਹੈ। ਸੋ ਇਹ ਸੀਰੀਅਸ ਕੰਡੀਸ਼ਨ ਆ, ਤੇ ਇਹਨੂੰ ਜਿੰਨਾ ਜਲਦੀ ਕਾਬੂ ਕਰਨਾ ਹੋਵੇ ਤਾਂ ਉਹ ਬਿਹਤਰ ਹੈ ਜੀ। ਡਾਕਟਰ ਸਾਹਿਬ ਇੱਕ ਬੜੀ ਇੰਪੋਰਟੈਂਟ ਗੱਲ ਹੈਗੀ ਹੈ, ਇਹ ਬਿਮਾਰੀਆਂ ਦੀ ਇੱਕ ਜੜ ਜਿੱਥੋਂ ਸਟਾਰਟ ਹੁੰਦੀ, ਜਿੱਥੇ ਮੈਨੂੰ ਨੌਲੇਜ ਹੈਗੀ ਹੈ, ਡਾਈਟ ਤੋਂ ਬੜਾ ਫਰਕ ਪੈਂਦਾ ਹੈ। ਤੇ ਤੁਸੀਂ, ਮੈਂ ਚਾਹਾਂਗਾ ਕਿ ਤੁਸੀਂ ਜੇ ਆਪਣੇ ਲੋਕ ਆਪਣੀ ਮਦਦ ਮੰਗਣ ਕੇ ਡਾਈਟ ਪਲਾਨ ਤੁਸੀਂ ਕਰ ਸਕਦੇ ਹੋ ਲੋਕਾਂ ਲਈ, ਬਿਮਾਰੀ ਦੇ ਮੁਤਾਬਿਕ ਕੀ ਉਹ ਚੇਂਜ ਕਰਨ ਕੀ ਨਾ ਕਰਨ? ਹਾਂਜੀ ਬਿਲਕੁਲ, ਹਾਂਜੀ, ਇਹ ਇੰਡੀਵਿਜੂਅਲ ਤੌਰ ਤੇ ਅਸੀਂ ਬਣਾ ਸਕਦੇ ਹਾਂ। ਐਕਸਕਿਊਜ਼ ਮੀ, ਭਈ ਤੁਸੀਂ ਕਿਹੜੀ ਚੀਜ਼ ਖਾਣੀ ਆ, ਤੁਹਾਨੂੰ ਕਿਹੜੀ ਸੂਟ ਕਰਦੀ ਆ, ਕਿਉਂਕਿ ਡਿਫਰੈਂਟ ਕਨਸਟੀਟਿਊਸ਼ਨ ਹੁੰਦੀ, ਹਰੇਕ ਬੰਦੇ ਦੀ ਅਲੱਗ ਤਸੀਰ ਹੁੰਦੀ ਆ। ਹਾਂਜੀ, ਕੋਈ ਗਰਮੀ ਮੰਨਦਾ, ਉਹਨੂੰ ਗਰਮ ਚੀਜ਼ਾਂ ਨਹੀਂ ਪਚਦੀਆਂ, ਕਈ ਉਹਨਾਂ ਦੀ ਤਸੀਰ ਹੁੰਦੀ ਠੰਡੀ, ਉਹਨਾਂ ਨੂੰ ਠੰਡੀਆਂ ਚੀਜ਼ਾਂ ਨਹੀਂ ਪਚਦੀਆਂ, ਕਿਸੇ ਦੀ ਬਾਈ ਵਾਲੀ ਤਸੀਰ ਹੁੰਦੀ, ਉਹਨਾਂ ਨੂੰ ਬਾਈ ਵਾਲੀਆਂ ਚੀਜ਼ਾਂ ਨਹੀਂ ਪਚਦੀਆਂ। ਸੋ ਇਹ ਸਾਰਾ ਇੰਡੀਵਿਜੂਅਲੀ ਪਲਾਨ ਬਣਾਉਣਾ ਪੈਂਦਾ ਵੀ ਕੀ ਤੁਸੀਂ ਖਾ ਸਕਦੇ ਆ, ਕਿਹੜੀ ਚੀਜ਼ ਤੋਂ ਤੁਸੀਂ ਪਰਹੇਜ਼ ਕਰਨਾ ਹੈ। ਮੈਂ ਫਿਰ ਟੈਲੀਫੋਨ ਨੰਬਰ ਦੱਸ ਦਵਾਂ, 0121-551-1001। ਲਾਈਨਾਂ ਬਿਜ਼ੀ ਹੁੰਦੀਆਂ ਕਈ ਦਫਾ, ਕਿਉਂਕਿ ਬਹੁਤ ਲੋਕ ਕਰਦੇ ਨੇ ਤੇ ਉਹ ਗੱਲ ਨਹੀਂ ਕਰਨਾ ਚਾਹੁੰਦੇ, ਉਹ ਨੰਬਰ ਛੱਡਦੇ ਨੇ, ਤੇ ਡਾਕਟਰ ਸਾਹਿਬ ਕੇ ਵਾਪਸ ਕਾਲ ਕਰਨ। ਕਾਲ ਕਰਦੇ ਰਹੋ। 10 ਵਜੇ ਤੋਂ 11 ਤੋਂ ਲੈ ਕੇ 12 ਵਜੇ ਤੱਕ ਪ੍ਰੋਗਰਾਮ ਹੁੰਦਾ ਹੈ, ਲੇਕਿਨ ਇਹ ਨਹੀਂ ਕਿ ਤੁਸੀਂ ਪ੍ਰੋਗਰਾਮ ਦੇ ਦਰਮਿਆਨ ਕਾਲ ਕਰਨਾ, ਤੁਸੀਂ ਬਾਅਦ 'ਚ ਰਾਤ ਨੂੰ 10 ਵਜੇ ਤੱਕ ਕਰ ਸਕਦੇ ਹੋ ਕਿ ਤੁਸੀਂ ਨੰਬਰ ਡਾਕਟਰ ਨੂੰ ਦੇਣਾ ਚਾਹੁੰਦੇ ਹੋ। ਜਦੋਂ ਮਰਜ਼ੀ ਕਾਲ ਕਰੋ। ਸ਼ੋਅ 'ਚ ਗੱਲ ਕਰਨੀ ਹੈ ਤਾਂ ਮੇਕ ਸ਼ੋਰ ਤੁਸੀਂ ਸ਼ੋਅ ਦੇ ਦਰਮਿਆਨ ਕਾਲ ਕਰੋ। ਜੇ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀਗੇ, ਇੱਕ ਕਾਲ ਹੋ ਗਿਆ, ਆਪਣੀ ਗੱਲ ਕਰਨੀ 'ਚ ਬਹੁਤ ਇੰਪੋਰਟੈਂਟ ਗੱਲ ਹੈ ਕਿ ਸਾਡੀ ਗੱਲ ਨਾਲੋਂ ਪਹਿਲਾਂ ਲੋਕਾਂ ਦੀ ਸੇਵਾ ਕੀਤੀ ਜਾਵੇ, ਇਸੇ ਕਰਕੇ ਪ੍ਰੋਗਰਾਮ ਲੈ ਕੇ ਆਏ ਹਾਂ। ਅਸੀਂ ਕਾਲ ਕਦੇ ਇਗਨੋਰ ਨਹੀਂ ਕਰਾਂਗੇ, ਆਪਣੀ ਕਨਵਰਸੇਸ਼ਨ ਸਟਾਪ ਕਰਕੇ ਕਾਲ ਲਵਾਂਗੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਵਾਗਤ ਕਰਦੇ ਹਾਂ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਅਵਤਾਰ ਸਿੰਘ ਬੋਲਦਾ ਜੀ। ਹਾਂਜੀ, ਕਿੱਥੋਂ ਬੋਲ? ਹਾਂਜੀ ਡਲਬੀ ਤੋਂ। ਭਾਜੀ ਬਹੁਤ ਸਵਾਗਤ। ਹੁਣ ਸਿੱਧੀ ਗੱਲ ਡਾਕਟਰ ਸਾਹਿਬ ਸੁਣਨਗੇ, ਕੀ ਪੁੱਛਣਾ ਚਾਹੁੰਦੇ ਹੋ? ਅੱਛਾ, ਮੈਨੂੰ ਨਾ ਜੀ ਕੁਛ 2 ਮਹੀਨੇ ਤੋਂ ਹੌਲੀ ਖੁਜਲੀ ਹੋ ਰਹੀ ਸੀਗੀ ਬਾਹਾਂ ਤੇ, ਸਾਰੇ ਸਰੀਰ ਤੇ, ਪਿੱਤ ਜੇ ਵੀ ਨਿਕਲ ਆਈ, ਜਿਵੇਂ ਇੰਡੀਆ 'ਚ ਪਿੱਤ ਜੇ ਨਿਕਲ ਜਾਂਦੀ ਸੀ ਨਾ ਜੀ, ਲਾਲ ਦਾਣੇ, ਤੇ ਖੁਜਲੀ ਬਹੁਤ ਹੋ ਰਹੀ ਹੈ। ਹੁਣ ਫਿਰ ਮੈਂ ਉਹ ਨਿੰਮ ਦੇ ਕੈਪਸੂਲ ਤਾਂ ਲਿਫਟ 52 ਇਹੋ ਜਿਹੀ ਚੀਜ਼ਾਂ ਮੈਂ ਦੇਸੀ ਲੈ ਰਿਹਾ ਹੈਗਾ,
ਡਾਕਟਰ ਨੇ ਉਹਦਾ ਮੈਨੂੰ ਦਵਾਈਆਂ ਦਿੱਤੀਆਂ ਸੀ ਪਰ ਮੈਂ ਉਹ ਲਈਆਂ ਨਹੀਂ ਹੈਗੀਆਂ ਕਿਉਂ ਕੈਮੀਕਲ ਇਹ ਸਾਰਾ ਤੇ ਮੈਂ ਇਹਦੇ ਨਾਲ ਸਾਰਾ ਕਲੀਅਰ ਤਾਂ ਹੋ ਗਿਆ ਲੇਕਿਨ ਰਾਤ ਨੂੰ ਖੁਜਲੀ ਬਹੁਤ ਹੁੰਦੀ ਆ ਉਹ ਜਦੋਂ ਖੁਜਲੀ ਹੁੰਦੀ ਆ ਤੇ ਫਿਰ ਮੁੜ ਕੇ ਲਾਲ ਲਾਲ ਬਾਹਾਂ ਹੋ ਜਾਂਦੀਆਂ ਤੇ ਨੀਂਦ ਆਉਣ ਤੋਂ ਬਹੁਤ ਫਿਰ ਖੁਜਲੀ ਪਰਹੇਜ਼ ਰੱਖਦੀ ਆ ਭਾਜੀ ਥੈਂਕ ਯੂ ਤੁਸੀਂ ਜ਼ਿਆਦਾ ਜਵਾਬ ਇਹੀ problem ਹਾਂਜੀ ਉਹ ਮੈਂ ਵੀ ਹਰ ਇੱਕ ਨੂੰ ਕਹਿੰਦਾ ਜਿਹੜੇ ਵੀ ਕਾਲ ਕਰਦੇ ਆ ਭਾਜੀ ਉਹ ਟੈਲੀਫੋਨ ਰੱਖ ਕੇ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਡਾਕਟਰ ਸਾਹਿਬ ਜਵਾਬ ਦੇਣਗੇ ਸੁਣਦੇ ਰਹੋ ਤੇ ਕੱਲ ਵੀ ਜਦੋਂ ਵੀ ਮੌਕਾ ਲੱਗਾ ਤੁਹਾਨੂੰ ਕਾਲ ਕਰਕੇ ਨਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਜੀ ਡਾਕਟਰ ਸਾਹਿਬ ਹਾਂਜੀ ਸੋ ਇਹ ਜਿਹੜੀ ਬਿਮਾਰੀ ਹੈ ਸਾਰੇ ਸਰੀਰ ਤੇ ਫੈਲ ਚੁੱਕੀ ਆ ਇਹਦਾ ਮਤਲਬ ਇਹ ਕਿਸੇ ਚੀਜ਼ ਤੋਂ ਐਲਰਜੀਕ ਹੋ ਗਏ ਆ ਤੇ ਜਾਂ ਕੋਈ ਖਾਣ ਵਾਲੀ ਚੀਜ਼ ਇਹਨਾਂ ਨੂੰ ਚੰਗੀ ਨਹੀਂ ਬੈਠਦੀ ਹੁਣ ਜਾਂ ਕੋਈ ਇਹ ਚੀਜ਼ ਨਾਲ ਇਹ ਕੰਟੈਕਟ ਕਰ ਰਹੇ ਆ ਉਹ ਇਹਨਾਂ ਨੂੰ ਐਗਰੀਵੇਸ਼ਨ ਕਰ ਰਹੀ ਆ ਤੇ ਜਾਂ ਇਹ ਮੈਂਟਲੀ ਕਿਸੇ ਗੱਲ ਤੋਂ ਅਪਸੈਟ ਹੋਈ ਸੀ ਕੋਈ ਇਮੋਸ਼ਨਲ ਪ੍ਰੋਬਲਮ ਸੀ ਇਹਨਾਂ ਦਾ ਅੱਛਾ, ਉਹਦੇ ਨਾਲ ਵੀ ਹੋ ਉਹਦੇ ਨਾਲ ਵੀ ਹੋ ਜਾਂਦੀ ਬਿਲਕੁਲ ਜੀ। ਤੁਸੀਂ ਸੋਚ ਨਹੀਂ ਸਕਦੇ ਕਿ ਉਹਦੇ ਨਾਲ ਹੋ ਸਕਦੀ ਹੈ ਹਾਂਜੀ ਹਾਂਜੀ ਇਹੀ ਤਾਂ ਬਿਊਟੀਫੁਲ ਚੀਜ਼ ਆ ਜੀ ਹੋਮਿਓਪੈਥੀ ਬਾਰੇ ਕਿਉਂਕਿ ਇਹ ਜਿੱਦਾਂ ਆਪਣੇ ਦੱਸਿਆ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੀਆਂ ਚੀਜ਼ਾਂ ਇਹੀ ਬਿਮਾਰੀ ਦੇ ਜੜ ਆ ਜੀ ਸੋ ਇਦਾਂ ਦੇ ਕੇਸ ਸਾਡੇ ਕੋਲ ਆਉਂਦੇ ਆ ਜਿੱਥੇ ਘਰ ਵਿੱਚ ਕਿਸੇ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਇੰਨੀ ਉਦਾਸੀ ਆਈ ਇੰਨਾ ਗਰੀਫ ਹੋਇਆ ਵੀ ਉਹ ਬਿਮਾਰੀ ਸ਼ੁਰੂ ਹੋ ਗਈ ਉੱਥੋਂ ਕੋਈ ਡਸਨਟ ਮੈਟਰ ਕਿ ਕਿਹੜੀ ਬਿਮਾਰੀ ਹੋਈ ਆ ਚਮੜੀ ਦੀ ਬਿਮਾਰੀ ਆ ਜਾਂ ਅੰਦਰਾਂ ਦੀ ਬਿਮਾਰੀ ਆ ਜਾਂ ਜੋੜਾਂ ਦੀ ਬਿਮਾਰੀ ਆ ਉੱਥੋਂ ਸ਼ੁਰੂ ਦੀ ਜੜ ਉਹ ਆ ਜਾਣੀ ਕਿ ਸੋ ਅਸੀਂ ਹੋਮਿਓਪੈਥੀ ਵਿੱਚ ਉਹ ਇਮੋਸ਼ਨਸ ਲਈ ਉਦਾਸੀ ਲਈ ਦਵਾਈ ਦੇ ਦਿੰਦੀ ਆ ਤੇ ਉਹ ਜਿਹੜੀ ਫਿਜ਼ੀਕਲ ਬਿਮਾਰੀ ਆ ਉਹਦੇ ਨਾਲ ਮਿਟ ਜਾਂਦੀ ਹੈ ਜੀ ਰੀਅਲੀ ਹਾਂਜੀ ਬਿਲਕੁਲ ਭਾਜੀ ਦੇਖੋ ਇਹ ਵੀ ਬੜੀ ਅੱਛਾ ਤੁਸੀਂ ਸਿਖਾਇਆ ਥੋੜਾ ਜਿਹਾ ਮੈਂ ਓਨੈਸਟਲੀ ਦਿਮਾਗ 'ਚ ਗੱਲ ਆਈ ਹੈ ਇਹ ਇੱਕ ਤੇ ਅਸੀਂ ਉਹ ਜਿਹੜੀ ਡਾਈਟ ਦੀ ਗੱਲ ਕੀਤੀ ਬਿਮਾਰੀਆਂ ਦਾ ਜੜ ਹੈਗੀ ਹੈ ਦੂਜੀ ਅਗਰ ਤੁਸੀਂ ਟੈਨਸ਼ਨ 'ਚ ਰਹਿੰਦੇ ਹੋ ਉਹ ਵੀ ਤੇ ਬਹੁਤ ਡੇਂਜਰ ਚੀਜ਼ ਹੈਗੀ ਹਰ ਤਰੀਕੇ ਨਾਲ ਉਹਦੇ ਨਾਲ ਤੁਹਾਡੇ ਹਾਰਟ ਦੀ ਟਰਬਲ ਹੋ ਸਕਦੀ ਹੈ ਸਟ੍ਰੋਕ ਹੋ ਸਕਦਾ ਹੈ ਬੜਾ ਕੁਝ ਹੋ ਸਕਦਾ ਉਹਦੇ ਦੈਟਸ ਰਾਈਟ ਸੋ ਦੈਟਸ ਰਾਈਟ ਤੁਸੀਂ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਸੀਗੀ ਹੁਣ ਇਹ ਮੇਨ ਜਿਹੜਾ ਕਾਜ਼ ਬਲੱਡ ਪ੍ਰੈਸ਼ਰ ਦਾ ਇਹ ਇਮੋਸ਼ਨਲ ਹੈ ਜੀ ਜਦੋਂ ਤੁਹਾਨੂੰ ਕ੍ਰੋਧ ਚੜ੍ਹਦਾ ਹੈ ਨਾ ਤੁਹਾਡਾ ਸਕਿੰਟਾਂ ਵਿੱਚ ਬਲੱਡ ਪ੍ਰੈਸ਼ਰ ਅਪ ਹੋ ਜਾਂਦਾ ਜੀ ਤੇ ਕ੍ਰੋਧ ਤੁਹਾਡਾ ਉਤਰ ਜਾਂਦਾ ਹੈ ਤੇ ਬਲੱਡ ਪ੍ਰੈਸ਼ਰ ਡਾਊਨ ਆ ਜਾਂਦਾ ਹੈ ਜੇ ਤੁਸੀਂ ਮੈਜਰ ਕਰਕੇ ਦੇਖੋ ਉਸ ਵੇਲੇ ਹਾਂਜੀ ਸੋ ਬਲੱਡ ਪ੍ਰੈਸ਼ਰ ਅਪ ਐਂਡ ਡਾਊਨ ਹੁੰਦਾ ਰਹਿੰਦਾ ਪਰ ਕਈ ਲੋਕੀ ਹੈਗੇ ਆ ਪਏ ਉਹਨਾਂ ਹਰ ਵੇਲੇ ਖਿਝ ਆਉਂਦੀ ਰਹਿੰਦੀ ਆ ਤੇ ਉਹਨਾਂ ਬਲੱਡ ਪ੍ਰੈਸ਼ਰ ਅਪ ਰਹਿੰਦਾ ਟੈਨਸ਼ਨ ਰਹਿੰਦੀ ਉਹਨਾਂ ਨੂੰ ਇਹ ਕਹਿੰਦੇ ਹਾਈਪਰਟੈਂਸ਼ਨ ਇਹਦਾ ਨਾਮ ਐਕਚੁਅਲੀ ਬਲੱਡ ਪ੍ਰੈਸ਼ਰ ਦਾ ਹਾਈਪਰਟੈਂਸ਼ਨ ਹਾਂਜੀ ਯੈਸ ਰਾਈਟ ਸੋ ਹਾਈਪਰ ਦਾ ਮਤਲਬ ਹੋਇਆ ਵਧਿਆ ਆ ਟੈਨਸ਼ਨ ਤੁਹਾਨੂੰ ਪਤਾ ਹੀ ਆ ਇਹ ਇੱਕ ਗੱਲ ਪੰਜਾਬੀ 'ਚ ਕਹਿੰਦੇ ਹੁੰਦੇ ਜਿਹੜਾ ਬੰਦੇ ਦੀ ਆਦਤ ਬੜਾ ਸੜਿਆ ਜਾ ਰਹਿੰਦਾ ਉਹ ਕਹਿੰਦੇ ਤੇਰਾ ਖੂਨ ਸੜ ਜਾਂਦਾ ਤੂੰ ਸਾਰਾ ਦਿਨ ਸੜਿਆ ਰਹਿੰਦਾ ਇਹ ਗੱਲ ਹੈ ਹਾਂਜੀ ਉਹ ਬਿਮਾਰੀ ਸ਼ੁਰੂ ਹੋ ਜਾਂਦੀ ਉੱਥੋਂ ਸਹੀ ਗੱਲ ਹੈ ਵੈਸੇ ਦੈਟਸ ਰਾਈਟ ਯਾ ਖੁਸ਼ ਰਿਹਾ ਕਰੋ ਹਮੇਸ਼ਾ ਓਨੈਸਟਲੀ ਜਿਹੜੇ ਦੁੱਖ ਤੇ ਦੇਖੋ ਮੈਂ ਵੀ ਸੁਣ ਰਿਹਾ ਸੀ ਕਿਤੇ ਕੋਈ ਪ੍ਰੋਗਰਾਮ ਕਰ ਰਿਹਾ ਸੀ ਉਹ ਜ਼ਿੰਦਗੀ ਨਹੀਂ ਅਗਰ ਤੁਹਾਡੀ ਜ਼ਿੰਦਗੀ 'ਚ ਨਾ ਦੁੱਖ ਨਹੀਂ ਹੈਗਾ ਬਸ ਵਾਪਸ ਤੁਸੀਂ ਹਮੇਸ਼ਾ ਅਰਦਾਸ ਕਰਿਆ ਕਰੋ ਕਿ ਤੁਹਾਨੂੰ ਤਾਕਤ ਮਿਲੇ ਉਹਨੂੰ ਸਹਿਣ ਦੀ ਦੁੱਖ ਨੂੰ ਹਾਂਜੀ ਬਿਲਕੁਲ ਦੁੱਖ ਸਾਨੂੰ ਆਉਂਦੇ ਕਿਉਂ ਇਹ ਆਉਂਦੇ ਆ ਵੀ ਅਸੀਂ ਉਹ ਤੋਂ ਕੁਝ ਸਿੱਖ ਸਕੀਏ ਹਾਂਜੀ ਤੇ ਸਿੱਖ ਕੇ ਆਪਾਂ ਅੱਗੇ ਵਧੀਏ ਤੇ ਪਰ ਜੇ ਹੁਣ ਅਸੀਂ ਹਰ ਵੇਲੇ ਰੋਈ ਜਾਈਏ ਉਸ ਦੁੱਖ ਨੂੰ ਰੋਈ ਜਾਈਏ ਫਿਰ ਤਾਂ ਉੱਥੇ ਦੀ ਉੱਥੇ ਰਹਿ ਜਾਂਦੇ ਹਾਂ ਨਾ ਬਹੁਤ ਅੱਛੇ ਮੈਂ ਫਿਰ ਟੈਲੀਫੋਨ ਰਿਪੀਟ ਕਰਦਾ 0121 5511001 ਤੇ ਕਾਲ ਕਰਕੇ ਪਲੀਜ਼ ਤੁਸੀਂ ਜਿੱਦਾਂ ਵੀ ਗੱਲਬਾਤ ਕਰਨੀ ਕਰ ਸਕਦੇ ਹੋ ਸ਼ੋਅ ਦੇ ਵਿੱਚ ਔਰ ਸ਼ੋਅ ਤੋਂ ਬਾਅਦ ਵਿੱਚ ਔਰ ਮੈਂ ਦੂਜਾ ਜ਼ਰੂਰ ਚਾਹਾਂਗਾ ਆਪਣੇ ਜਿੱਥੇ ਵੀ ਸਾਨੂੰ ਦੁਨੀਆ 'ਚ ਦੇਖਿਆ ਜਾ ਰਿਹਾ ਪ੍ਰੋਗਰਾਮ ਇਹ ਵਾਪਸ ਸ਼ੁਰੂ ਹੋਇਆ ਥੋੜੀ ਡਿਮਾਂਡ ਦੇ ਨਾਲ ਪਲੀਜ਼ ਫੀਡਬੈਕ ਦੇਣਾ ਕਿ ਅਕਾਲ ਚੈਨਲ ਨੇ ਅੱਛਾ ਕੀਤਾ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਤੁਸੀਂ ਇੰਨਾ ਸਪੋਰਟ ਕਰਦੇ ਅਕਾਲ ਚੈਨਲ ਨੂੰ ਸਾਡਾ ਫਰਜ਼ ਬਣਦਾ ਰਿਟਰਨ ਤੁਹਾਡੇ ਲਈ ਕੁਝ ਲੈ ਕੇ ਆਏਗੇ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਚ ਸਕੇ ਕਿਸੇ ਦਾ ਇਲਾਜ ਹੋ ਸਕੇ ਦੁਆ ਮਿਲੇਗੀ ਉਹਦੇ ਨਾਲ ਕੋਈ ਵੱਡੀ ਚੀਜ਼ ਨਹੀਂ ਹੈ ਡਾਕਟਰ ਸਾਹਿਬ ਬੜੀ ਫਾਸਟ ਜਾ ਰਿਹਾ ਆਪਾਂ ਜਾਰੀ ਰੱਖਾਂਗੇ ਗੱਲਬਾਤ ਥੋੜੀ ਬ੍ਰੇਕ ਲੈਣੀ ਪਏਗੀ ਪਰ ਹੁਣ ਕਾਫੀ ਗੱਲਾਂ ਨੇ ਆਪਾਂ ਇੱਧਰ ਉੱਧਰ ਸਭ ਕਨੈਕਟਡ ਹੈ ਮਨ ਉਹਦੇ ਆਦਰ ਦੇਖਾ ਜਿੱਦਾਂ ਤੁਸੀਂ ਹੁਣ ਟੈਨਸ਼ਨ ਦੀ ਗੱਲ ਦੱਸੀ ਹੈ ਜਾਂ ਇਮੋਸ਼ਨ ਦੀ ਗੱਲ ਦੱਸੀ ਉਹਦੇ ਨਾਲ ਵੀ ਇਦਾਂ ਹੁੰਦਾ ਹੈ ਤੇ ਮੈਂ ਥੋੜਾ ਪੁੱਛ ਲੈਣਾ ਵੈਸੇ ਟਾਈਮ ਹੈ ਨਹੀਂ ਚਲੋ ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਤੇ ਬਲੱਡ ਪ੍ਰੈਸ਼ਰ ਵੀ ਬੜਾ ਇੰਪੋਰਟੈਂਟ ਹੈਗਾ ਆਪਾਂ ਬਾਅਦ ਚ ਗੱਲ ਕਰਦੇ ਹਾਂ ਪਲੀਜ਼ ਆਪਣਾ ਤੁਸੀਂ ਬਹੁਤੀ ਦੂਰ ਨਾ ਜਾਵੋ ਫਟਾਫਟ ਚਾਹ ਦਾ ਕੱਪ ਬਣਾ ਕੇ ਆਓ ਤੇ ਅਸੀਂ ਬ੍ਰੇਕ ਲੈ ਕੇ ਫਿਰ ਮੁਲਾਕਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਮੈਂ ਦੱਸਦਾ ਜਾਵਾਂ ਇਹ ਜਿਹੜੇ ਵੀ ਬਿਮਾਰੀਆਂ ਦੀ ਗੱਲ ਕਰਦੇ ਜੈਨੇਟਿਕ ਬਿਮਾਰੀਆਂ ਦੀ ਇਹਦੇ ਵਿੱਚ ਤੁਸੀਂ ਜੋ ਵੀ ਤੁਹਾਡੀ ਬਿਮਾਰੀ ਵਗੈਰਾ ਇਹ ਐਡਵਾਈਸ ਦਿੱਤੀ ਜਾਂਦੀ ਹੈ ਪਰ ਜੋ ਵੀ ਤੁਸੀਂ ਕਿਸੇ ਨਾਲ ਵੀ ਕਨੈਕਟ ਹੋਣਾ ਜਿੱਦਾਂ ਹੋਮਿਓਪੈਥੀ ਦੇ ਨਾਲ ਤੁਸੀਂ ਆਪਣੀ ਕੋਈ ਬਿਮਾਰੀ ਇਲਾਜ ਕਰਨਾ ਹੈ ਹਮੇਸ਼ਾ ਆਪਣੀ ਜੀਪੀ ਕੋਲੋਂ ਕੰਸਲਟ ਕਰਕੇ ਬਿਕੋਜ਼
ਪਤਾ ਨਹੀਂ ਕਿ ਤੁਸੀਂ ਪਹਿਲਾਂ ਕਿਹੜੀਆਂ ਦਵਾਈਆਂ ਪਹਿਲਾਂ ਖਾਂਦੇ ਹੋ, ਤੁਹਾਡੇ ਔਨਗੋਇੰਗ ਕਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਚੈੱਕ ਕਰਕੇ ਹਮੇਸ਼ਾ ਤੁਸੀਂ ਖਾਣੀਆਂ ਆਪਣਾ ਬਿਲਕੁਲ ਸੈਕਿੰਡ ਐਡਵਾਈਸ ਜੀਪੀ ਤੋਂ ਲੈ ਕੇ। ਜੀ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ, ਮੈਂ ਥੋੜਾ ਬਲੱਡ ਪ੍ਰੈਸ਼ਰ ਦੀ ਗੱਲ ਕਰਾਂ। ਇਹ ਵੀ ਮੈਨੂੰ ਹੁਣ ਜਦੋਂ ਮੈਂ ਦੱਸਿਆ ਕਿ ਮੈਨੂੰ ਸ਼ੋਅ ਕਰਦੇ ਕਾਫੀ ਸਾਲ ਕੀਤੇ ਨੇ, ਬੜੀ ਥੋੜਾ ਜਿਹੀ ਨੌਲੇਜ, ਪਰ ਉੱਥੇ ਤਾਂ ਮੈਂ ਪਹੁੰਚ ਨਹੀਂ ਸਕਦਾ। ਤੁਹਾਨੂੰ ਕਿੰਨੇ ਸਾਲ ਹੋ ਗਏ ਟੋਟਲ ਕਰਦੇ ਨੂੰ? ਹਾਂਜੀ, ਮੈਨੂੰ ਹੁਣ 40 ਸਾਲ ਹੋ ਗਏ ਐਜ਼ ਅ ਫਾਰਮਾਸਿਸਟ ਤੇ ਮੈਨੂੰ 35 ਸਾਲ ਹੋ ਗਏ ਐਜ਼ ਅ ਹੋਮਿਓਪੈਥਿਕ ਡਾਕਟਰ ਜੀ। ਭਾਜੀ ਮੈਂ ਪਹਿਲਾਂ ਦੱਸਿਆ ਤੁਹਾਡੀ ਦੀ ਉਮਰ ਤਾਂ ਲੱਗਦੀ ਨਹੀਂ ਹੈਗੀ, ਤੁਸੀਂ ਇਕੱਠੇ ਕਰਕੇ ਜੇ ਮੈਂ ਕੈਲਕੂਲੇਟ ਕਰਾਂ ਬੜਾ ਜ਼ਬਰਦਸਤ ਐਕਸਪੀਰੀਅੰਸ ਹੈ, ਬੜਾ ਸਾਲਾਂ ਦਾ, ਉਹ ਵੀ ਯੂਕੇ ਦੇ ਵਿੱਚ ਸਾਰਾ ਮੈਜੋਰਿਟੀ। ਹਾਂਜੀ, ਸਾਰਾ ਯੂਕੇ ਦੇ ਵਿੱਚ ਆ। ਤੇ ਮੈਂ ਉਹਦਾ ਬਾਹਰਲੇ ਮੁਲਕਾਂ 'ਚ ਵੀ ਜਾਂਦਾ ਰਿਹਾ ਲੈਕਚਰ ਕਰਨ ਤੇ ਪੜ੍ਹਾਉਣ ਵੀ ਸਟੂਡੈਂਟਾਂ ਨੂੰ ਜਾਂਦਾ ਰਿਹਾ ਜੀ। ਹਾਂਜੀ ਡਾਕਟਰ ਸਾਹਿਬ, ਹੁੰਦਾ ਥੋੜੀ ਬਹੁਤੀ ਗੱਲਾਂ ਜਿਹੜੀਆਂ ਆਮ ਮੈਨੂੰ ਸੁਣਨ ਚ ਆਉਂਦੀਆਂ ਨੇ, ਪਤਾ ਲੱਗਦਾ ਹੈ ਕਿ ਨੌਲੇਜ ਹੁੰਦੀ ਹੈ। ਹੁਣ ਜਿਹੜਾ ਬਲੱਡ ਪ੍ਰੈਸ਼ਰ ਜਿਹੜਾ ਇੱਕ ਹੈਗਾ ਆ, ਮੈਂ ਤੁਹਾਨੂੰ ਸਵਾਲ ਪੁੱਛਦਾ, ਤੁਸੀਂ ਦੱਸੋ ਮੈਂ ਸਹੀ ਹੈਗਾ ਕਿ ਨਹੀਂ ਹੈਗਾ। ਅਸੀਂ ਜਾਣਾ ਕਿਤੇ ਤੁਹਾਡੀ ਅਪਾਇੰਟਮੈਂਟ ਡਾਕਟਰ ਦੀ, ਜੀਪੀ ਦੇ ਜਾਂਦੇ ਹੋ, ਤੁਹਾਨੂੰ 100 ਕੰਮ ਹੁੰਦੇ ਨੇ, ਕਾਰ ਤੁਹਾਡੀ ਲੜਾਈ ਹੋਈ, ਤੁਸੀਂ ਕਾਰ 'ਚ ਬੈਠੇ, ਉੱਥੇ ਤੁਹਾਡੀ ਆਰਗੂਮੈਂਟ ਹੋ ਗਈ ਤੇ ਤੁਸੀਂ ਫਟਾਫਟ ਕੋਸ਼ਿਸ਼ ਕਰਦੇ ਮੈਂ ਲੇਟ ਹੀ ਨਹੀਂ ਹੁੰਦਾ, ਉੱਥੇ ਉਹਦੇ ਜੀਪੀ ਤੇ ਜਾ ਕੇ ਤੁਹਾਡੀ ਲੱਕੀਲੀ ਟਰਨ ਉਦੋਂ ਹੀ ਆ ਗਈ, ਤੁਸੀਂ ਇੱਕਦਮ ਉਹ ਗਏ ਪੱਕੇ ਹੋਏ, ਉਹਦੇ ਉਦੋਂ ਤੁਹਾਡੀ ਰੀਡਿੰਗ ਲਿੱਤੀ ਜਾਂਦੀ ਹੈ, ਪਰ ਦੈਟਸ ਨੋਟ ਦ ਰਾਈਟ ਰੀਡਿੰਗ। ਨਹੀਂ, ਉਹ ਬਿਲਕੁਲ ਗਲਤ ਰੀਡਿੰਗ ਹੈ ਜੀ। ਤੇ ਇਦਾਂ ਬਹੁਤ ਸਾਰੇ ਨਾਲ ਹੁੰਦੀ ਹੈ ਜਦੋਂ ਬਹੁਤ ਬਿਲਕੁਲ ਹੁੰਦੀ ਹੈ ਜੀ। ਜਦੋਂ ਜੀਪੀ ਦੇ ਜਾਂਦੇ ਆ ਉਹਨਾਂ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ, ਉਹਲੇ ਗੋਲੀਆਂ ਤੇ ਲਾ ਦਿੰਦੇ ਆ ਤੇ ਉਹ ਗੋਲੀਆਂ ਦੀ ਐਕਚੁਅਲੀ ਉਹ ਸਾਈਡ ਇਫੈਕਟ ਹੋ ਜਾਂਦੇ ਆ। ਤੇ ਫਿਰ ਉਹ ਕਹਿੰਦੇ ਦੁਬਾਰਾ ਚੈੱਕ ਕਰਾਉਣ ਜਾਂਦੇ ਆ, ਉਹ ਫਿਰ ਥੋੜਾ ਜਿਹਾ ਹਾਈ ਆਉਂਦਾ, ਫਿਰ ਹੋਰ ਦਵਾਈ ਨਾਲ ਜੋੜ ਦਿੰਦੇ ਆ ਐਕਸਟਰਾ। ਹਾਂਜੀ, ਸੋ ਇਹ ਸਿਚੁਏਸ਼ਨ ਚੱਲਦਾ ਰਹਿੰਦਾ ਹੈ। ਪਰ ਅਸੀਂ ਇਹ ਦੇਖਿਆ ਕਿ ਜਦੋਂ ਅਸੀਂ ਬਲੱਡ ਪ੍ਰੈਸ਼ਰ ਕਿਟ ਦੇ ਦੇਦੀ ਹੈ ਪੇਸ਼ੈਂਟ ਨੂੰ, ਫਿਰ ਤੁਸੀਂ ਘਰ ਚੈੱਕ ਕਰੋ ਜਦੋਂ ਰਿਲੈਕਸ ਹੁੰਦੇ ਆ, ਸ਼ਾਮ ਨੂੰ ਟੀਵੀ ਦੇਖਦੇ ਆ ਬੈਠੇ, ਜਦੋਂ ਚੈੱਕ ਉਹ ਬਹੁਤ ਫਰਕ ਹੁੰਦਾ ਹੈ ਬਲੱਡ ਪ੍ਰੈਸ਼ਰ ਵਿੱਚ। ਹਾਂਜੀ, ਬਹੁਤ ਘੱਟ ਹੁੰਦਾ ਉਸ ਵੇਲੇ ਬਲੱਡ ਪ੍ਰੈਸ਼ਰ। ਮੈਂ ਨਾ ਤੁਹਾਡੇ ਨਾਲ ਦੀ ਨਾਲ ਗੱਲਾਂ ਪੁੱਛਦਾ, ਇਹ ਬੈਠ ਕੇ ਬਲੱਡ ਪ੍ਰੈਸ਼ਰ ਠੀਕ ਲੈਂਦਾ ਕਿ ਲੰਮੇ ਪੈ ਕੇ ਹੋਣਾ ਚਾਹੀਦਾ, ਉਹਦੇ ਵਿੱਚ ਫਰਕ ਹੁੰਦਾ ਰੀਡਿੰਗ ਦਾ? ਹਾਂਜੀ, ਇਹ ਬੈਠ ਕੇ ਲੈਣਾ ਚਾਹੀਦਾ ਹੈ ਤੇ ਤੁਹਾਡੀ ਬਾਂਹ ਜਿਹੜੀ ਆ, ਜਿੱਦਾਂ ਮੈਂ ਚੇਅਰ ਤੇ ਰੱਖੀ ਆ, ਰੈਸਟ ਕਰਕੇ, ਹਾਂ ਰੈਸਟ ਇਦਾਂ ਹੋਣੀ ਚਾਹੀਦੀ, ਟੇਬਲ ਤੇ ਰੱਖੀ ਜਾਂ ਚੇਅਰ ਤੇ ਇਦਾਂ ਰੱਖੀ ਹੋਣੀ ਚਾਹੀਦੀ ਆ। ਹਾਂਜੀ ਭਾਜੀ, ਇਹ ਤੇ ਬੜੀ ਹੁਣ ਦੇਖੋ, ਮੈਂ ਇੱਕ ਦੋ ਗੱਲਾਂ ਨੇ, ਅਸੀਂ ਤੁਹਾਨੂੰ ਇਲਾਜ ਦੱਸੇ ਨਾ ਦੱਸੀਏ, ਤੁਸੀਂ ਗੱਲਾਂ ਸੁਣੋ ਪਲੀਜ਼। ਇੱਦਾਂ ਦਾ ਪ੍ਰੋਗਰਾਮ ਮੈਂ ਹਮੇਸ਼ਾ ਰਿਕੁਐਸਟ ਕਰਾਂਗਾ, ਇਹ ਬੜਾ ਫਾਇਦੇਮੰਦ। ਮੈਂ ਥੋੜਾ ਕਾਲ ਲੈ ਲਈ ਮੇਰੀ ਗੱਲ ਪਿੱਛੇ, ਬਾਅਦ ਜੇ ਮੈਨੂੰ ਯਾਦ ਰਿਹਾ ਤਾਂ ਮੈਂ ਕੰਟੀਨਿਊ ਕਰ ਰੱਖਾਂਗਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਜੀ ਤੁਹਾਡਾ ਸਵਾਗਤ ਕਰਦੇ ਹਾਂ। ਕੌਣ ਬੋਲਦੇ, ਕਿੱਥੋਂ ਬੋਲ ਰਹੇ ਹੋ? ਅਸੀਂ ਜੀ ਬੈਡਫੋਰਡ ਤੋਂ ਬੋਲਦੇ ਹਾਂ। ਬਹੁਤ ਤੁਹਾਡਾ ਸ਼ੁਕਰਾਨਾ ਕੀਤਾ ਹੈ, ਤੁਸੀਂ ਕਾਲ ਕੀਤਾ ਹੈ। ਡਾਕਟਰ ਸਾਹਿਬ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੇਰੇ ਡਾਕਟਰ ਸਾਹਿਬ ਬਾਹਾਂ ਤੇ ਜਿੱਦਾਂ ਮੋਰਾਂ ਤੋਂ ਜਿੱਦਾਂ ਸ਼ੋਲਡਰ ਬਹੁਤ ਦੁਖਦੇ ਆ। ਮੇਰੇ ਤੋਂ ਏਦਾਂ ਚੱਕ ਕੇ ਨਾ ਸਿਰ ਬਾਹਰ ਹੁੰਦਾ ਆ ਤੇ ਨਾ ਮੇਰੇ ਕੋਲੋਂ ਕੋਈ ਚੀਜ਼ ਚੱਕ ਹੁੰਦੀ ਹੈ, ਨਾ ਮੇਰੇ ਤੋਂ ਰਾਤ ਨੂੰ ਰਜਾਈ ਲੈ ਹੁੰਦੀ ਹੈ ਉੱਤੇ ਚੱਕ ਕੇ, ਜਿੱਥੇ ਬਾਹਾਂ ਪਈਆਂ ਉੱਥੇ ਚੱਕ ਕੇ ਪਰੇ ਨੂੰ ਕਰਨੀ ਪੈਂਦੀ ਆ। ਹੋਰ ਕੁਝ ਪੁੱਛਣਾ ਕਿ ਪੰਜੀ? ਹਾਂਜੀ, ਹੋਰ ਵੀ ਪੁੱਛਣਾ ਵਾ ਇਹ ਤੇ ਇਹ ਪੁੱਛਣਾ, ਤੇ ਇੱਕ ਮੇਰੇ ਰੇਸ਼ਾ ਨਹੀਂ ਹਟਦੀ ਗਲੇ ਚੋਂ, ਜਿੱਦਾਂ ਕਾਲੀ ਜਿਹੀ ਰੇਸ਼ਾ ਹੁੰਦੀ ਹੈ, ਜਿੱਦਾਂ ਗੁੱਛਾ ਜਿਹਾ ਵੱਜ ਕੇ ਕਾਲੀ ਰੇਸ਼ਾ ਨਾ, ਇਹ ਹੁੰਦੀ ਹੈ ਏਦਾਂ। ਪੰਜੀ, ਤੁਸੀਂ ਕੋਈ ਸਵਾਲ ਪੁੱਛਣਾ ਹੋਰ ਚਾਹੁੰਦੇ ਹੋ ਬਿਫੋਰ ਆਨਸਰ ਦੇਣ ਤੋਂ? ਹਾਂਜੀ ਹਾਂਜੀ, ਇਹ ਜਿਹੜੇ ਤੁਹਾਡੇ ਜੇ ਦਰਦ ਪੈਂਦੇ ਜੀ ਜੋੜਾਂ 'ਚ ਆ ਜਾਂ ਕਿ ਮਸਲ ਇਹ ਵਿੱਚ? ਮੇਰੇ ਜਿੱਦਾਂ ਨਾ ਮੋਰ ਸਾਰੇ ਹੀ ਜਿੱਦਾਂ ਜਿਹੜੇ ਤੋਂ ਮੋਢਿਆਂ ਦੀਆਂ ਹੱਡੀਆਂ ਜਿਹੜੀਆਂ ਉੱਤੋਂ ਨਾ, ਇਹ ਜਿੱਦਾਂ ਪਿੱਛੇ ਧੌਣ ਤੱਕ ਸਾਰੇ ਆਹ ਤਾਂ ਜਿੱਦਾਂ ਕੂਣੀਆਂ ਤੱਕ ਜ਼ਿਆਦੀ ਆ, ਤੇ ਜਦੋਂ ਕੂਣੀਆਂ ਤੋਂ ਥੱਲੇ ਥੋੜੀ ਘੱਟ ਆ, ਰਾਤ ਨੂੰ ਇੱਥੇ ਵੀ ਜ਼ਿਆਦੀ ਹੋ ਜਾਂਦੀ ਆ। ਹਾਂਜੀ, ਤੇ ਮੌਸਮ ਦਾ ਕੋਈ ਫਰਕ ਪੈਂਦਾ ਹੈ ਜੀ? ਹਾਂਜੀ, ਜਦੋਂ ਮੌਸਮ ਬਦਲਦਾ ਉਹਦਾ ਕੋਈ ਫਰਕ ਪੈਂਦਾ? ਕੁਛ ਨਹੀਂ, ਮੈਨੂੰ ਤਾਂ 7-8 ਮਹੀਨੇ ਹੋ ਗਏ ਆ, ਜ਼ਿਆਦਾ ਹੀ ਹੋ ਗਏ ਮੈਨੂੰ 9 ਮਹੀਨੇ, ਮੈਂ ਤਾਂ ਬਹੁਤ ਦੁਖੀ ਆ। ਹਾਂਜੀ ਹਾਂਜੀ, ਕੰਮ ਵੀ ਮੈਂ ਇਸੇ ਕਰਕੇ ਛੱਡਿਆ ਸੀਗਾ, ਮੇਰੇ ਤੋਂ ਕੰਮ ਹੁੰਦਾ ਨਹੀਂ ਸੀ ਉੱਥੇ। ਤੇ ਇੱਕ ਮੇਰੇ ਨਾ ਜਿਹੜੇ ਹੱਥ ਆ ਉਹਦੇ ਉੱਤੇ ਜਿਹੜੀ ਸਕਿਨ ਆ ਉਹ ਸਾਰੀ ਹੋਰ ਤਰ੍ਹਾਂ ਹੋਈ ਜਾਂਦੀ ਆ, ਜਿੱਦਾਂ ਗੁੱਛੂ ਮੁੱਛੂ ਜੇ ਉੱਤੇ ਛੱਡੀ ਜਾਂਦੀ ਸਕਿਨ, ਜਿੱਦਾਂ ਅੱਧੀਆਂ ਬਾਹਾਂ ਦੀ ਤੇ ਹੱਥ ਜਿਹੜੇ ਆ। ਸੋਜ ਵੀ ਪੈਂਦੀ ਹੈ ਜੀ? ਸੋਜ ਨਹੀਂ ਪੈਂਦੀ, ਉਦਾਂ ਜਿਹੜੀ ਸਕਿਨ ਆ ਉਹ ਏਦਾਂ ਹੋਈ ਜਾਂਦੀ ਜਿੱਦਾਂ ਉੱਤੋਂ ਬਿਲਕੁਲ ਹੀ ਜਿੱਦਾਂ ਸਿਆਣੇ ਬੰਦਿਆਂ ਦੀ ਹੁੰਦੀ ਏਦਾਂ। ਪੰਜੀ, ਥੈਂਕ ਯੂ ਤੁਹਾਡਾ ਕਾਲ ਕਰਨ ਦਾ। ਤੁਸੀਂ ਮੋਟੀ ਗੱਲ ਦੱਸੀ, ਡਾਕਟਰ ਸਾਹਿਬ ਥੋੜਾ ਬਹੁਤਾ ਜਵਾਬ ਦੇਣਗੇ। ਟੈਲੀਫੋਨ ਰੱਖ ਕੇ ਤੁਸੀਂ ਟੀਵੀ ਦੇਖੋ। ਔਰ ਬਹੁਤ ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਥੈਂਕ ਯੂ ਜੀ। ਬਸ ਇਸੇ ਤਰ੍ਹਾਂ ਤੁਸੀਂ ਕਾਲ ਕਰਦੇ ਰਹੋ। ਬਹੁਤ ਅੱਛਾ ਲੱਗਦਾ ਜਦੋਂ ਡਾਕਟਰ ਨੂੰ ਕਾਲ ਆਉਂਦੇ ਨੇ, ਕੁਛ ਨਾ ਕੁਛ ਇਸ ਦਾ ਭਲਾ ਹੋਵੇ। ਤੁਸੀਂ ਲਾਈਨਾਂ ਬਿਜ਼ੀ ਨੇ, ਪਲੀਜ਼ ਕਾਲ ਕਰੋ, ਅਸੀਂ ਪਹਿਲਾਂ ਡਾਕਟਰ ਸਾਹਿਬ ਜਵਾਬ ਦੇਣਗੇ। ਹਾਂਜੀ ਡਾਕਟਰ ਜੀ। ਹਾਂਜੀ, ਸੋ ਇਸ ਮਰੀਜ਼ ਦੇ ਰੇਸ਼ਾ ਬਣ ਰਹੀ ਆ
ਤੇ ਇਹਦਾ ਮਤਲਬ ਇਹਨਾਂ ਦਾ ਥੋੜ੍ਹਾ ਜਿਹਾ ਬਾਈ ਦਾ ਸੁਭਾਅ ਹੈਗਾ ਆ। ਤੇ ਇਹ ਕੋਈ ਨਾ ਕੋਈ ਆਈਟਮ ਜਿਹੜਾ ਖੁਰਾਕ ਵਿੱਚ ਖਾਂਦੇ ਆ ਤੇ ਉਹ ਇਹਨਾਂ ਨੂੰ ਬਾਈ ਕਰ ਰਹੀ ਆ, ਉਹਦੇ ਨਾਲ ਰੇਸ਼ਾ ਬਣ ਰਹੀ ਆ ਤੇ ਥੋੜ੍ਹੀ ਜਿਹੀ ਇਹਨਾਂ ਦੇ ਇਨਫਲੇਮੇਸ਼ਨ ਸੋਜਿਸ਼ ਵੀ ਹੈਗੀ ਆ ਅੰਦਰੋਂ। ਤੇ ਇਸ ਕਰਕੇ ਇਹਨਾਂ ਦੀਆਂ ਬਾਹਾਂ ਜਿਹੜੀਆਂ ਉਹਨਾਂ 'ਚ ਦਰਦ ਪੈਂਦੇ ਆ। ਸੋ ਇਹਨਾਂ ਨੂੰ ਕਾਫੀ ਹੋਰ ਕੁਐਸਚਨ ਪੁੱਛਣ ਵੀ ਪੈਣਗੇ ਤੇ ਉਹਦੇ ਨਾਲ ਅਸੀਂ ਦਵਾਈ ਬਣਾ ਸਕਦੇ ਹਾਂ ਜਿਹੜੀ ਐਨ ਸੂਟ ਕਰੂਗੀ ਇਹਨਾਂ ਨੂੰ। ਬਿਲਕੁਲ, ਮੈਂ ਉਹੀ ਕਹਿਣਾ ਕਿ ਜਦੋਂ ਫੋਨ ਨੰਬਰ ਦਿੱਤਾ ਜਾਏਗਾ ਤੁਹਾਨੂੰ, ਤੇ ਇਸੇ ਤਰ੍ਹਾਂ ਤੁਸੀਂ ਫੋਨ ਕਰ ਦੇਣਾ 0121551101। ਬਹੁਤ ਬਹੁਤ ਅੱਛਾ ਲੱਗਦਾ। ਦੇਖੋ ਪਹਿਲਾ ਸ਼ੋਅ ਹਾਲੇ ਲੋਕਾਂ ਨੂੰ ਪਤਾ ਨਹੀਂ ਕਿ ਅਕਾਲ ਚੈਨਲ ਵਾਪਸ ਸ਼ੋਅ ਲੈ ਕੇ ਆਈ ਹੈ, ਥੋੜੀ ਡਿਮਾਂਡ ਤੇ ਲੈ ਕੇ ਆਈ ਹੈ। ਪਲੀਜ਼ ਤੁਸੀਂ ਇਹ ਪ੍ਰੋਗਰਾਮ ਐਵਰੀ ਟਿਊਜ਼ਡੇ 11 ਤੋਂ 12 ਦੇਖਿਆ ਕਰੋ। ਬੜਾ ਅੱਛਾ ਸ਼ੋਅ, ਬੜਾ ਐਜੂਕੇਸ਼ਨਲ, ਬੜਾ ਇਨਫੋਰਮੇਟਿਵ। ਅਗਰ ਕਿਸੇ ਦਾ ਭਲਾ ਹੋਏਗਾ ਤੇ ਬਹੁਤ ਅੱਛਾ ਲੱਗੇਗਾ। ਇੱਕ ਕਾਲ ਹੋ ਲੈ ਲਿਆ ਡਾਕਟਰ ਸਾਹਿਬ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਈ ਜੀ ਸਵਾਗਤ ਕਰਦੇ ਹਾਂ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਹੇਜ ਤੋਂ ਬੋਲ ਰਹੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਡਾਕਟਰ ਸਾਹਿਬ ਨੂੰ ਕੁਝ ਪੁੱਛਣਾ ਚਾਹੁੰਦੀ। ਬਿਲਕੁਲ ਬੋਲੋ, ਸੁਣ ਰਹੇ ਨੇ, ਤੁਹਾਨੂੰ ਜਵਾਬ ਦੇਣਗੇ ਜੀ। ਪੁੱਛੋ। ਹਾਂਜੀ। ਅੱਛਾ ਜੀ, ਮੈਂ ਪੁੱਛਣਾ ਸੀ ਮੇਰੇ ਹਸਬੰਦ ਨੂੰ ਖੰਘ ਆ, ਖੰਘ ਨਹੀਂ ਹੈ, ਜਿੱਦਾਂ ਰੇਸ਼ਾ ਹੈ, ਹਰ ਇੱਕ ਚੀਜ਼ ਦੀ ਰੇਸ਼ਾ ਹੀ ਬਣੀ ਜਾਂਦੀ ਹੈ, ਉਹ ਠੀਕ ਨਹੀਂ ਹੋ ਰਹੀ, ਕਿਸੇ ਚੀਜ਼ ਤੋਂ ਆਰਾਮ ਨਹੀਂ ਆ ਰਿਹਾ ਉਹਨਾਂ ਨੂੰ। ਹਾਂਜੀ, ਇਹ ਰੇਸ਼ਾ ਜੀ ਛਾਤੀ 'ਚੋਂ ਆਉਂਦੀ ਆ ਜਾਂ ਕਿ ਨਕਰਾ ਆਉਂਦੀ ਜੀ? ਹੁਣ ਤਾਂ ਛਾਤੀ 'ਚ ਵੀ ਏਦਾਂ ਚੱਲ ਗਈ ਆ, ਓਦਾਂ ਜਿੱਦਾਂ ਗਲੇ 'ਚ ਨਹੀਂ ਡਿੱਗਦੀ ਆ, ਤੇ ਨੱਕ ਰਾਹ ਜ਼ਿਆਦੀ ਆਉਂਦੀ ਆ, ਓਦਾਂ ਮੂੰਹ ਰਾਹ ਵੀ ਆਉਂਦੀ ਹੈ ਜ਼ਿਆਦੀ, ਮੂੰਹ ਰਾਹ ਜ਼ਿਆਦੀ ਆਉਂਦੀ, ਜਿੱਦਾਂ ਜਿੰਨਾ ਚਿਰ ਸੰਗ ਨੂੰ ਚੁੰਬੜੀ ਰਹਿੰਦੀ ਆ, ਉਹ ਫਿਰ ਉਹਨਾਂ ਚਿਰ ਖੰਘੀ ਜਾਂਦੇ ਕਿਸੇ ਚੀਜ਼ ਤੋਂ ਆਰਾਮ ਨਹੀਂ ਆ ਰਿਹਾ। ਹਾਂਜੀ, ਠੀਕ ਹੈ ਜੀ। ਥੈਂਕ ਯੂ ਭੈਣ ਜੀ ਤੁਹਾਡਾ ਕਾਲ ਕਰਨ ਦਾ। ਥੈਂਕ ਯੂ ਬਹੁਤ। ਮੈਂ ਹਮੇਸ਼ਾ ਹਰ ਇੱਕ ਨੂੰ ਕਹਿੰਦਾ ਹੁਣ ਤੁਸੀਂ ਫੋਨ ਰੱਖ ਕੇ ਟੈਲੀਫੋਨ ਦੇਖੋ, ਔਰ ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ। ਤੇ ਹੁਣ ਇਨ ਦਾ ਮੀਨ ਟਾਈਮ ਤੁਹਾਨੂੰ ਥੋੜਾ ਬਹੁਤਾ ਜੋ ਉਹ ਨਾ ਚ ਜਵਾਬ ਦੇਣਗੇ ਤੁਸੀਂ ਸੁਣਨਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ ਡਾਕਟਰ ਜੀ। ਹਾਂਜੀ, ਸੋ ਇਹਨਾਂ ਦੀ ਰੇਸ਼ਾ ਬਹੁਤ ਬਣ ਰਹੀ ਆ। ਇਹਨਾਂ ਦੀ ਡਾਈਟ ਵਿੱਚ ਕੋਈ ਨਾ ਕੋਈ ਚੀਜ਼ ਡੈਫੀਨਿਟਲੀ ਹੈਗੀ ਆ ਜਿਹਦੇ ਨਾਲ ਇਹਨਾਂ ਦੀ ਰੇਸ਼ਾ ਜ਼ਿਆਦਾ ਬਣ ਰਹੀ ਆ। ਤੋ ਇਹਦਾ ਇਲਾਜ ਬਹੁਤ ਸੌਖਾ ਹੈ ਕਰਨਾ, ਤੇ ਥੋੜਾ ਜਿਹਾ ਇਹਨਾਂ ਨੂੰ ਪਰਹੇਜ਼ ਕਰਨਾ ਪਏਗਾ। ਮੈਂ ਦੱਸੂਗਾ ਵੀ ਕਿਹੜੀ ਆਈਟਮ ਤੁਸੀਂ ਛੱਡਣੀ ਆ, ਤੇ ਨਾਲ ਸਾਡੇ ਕੋਲ ਬਹੁਤ ਵਧੀਆ ਦਵਾਈਆਂ ਆ ਜਿਹੜੀਆਂ ਰੇਸ਼ਾ ਨੂੰ ਬਿਲਕੁਲ ਹਟਾ ਦੇਣਗੀਆਂ। ਅੱਛਾ, ਹਾਂਜੀ, ਦੈਟਸ ਨਾਈਸ। ਭਾਜੀ ਇੱਕ ਗੱਲ, ਪਲੀਜ਼ ਪ੍ਰੋਗਰਾਮ ਦੇਖਦੇ ਰਹੋ, ਬਹੁਤ ਇੰਟਰਸਟਿੰਗ। ਭਾਜੀ ਜਿੱਦਾਂ ਦੱਸਦੇ ਨੇ ਹਰ ਚੀਜ਼ ਜਦੋਂ ਸ਼ੁਰੂਆਤ ਵਿੱਚ ਪਕੜੀ ਜਾਵੇ ਤੇ ਇਲਾਜ ਛੇਤੀ ਹੋ ਸਕਦਾ ਹੈ। ਬਿਲਕੁਲ ਜੀ, ਹੈ ਬਿਲਕੁਲ। ਦੇਰ ਕਰਨ ਨਾਲ ਤੇ ਕੁਝ ਫਿਰ ਹਾਂਜੀ ਹਾਂਜੀ। ਹੁਣ 50 ਹਾਂ, ਸਾਡੇ ਕੋਲ ਕਈ ਮਰੀਜ਼ ਆਉਂਦੇ ਆ ਤੇ ਉਹਨਾਂ ਦੀ 20 ਸਾਲ ਦੀ ਬਿਮਾਰੀ ਹੁੰਦੀ ਹੈ, ਹਾਂਜੀ, ਚੱਲਦੀ, ਤੇ ਉਹ ਫਿਰ ਕਈ ਵਾਰੀ ਕੋਈ ਚਾਹੁੰਦੇ ਆ ਪਰ ਅਸੀਂ 2-3 ਹਫ਼ਤਿਆਂ 'ਚ ਠੀਕ ਹੋ ਜਾਈਏ। ਹਾਂਜੀ, ਤਾਂ ਇਹ ਇੰਪੋਸੀਬਲ ਹੈ। ਹਾਂਜੀ, ਇਹ 2-3 ਹਫ਼ਤੇ, ਉਹ ਲੰਬਾ ਟਾਈਮ ਲੱਗ ਜਾਂਦਾ। ਡਾਕਟਰ ਸਾਹਿਬ ਦੋ ਤਰ੍ਹਾਂ ਦੇ ਇਨਸਾਨ ਨੇ, ਇੱਕ ਹੈਗੇ ਬੜਾ ਮੇਰੇ ਵਰਗਾ ਥੋੜਾ ਛਿੱਕ ਮਾਰ ਜੇ ਡਾਕਟਰ ਪਾਸ ਦੌੜਿਆ ਜਾਂਦਾ। ਕਈ ਲੋਕ ਤੁਸੀਂ ਦੱਸਦੇ ਹੋ 5 ਸਾਲ 10 ਸਾਲ ਬੈਠੇ ਰਹਿੰਦੇ ਨੇ, ਜਾਵਾਂਗੇ ਕਹਿੰਦੇ ਟਾਈਮ ਨਹੀਂ ਹੈ। ਹਾਂਜੀ, ਜੇ ਆਪਣੀ ਸਿਹਤ ਲਈ ਟਾਈਮ ਨਹੀਂ ਤੇ ਪਤਾ ਨਹੀਂ ਫਿਰ ਅਸੀਂ ਦੁਨੀਆ 'ਚ ਕੀ ਕਰਾਂਗੇ। ਹੈ ਹਾਂਜੀ ਭਾਜੀ, ਇਹ ਸਾਡੇ ਲਈ ਵੀ ਪਾਲ ਜੀ ਇਹ ਸਿੰਪਟਮ ਬਣ ਜਾਂਦਾ ਹੈ ਹੋਮਿਓਪੈਥੀ 'ਚ ਇੱਕ। ਹਾਂਜੀ, ਕਿਉਂਕਿ ਅਸੀਂ ਇਹ ਦੇਖੀਦਾ ਪਰਸਨੈਲਿਟੀ ਟਾਈਪ ਕਿਦਾਂ ਦੀ ਹੈ, ਉਹਦੇ ਤੇ ਵੀ ਅਸੀਂ ਦਵਾਈ ਦੇਈਦੀ ਆ। ਸੋ ਜਿਹੜਾ ਅਲਗਰਜੀ ਕਰਦਾ ਆ, ਬਹੁਤ ਨਹੀਂ ਕਰਦਾ ਹੈ ਨਾ ਆਪਣੀ ਸਿਹਤ ਬਾਰੇ, ਉਹ ਵੀ ਇੱਕ ਸਿੰਪਟਮ ਆ ਸਾਡੇ ਲਈ। ਉਸ ਤਰੀਕੇ ਨਾਲ ਅਸੀਂ ਸਿਲੈਕਟ ਦਵਾਈ ਕਰ ਸਕਦੇ ਹਾਂ। ਹਮੇਸ਼ਾ ਮੈਂ ਜ਼ਿਕਰ ਕਰਦਾ ਹੁੰਦਾ, ਅਸੀਂ ਜੀਪੀ ਦੀ ਲਾਈਫ ਬਹੁਤ ਆਸਾਨ ਕਰ ਦਿੰਦੇ ਆ। ਮੈਂ ਬਹੁਤ ਤੇ ਆਪਣੇ ਭੈਣਾਂ ਨਾਲ ਬਜ਼ੁਰਗਾਂ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ, ਤੇ ਉਹਦੇ ਨਾਲ ਉਹਨਾਂ ਨੇ ਕੁਝ ਖਾਧਾ ਤੇ ਉਹਨਾਂ ਨੂੰ ਕੁਝ ਏਦਾਂ ਪੇਟ ਦਰਦ ਹੋ ਗਿਆ, ਪੇਨ ਸ਼ੁਰੂ ਹੋ ਗਈ, ਤੇ ਡਾਕਟਰ ਪਾਸ ਜਾਂਦੇ ਨੇ ਤੇ ਡਾਕਟਰ ਨੇ ਹਲੇ ਪੁੱਛੇ ਨਹੀਂ, ਉਹ ਆਪ ਦੱਸ ਦਿੰਦੇ ਨੇ ਡਾਕਟਰ ਜੀ ਮੈਂ ਰਾਤੇ ਕਾਲੇ ਛੋਲੇ ਮੈਂ ਪਹਿਲਾਂ ਕਦੀ ਨਹੀਂ ਸੀ ਖਾਦੇ ਤੇ ਮੇਰਾ ਉਹਨੂੰ ਤਾਂ ਪਤਾ ਲੱਗ ਗਿਆ, ਉਹਨੇ ਛੋਲਿਆਂ ਦੀ ਦਵਾਈ ਦੇ ਦੇ। ਜਾਂ ਤਾਂ ਤੁਸੀਂ ਉਹਨੂੰ ਸਿੱਧੀ ਗੱਲ ਕਹੋ ਕਿ ਮੈਨੂੰ ਇਹ ਬਿਮਾਰੀ ਕਿਉਂ ਹੋਈ ਹੈ, ਉਹਨੂੰ ਪੁੱਛਦੇ ਕਿ ਤੁਸੀਂ ਛੋਲੇ ਖਾਦੇ ਨਹੀਂ ਕਿ ਕੀ ਖਾਦਾ ਹੈਗਾ। ਹਾਂਜੀ ਹਾਂਜੀ, ਹੈ ਨਾ, ਸਹੀ ਗੱਲ ਹੈ ਨਾ। ਸਹੀ ਗੱਲ ਹੈ। ਪਰ ਡਾਕਟਰ ਹੋਰ ਨੂੰ ਤੁਸੀਂ ਦੱਸੋ, ਜਦੋਂ ਕੋਈ ਬੰਦਾ ਜਿਹਦਾ ਡਾਈਟ ਦੀ ਗੱਲ ਕਰਦੇ ਆ, ਜਿੱਦਾਂ ਤੁਸੀਂ ਕਹਿੰਦੇ ਕੋਈ ਚੀਜ਼ ਦੇ ਨਾਲ ਉਹਨਾਂ ਨੂੰ ਐਲਰਜੀ ਹੋ ਜਾਂਦੀ ਹੈ, ਇਹ ਤੇ ਇਨਸਾਨ ਇੱਕ ਚੀਜ਼ ਖਾ ਕੇ ਸਟਾਪ ਕਰਕੇ ਪਤਾ ਕਰ ਸਕਦਾ ਕਿ ਮੈਨੂੰ ਇਹ ਸੂਟ ਨਹੀਂ ਕਰਦੀ, ਫਿਰ ਉਹਦੇ ਤੇ ਤੁਹਾਡੇ ਵਰਗੇ ਬੰਦਿਆਂ ਨੂੰ ਮਿਲ ਕੇ ਕਨਫਰਮ ਕਰ ਸਕਦੇ ਨੇ ਕਿ ਹਾਂ ਤੈਨੂੰ ਇਹਦੇ ਨਾਲ ਐਲਰਜੀ ਹੁੰਦੀ ਹੈ। ਹਾਂਜੀ, ਇਦਾਂ ਕਰਾਈ ਦੀ ਅਸੀਂ ਐਲੀਮੀਨੇਸ਼ਨ ਡਾਈਟ ਕਰਾਈ ਦੀ ਆ। ਤੁਸੀਂ ਇਹ ਚੀਜ਼ਾਂ ਛੱਡ ਦੇਣੀਆਂ 2 ਹਫ਼ਤੇ 2-3 ਹਫ਼ਤੇ, ਤੇ ਫਿਰ ਤੁਸੀਂ ਇੱਕ ਚੀਜ਼ ਉਹ ਵਾਪਸ ਰੀਇੰਟਰੋਡਿਊਸ ਕਰਨੀ ਆ, ਦੁਬਾਰਾ ਖਾ ਕੇ ਦੇਖਣੀ ਆ ਵੀ ਉਹਦਾ ਕੀ ਅਸਰ ਹੁੰਦਾ ਹੈ। ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਚੀਜ਼ ਹੈ ਜਿਹੜੀ ਤੁਹਾਨੂੰ ਸੂਟ ਨਹੀਂ ਕਰਦੀ। ਹਾਂਜੀ,
ਭਾਜੀ ਇੱਕ ਜਿਹੜਾ ਲੋਕਾਂ 'ਚ ਦੇਖਿਆ ਜਾਂਦਾ, ਮੈਂ ਹਮੇਸ਼ਾ ਕਹਾਂਗਾ ਕਿ ਜਦੋਂ ਵੀ ਮੈਂ ਕੋਈ ਅਲਫਾਜ਼ ਯੂਜ਼ ਕਰਦਾ ਕੋਸ਼ਿਸ਼ ਕਰੀ ਤੇ ਕਿ ਕਿਸੇ ਨੂੰ ਕੋਈ ਚੋਟ ਨਾ ਲੱਗੇ, ਦਰਦ ਨਾ ਲੱਗੇ ਕਿ ਮੈਂ ਗਲਤ ਕੀਤੀ ਹੈ। ਅਸੀਂ ਲੋਕਾਂ ਦੇ ਵਿੱਚ ਮੈਜੋਰਿਟੀ ਦੇਖਿਆ ਜਾਂਦਾ, ਅਸੀਂ ਨਾ ਆਪਣੇ weight ਦੀ ਪਰਵਾਹ ਨਹੀਂ ਕਰਦੇ। ਬੜੇ ਵੱਡੇ ਵੱਡੇ ਢਿੱਡ ਨੇ, ਸਪੈਸ਼ਲੀ ਆਪਣੇ ਮਰਦਾਂ ਦੀ ਗੱਲ ਕਰਾਂ, ਫਿਰ ਕਹਿੰਦੇ ਮੇਰੇ ਗੋਡੇ ਦੁਖਦੇ ਨੇ। ਹੁਣ ਜੇ ਗੋਡਿਆਂ ਤੇ ਨਾ ਭਾਰ ਪਾਇਆ ਤੇ ਉਹ ਤੇ ਦੁਖਣਗੇ। ਹਾਂਜੀ, ਇਹ ਬਿਲਕੁਲ ਗੱਲ ਤੁਹਾਡੀ ਠੀਕ ਆ। ਸਾਡੀ ਕਮਿਊਨਿਟੀ ਵਿੱਚ ਖਾਸ ਗੱਲ ਆ ਕਿ ਓਵਰਵੇਟ ਜਿਹੜੇ ਹੁੰਦੇ Overweight ਜਿਹੜੇ। ਹਾਂਜੀ, ਓਵਰਵੇਟ ਤੇ ਹੁੰਦੇ ਇਸੇ ਵਜ੍ਹਾ ਕਰਕੇ ਕਾਰਬੋਹਾਈਡਰੇਟ ਸਾਡੀ ਡਾਈਟ ਵਿੱਚ ਜ਼ਿਆਦਾ ਆ। ਹਾਂਜੀ, ਤੇ ਰੋਟੀਆਂ ਅਸੀਂ ਜ਼ਿਆਦਾ ਖਾਂਦੇ ਆ। ਹਾਂਜੀ, ਜਿਹੜਾ ਆਟਾ ਹੈ ਉਹ ਕਾਰਬੋਹਾਈਡਰੇਟ ਗਿਣਿਆ ਜਾਂਦਾ ਆ ਤੇ ਉਹਦੀ ਗਲੂਕੋਜ਼ ਬਣਦਾ ਤੁਹਾਡੇ ਬਲੱਡ ਵਿੱਚ, ਤੇ ਜਦੋਂ ਗਲੂਕੋਜ਼ ਜ਼ਿਆਦਾ ਹੋ ਜਾਂਦਾ ਹੈ ਤੁਹਾਡੀ ਬਾਡੀ ਨੂੰ ਇਨਸੂਲਿਨ ਛੱਡਣੀ ਪੈਂਦੀ ਆ, ਉਹ ਫਿਰ ਉਹਨੂੰ ਸਟੋਰੇਜ ਕਰਦਾ ਆ। ਸਟੋਰੇਜ ਕਰਨ ਨਾਲ ਫੈਟ ਬਣ ਜਾਂਦਾ ਹੈ। ਹਾਂਜੀ, ਸੋ ਇਹ ਡਾਈਟ ਦਾ ਬਹੁਤ ਪ੍ਰੋਬਲਮ ਹੈ ਤੇ ਐਕਸਰਸਾਈਜ਼ ਘੱਟ ਆ ਸਾਡੀ ਕਮਿਊਨਿਟੀ ਵਿੱਚ। ਜਾਰੀ ਕਾਲ ਚਲਿਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਮੈਂ ਤਸੀਮ ਸਿੰਘ ਬੋਲਦਾ ਜੀ, ਇੱਥੋਂ ਕਵੈਟਰੀ ਤੋਂ। ਵੈਰੀ ਨਾਈਸ ਭਾਜੀ, ਸਵਾਗਤ ਕਰਦੇ ਹਾਂ ਤੁਹਾਡਾ। ਬਹੁਤ ਅੱਛਾ ਲੱਗਦਾ ਤੁਸੀਂ ਕਾਲ ਕੀਤਾ। ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਸਾਹਿਬ ਨੂੰ? ਹਾਂਜੀ 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 ਬੋਲੋ, ਡਾਕਟਰ ਸਾਹਿਬ ਸੁਣ ਰਹੇ ਨੇ। ਹਾਂਜੀ ਹਾਂਜੀ, ਮੈਂ ਡਾਕਟਰ ਸਾਹਿਬ ਮੈਂ ਬੇਨਤੀ ਕਰਨੀ ਹੈ ਕਿ ਮੇਰੇ ਹੈ ਨਾ ਕਾਫੀ ਦੇਰ ਤੋਂ ਕਹਿ ਲਓ 6-7 ਸਾਲ ਤੋਂ ਤਾਂ ਯਾਨੀ ਕਾਫੀ ਬੜਾ ਮੇਰੀ ਲੱਤਾਂ ਦੀ ਤੇ ਹੱਥਾਂ ਦੀ ਬਾਹਾਂ ਦੀ ਕਮਜ਼ੋਰੀ ਆ, ਮਸਲਾਂ ਦੇ ਵਿੱਚ ਮੇਰੇ ਤੋਂ ਅੱਛੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਤੇ ਤੁਰਦਾ ਤਾਂ ਮੈਨੂੰ ਛੁੱਟੀ ਫੜਨੀ ਪੈਂਦੀ ਆ ਤੇ ਉਹਦੇ ਨਾਲ ਤੇ ਇਹ ਹੁੰਦਾ ਵੀ ਮੈਂ ਡਿੱਗ ਨਾ ਪਵਾਂ, ਕਿਉਂਕਿ ਲੱਤਾਂ ਦੇ ਵਿੱਚ ਮਸਲਾਂ ਦੀ ਕਮਜ਼ੋਰੀ ਕਾਰਨ ਕਾਫੀ ਮੈਨੂੰ ਇਸ ਚੀਜ਼ ਦੀ ਬਹੁਤ ਕਾਫੀ ਤਕਲੀਫ ਹੈ। ਇਹਦੇ ਬਾਰੇ ਤੁਸੀਂ ਮੈਨੂੰ ਆਪਣੀ ਐਡਵਾਈਸ ਦਿਓ ਜਾਂ ਆਪਣਾ ਟੈਲੀਫੋਨ ਮੋਬਾਈਲ ਛੱਡ ਦਿਓ ਸਕਰੀਨ ਤੇ, ਮੈਂ ਉਹ ਨੋਟ ਕਰ ਲਵਾਂ, ਫੇਰ ਤੁਹਾਡੇ ਨਾਲ ਵੀ ਲੰਮੀ ਗੱਲ ਕਰ ਸਕਦੇ ਜਾਂ ਹੁਣ ਮੈਂ ਥੋੜਾ ਐਡਵਾਈਸ ਜਿੰਨੀ ਵੀ ਤੁਸੀਂ ਦੇ ਸਕਦੇ ਆ। ਬਿਲਕੁਲ ਜਾਣ ਤੋਂ ਪਹਿਲਾਂ 1 ਮਿੰਟ ਵੇਟ ਕਰਿਓ। ਜੇ ਕੁਝ ਡਾਕਟਰ ਸਾਹਿਬ ਨੇ ਪੁੱਛਣਾ ਤੇ ਉਸ ਤੋਂ ਬਾਅਦ ਤੁਸੀਂ ਫੋਨ ਰੱਖ ਦਿਓ, ਫਿਰ ਡਾਕਟਰ ਸਾਹਿਬ ਦੀ ਐਡਵਾਈਸ ਸੁਣਿਓ। ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਜਵਾਬ? ਹਾਂਜੀ, ਕਿੰਨੀ ਦੇਰ ਤੋਂ ਜੀ ਇਹ ਕਮਜ਼ੋਰੀ? ਇਹ ਮਤਲਬ ਗ੍ਰੈਜੂਅਲੀ ਤਾਂ ਜਿਹੜੀ ਹੈਗੀ ਆ ਉਹ ਕਮਜ਼ੋਰੀ ਵੱਧਦੀ ਗਈ 5-6 ਸਾਲ ਤੋਂ ਕਾਫੀ ਆ। ਹਾਂਜੀ, ਉਸ ਵੇਲੇ ਕੀ ਹੋਇਆ ਸੀ 5-6 ਸਾਲ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਆਇਆ ਸੀ? ਹਾਂਜੀ ਹਾਂਜੀ ਜਰੂਰ ਉੱਚੀ ਬੋਲੋਗੇ। ਹਾਂਜੀ, 5-6 ਸਾਲ ਭਾਜੀ ਤੁਹਾਨੂੰ ਪਹਿਲਾਂ ਕੀ ਪ੍ਰੋਬਲਮ ਆਇਆ ਸੀ ਉਸ ਵੇਲੇ? ਪਹਿਲਾਂ ਕੋਈ ਮਤਲਬ ਇਹ ਸੀਗਾ ਵੀ ਉਦਾਂ ਤਾਂ 10-11 ਸਾਲ ਤੋਂ ਸ਼ੁਰੂ ਆ, ਪਰ ਜਿਹੜੀ ਜ਼ਿਆਦਾ ਹੋਈ ਆ ਉਹ 5-6 ਸਾਲ ਤੋਂ ਜਾਨੀ ਵਧੀ ਗਈ, ਵੱਧ ਕੇ ਇੰਨੇ ਸਾਲਾਂ ਤੋਂ ਅਸਰ ਜ਼ਿਆਦਾ ਹੋਇਆ। ਹਾਂਜੀ, ਚਲੋ ਇਹ ਤਾਂ ਜਾਣਕਾਰੀ ਹੋਰ ਕੁਐਸਚਨ ਕਾਫੀ ਕੁਝ ਨਹੀਂ ਪੈਣਗੇ। ਤੁਸੀਂ ਕਿਹਾ ਭਾਜੀ, ਥੈਂਕ ਯੂ ਸੋ ਮਚ। ਤੁਹਾਡਾ ਫੋਨ ਨੰਬਰ ਹੈਗਾ ਉਹ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ। ਤੇ ਦੇਖੋ ਆਪਾਂ ਹੁਣੇ ਗੱਲ ਕਰਦੇ ਸੀ ਭਾਜੀ, ਬੁਰੇ ਨਾ ਮੰਨਿਓ, ਇੰਨੇ ਸਾਲ ਹੋ ਗਏ ਨੇ ਹੁਣ ਤੱਕ ਜਾਂ ਤਾਂ ਪਤਾ ਨਹੀਂ ਇਲਾਜ ਕਰਦੇ ਹੋਣੇ ਨੇ, ਹੋਰ ਪਾਸੇ ਜਾਂਦੇ ਹੋਣੇ ਨੇ। ਬੜਾ ਅੱਛਾ ਲੱਗਾ ਡਾਕਟਰ ਸਾਹਿਬ, ਮੈਂ ਤੁਹਾਨੂੰ ਫਿਰ ਬਹੁਤ ਸ਼ੁਕਰਾਨਾ ਕਰਦਾ ਕਿ ਤੁਸੀਂ ਆਏ ਹੋ। ਕਾਲ ਚੱਲਣ ਦੇ ਰਸਤੇ ਤੁਸੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾ ਰਹੇ ਹੋ। ਜਿਹਨੂੰ 10 ਸਾਲ ਹੋ ਗਏ ਅਬ ਤੱਕ ਕੁਝ ਭਲਾ ਨਹੀਂ ਹੋਇਆ, ਤੇ ਸ਼ਾਇਦ ਰੱਬ ਨੇ ਕਿਰਪਾ ਕੀਤੀ ਤੁਸੀਂ ਆਏ ਤੇ ਕੁਝ ਮਿਹਰ ਹੋਏਗੀ। ਹਾਂਜੀ, ਜ਼ਰੂਰ ਉਹਨਾਂ ਨੂੰ ਕੋਈ ਨਾ ਕੋਈ ਇੰਪਰੂਵਮੈਂਟ ਮਿਲੇਗਾ। ਇਦਾਂ ਨਹੀਂ ਹੈਗਾ, ਜੇ ਉਹ ਮੈਡੀਸਨ ਪੱਕੀ ਲੈਣਗੇ ਹਨਾ ਤੇ ਲਗਾਤਾਰ ਲੈਣਗੇ, ਉਹਨਾਂ ਨੂੰ ਕੋਈ ਨਾ ਕੋਈ ਫਰਕ ਜ਼ਰੂਰ ਪਏਗਾ। ਹਾਂਜੀ ਬਿਲਕੁਲ, ਬਹੁਤ ਅੱਛੇ। ਤੁਸੀਂ ਪ੍ਰੋਗਰਾਮ ਦੇਖਦੇ ਪਏ ਹੋ, ਤੁਹਾਨੂੰ ਦੱਸਿਆ ਔਨ 에ਅਰ ਇੱਕਦਮ 100% ਖੁੱਲ ਕੇ ਜਵਾਬ ਨਹੀਂ ਦਿੱਤੇ ਜਾਂਦੇ, ਕਿਉਂਕਿ ਜਿਹੜੀ ਬਿਮਾਰੀ ਹੁੰਦੀ ਹੈ ਡਾਕਟਰ ਸਾਹਿਬ ਨੂੰ ਬਹੁਤ ਕੁਝ ਪੁੱਛਣਾ ਹੋਏਗਾ, ਡਾਇਗਨੋਸ ਕਰਨਾ ਹੋਏਗਾ, ਫਿਰ ਉਹਦਾ ਇਲਾਜ ਸਟਾਰਟ ਹੁੰਦਾ ਹੈ। ਹੁਣ ਤੇ ਬਹੁਤਾ ਅਸੀਂ ਸਵਾਲ ਜਵਾਬ ਨਹੀਂ ਕਰਦੇ, ਐਟਲੀਸਟ ਤੁਹਾਨੂੰ ਬਿਮਾਰੀ ਦਾ ਪਤਾ ਕਿ ਹਾਂ ਡਾਕਟਰ ਸਾਹਿਬ ਕੁਝ ਨਾ ਕੁਝ ਕਰ ਸਕਦੇ ਨੇ। ਫਿਰ ਮੈਂ ਕਹਾਂਗਾ ਜੋ ਵੀ ਤੁਹਾਨੂੰ ਤੁਸੀਂ ਕਰਨਾ ਹੈ, ਪਲੀਜ਼ ਆਪਣੀ ਜੀਪੀ ਨੂੰ ਕੰਸਲਟ ਕਰਕੇ ਆਪਣੀ ਡਾਕਟਰ ਸਾਹਿਬ ਨੂੰ ਦੱਸੋ ਕਿ ਤੁਸੀਂ ਕਿਹੜੀ ਤੁਹਾਨੂੰ ਆਨਗੋਇੰਗ ਮੈਡੀਕਲ ਪ੍ਰੋਬਲਮ ਹੈਗੀ ਆ, ਉਹ ਤੁਸੀਂ ਕਿਹੜੀ ਮੈਡੀਸਿਨ ਖਾਂਦੇ ਹੋ, ਕਿਉਂਕਿ ਉਹਦਾ ਵੀ ਬੜਾ ਫਰਕ ਪੈਂਦਾ ਭਾਜੀ। ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਿਸ ਤਰ੍ਹਾਂ ਦੀ ਪ੍ਰੋਬਲਮ ਹੈਗੀ। ਹਾਂਜੀ, ਇਦਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਕਈ ਵਾਰੀ ਇਮੋਸ਼ਨਲ ਪ੍ਰੋਬਲਮ ਤੋਂ ਸ਼ੁਰੂ ਹੁੰਦੀ ਬਿਮਾਰੀ। ਹਾਂਜੀ, ਕੋਈ ਨਾ ਕੋਈ ਫੈਮਿਲੀ ਵਿੱਚ ਪ੍ਰੋਬਲਮ ਆ ਜਾਂਦਾ ਹੈ, ਉੱਥੋਂ ਬੰਦਾ ਅਪਸੈਟ ਹੋ ਜਾਂਦਾ, ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਹੁਣ ਇਦਾਂ ਦੀਆਂ ਕੌਨਫੀਡੈਂਸ਼ੀਅਲ ਗੱਲਾਂ ਜਿਹੜੀਆਂ ਅਸੀਂ ਔਨ 에ਅਰ ਪੁੱਛ ਨਹੀਂ ਸਕਦੇ, ਉਹ ਪਰਸਨਲੀ 1-to-1 ਕਿਉਂਕਿ 1-to-1 ਗੱਲਾਂ ਹੁੰਦੀਆਂ ਨੇ, ਪਰਸਨਲ ਹੁੰਦੀਆਂ। ਦੈਟਸ ਰਾਈਟ। ਇਦਾਂ ਦੇ ਇਸ਼ੂ ਹੁੰਦੇ ਆ ਟੋਟਲੀ 100% ਡਾਕਟਰ ਦੇ ਤੇ ਪੇਸ਼ੈਂਟ ਦੇ ਦਰਮਿਆਨ ਹੁੰਦੀ ਹੈ। ਇੱਥੇ ਤਾਂ ਲੱਖਾਂ ਇਨਸਾਨ ਸੁਣ ਰਹੇ, ਸਭ ਦੁਨੀਆ 'ਚ ਸੁਣ ਰਹੇ ਨੇ। ਤੇ ਚਲੋ ਤੁਸੀਂ ਮੋਟੀ ਗੱਲ ਕੀਤੀ, ਤੁਹਾਨੂੰ ਪਤਾ ਕਿ ਤੁਸੀਂ ਰਸਤਾ ਦੇਖਿਆ, ਤੁਹਾਨੂੰ ਚੈਨਲ ਦੇ ਥਰੂ ਤੁਹਾਨੂੰ ਡਾਕਟਰ ਸਾਹਿਬ ਬੁਲਾਇਆ ਜਾ ਰਿਹਾ, ਬਹੁਤ ਅੱਛੀ ਗੱਲ ਹੈ।
ਤੇ ਪਲੀਜ਼ ਸਾਨੂੰ ਫੀਡਬੈਕ ਦਿਆ ਕਰੋ। ਅਕਾਲ ਚੱਲ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਜੋ ਕਿ ਬੜੀ ਦੇਰ ਦਾ ਹੋਣਾ ਚਾਹੀਦਾ, ਚਲੋ ਦੇਰ ਆਏ ਦਰੁਸਤ ਆਏ, ਕਿਸੇ ਦਾ ਇਲਾਜ ਹੋਵੇ ਟਾਈਮ ਸਿਰ ਹੋਵੇ, ਉਹ ਬੜੀ ਅੱਛੀ ਗੱਲ ਹੈ। ਡਾਕਟਰ ਸਾਹਿਬ ਹੁਣ ਇੱਕ ਹੋਰ ਆਪਣੇ ਲੋਕਾਂ 'ਚ ਦੇਖਿਆ ਜਾ ਰਿਹਾ ਕਿ ਅਸੀਂ ਨਾ ਡਾਈਟ ਬਿਲਕੁਲ ਪਰਵਾਹ ਨਹੀਂ ਕਰਦੇ, ਔਰ ਕਈ ਦਫਾ ਹੁੰਦਾ ਵਿਆਹ ਸ਼ਾਦੀ ਤੇ ਜਾਂਦੇ ਆ, ਇਹ ਬੜੀ ਕਾਮਨ ਚੀਜ਼ ਆ ਭਾਜੀ, ਉਹਨੇ ਸਿਰ ਪਤਾ ਨਹੀਂ, ਤੁਹਾਨੂੰ ਵੀ ਪਤਾ ਲੱਗਦਾ ਹੋਣਾ, ਚਲੋ ਮੈਂ ਸਮੋਸੇ ਖਾ ਲੈਣਾ, ਮੈਂ ਉਹ ਖਾ ਲੈਣਾ, ਮੈਂ ਡਾਇਬੀਟਿਕ ਹੈਗਾ ਲੇਕਿਨ ਸ਼ਾਮ ਨੂੰ ਮੈਂ 2 ਗੋਲੀਆਂ ਖਾ ਲੂੰ, ਇਹ ਹੁੰਦਾ ਨਾ ਅਮਰ। ਹਾਂਜੀ, ਇਦਾਂ ਬਹੁਤ ਲੋਕੀ ਇਦਾਂ ਹੀ ਕਰਦੇ ਆ। ਹਾਂਜੀ ਭਾਜੀ ਇਹ ਤੇ ਗਲਤ ਗੱਲ ਹੈ ਨਾ, ਤੁਸੀਂ ਗਲਤ ਹੈ। ਆਪਣੀ ਡੋਜ਼ ਕਿੱਦਾਂ ਵਧਾ ਸਕਦੇ ਹੋ? ਹਾਂਜੀ, ਗਲਤ ਗੱਲ ਤੁਸੀਂ ਹੈ। ਤਾਂ ਸਾਰਾ ਸਿਸਟਮ ਅਪਸੈਟ ਕਰ ਰਹੇ ਹੋ। ਸਾਰਾ ਸਿਸਟਮ ਅਪਸੈਟ ਤੁਹਾਡੀ ਬਿਲਕੁਲ ਇਹ ਤੁਹਾਡੀ ਸਹੀ ਗੱਲ ਹੈ। ਪਰ ਜਿਹੜੇ ਵਿਆਹ ਸ਼ਾਦੀਆਂ ਪਾਰਟੀਆਂ 'ਚ ਆਪਾਂ ਜਾਂਦੇ ਹਾਂ ਨਾ, ਉੱਥੇ 100% ਜਿਹੜੀ ਡਾਇਟ ਹੈ ਉਹ ਸਹੀ ਨਹੀਂ ਹੈਗੀ। ਹਾਂਜੀ, ਉਹ ਸਾਨੂੰ ਬੋਡੀ ਨੂੰ ਬਹੁਤ ਨੁਕਸਾਨ ਕਰਦੀ ਆ, ਤੇ ਇਹਦੇ ਉੱਤੇ ਪਰਹੇਜ਼ ਕਰਨ ਦਾ ਬਹੁਤ ਜ਼ਰੂਰੀ ਆ। ਤੇ ਤੁਹਾਡੀ ਗੱਲ ਇਹ ਵੀ ਸਹੀ ਆ, ਵੀ ਲੋਕੀ ਕਹਿੰਦੇ ਚਲੋ 1 ਗੋਲੀ ਦੇ ਬਜਾਏ 2 ਖਾ ਲਵਾਂਗੇ, ਆਪ ਹੀ ਬਣ ਕੇ ਆਪ ਹੀ ਡਾਕਟਰ ਬਣ ਗਿਆ ਨਾ, ਫਿਰ ਆਪਣਾ ਆਪ ਇਲਾਜ ਕਰਦੇ। ਉਹ ਵੀ ਸਹੀ ਗੱਲ ਨਹੀਂ ਹੈਗੀ, ਕਿਉਂਕਿ ਜਿਹੜੀ ਦਵਾਈਆਂ ਇਹ ਬੜੀਆਂ ਸਟਰੋਂਗ ਦਵਾਈਆਂ, ਐਲੋਪੈਥਿਕ ਦਵਾਈਆਂ, ਤੇ ਇਹਨਾਂ ਦੇ ਕਈ ਸਾਈਡ ਇਫੈਕਟਸ ਹੋ ਜਾਂਦੇ। ਇਹਨਾਂ ਦੀ ਕਈਆਂ ਦੀ ਇਦਾਂ ਦੀ ਡੋਸੇਜ ਹੁੰਦੀ ਹੈ, ਤੁਸੀਂ 1 ਗੋਲੀ ਵੀ ਵੱਧ ਖਾ ਲਓ ਨਾ, ਤੁਹਾਨੂੰ ਬੋਡੀ ਨੂੰ ਨੁਕਸਾਨ ਕਰੇਗੀ। ਸੋ ਬਹੁਤ ਕੇਅਰਫੁਲ ਹੋਣਾ ਪੈਂਦਾ ਇਸ ਦਵਾਈਆਂ ਨਾਲ। ਨਹੀਂ, ਇਹ ਤੇ ਬੜੀ ਇੰਪੋਰਟੈਂਟ ਗੱਲ ਹੈ, ਜਿਹੜੀ ਦਵਾ ਤੁਸੀਂ ਸਵੇਰ ਖਾਣੀ ਹੈ, ਦੁਪਹਿਰ ਨੂੰ ਖਾਣੀ ਹੈ, ਸ਼ਾਮ ਨੂੰ ਖਾਣੀ ਹੈ। ਜੇ ਤੁਸੀਂ ਦੁਪਹਿਰ ਦੀ ਮਿਸ ਕਰਤੀ, ਮੈਂ ਸ਼ਾਮ ਨੂੰ 2 ਲੈ ਲਾਂ, ਇਹ ਏਦਾਂ ਥੋੜਾ ਕੰਮ ਚੱਲਦਾ। ਇਦਾਂ ਨਹੀਂ ਹੁੰਦਾ, ਇਦਾਂ ਨਹੀਂ ਹੁੰਦਾ। ਨਹੀਂ ਨਹੀਂ, ਤੁਸੀਂ ਓਵਰਡੋਜ਼ ਕਰ ਸਕਦੇ ਹੋ ਬਹੁਤ। ਦੇਖੋ ਇੱਕ ਚੀਜ਼ ਮੈਂ ਨਾ ਹੋਰ ਤੁਹਾਨੂੰ ਦੱਸਦਾ, ਜਿਹੜੀ ਤੁਹਾਨੂੰ ਖਾਣ ਨੂੰ ਚੀਜ਼ ਸਵਾਦ ਲੱਗਦੀ ਹੈ ਉਹ ਤੁਹਾਡੇ ਲਈ ਮਾੜੀ ਹੈ 100%, ਕਿਉਂਕਿ ਜੋ ਤੁਹਾਨੂੰ ਅੱਛਾ ਲੱਗੇਗਾ ਉਹ ਖਰਾਬ ਚੀਜ਼ ਹੀ ਹੋਏਗੀ, ਮਿੱਠਾ ਹੋਏਗਾ, ਉਹ ਗੈਸਟ੍ਰਿਕ ਹੋਏਗਾ, ਫਿਜ਼ੀ ਡਰਿੰਕ ਹੋਏਗਾ, ਕੋਈ ਨਾ ਕੋਈ ਇਦਾਂ ਦੀ ਚੀਜ਼ਾਂ। ਤੇ ਉਹ ਜਦੋਂ ਬੰਦਾ ਨਹੀਂ ਰੈਜ਼ਿਸਟ ਕਰਦਾ ਵਿਆਹ ਸ਼ਾਦੀਆਂ ਤੇ ਕਿ ਚਲੋ ਮੈਂ ਖਾ ਲੈਣਾ, ਉੱਥੇ ਦਹੀਂ ਪੂਰੀ ਦੇ ਰਹੇ ਨੇ, ਪਾਪੜੀ ਚਾਟ ਦੇ ਰਹੇ ਨੇ, ਸਮੋਸੇ ਦੇ ਰਹੇ ਨੇ, ਤੇ ਜਿੱਦਾਂ ਲੋਕਡਾਊਨ ਦੇ ਵਿੱਚ ਅਸੀਂ ਗਿੱਜ ਗਏ ਹਾਂ ਕਿ ਲੋਕਡਾਊਨ ਹੋ ਗਿਆ, ਅਸੀਂ ਉਹਨੂੰ ਓਬੇ ਕਰਦੇ ਹਾਂ। ਥੋੜਾ ਜਿਹਾ ਆਪਣੇ ਮੂੰਹ ਨੂੰ ਵੀ ਲੋਕਡਾਊਨ ਕਰਕੇ ਰੱਖਿਆ ਕਰੋ ਤਾਂ ਕਿ ਉਹਦਾ ਵੀ ਥੋੜਾ ਫਾਇਦਾ ਹੋ ਸਕੇ। ਹਾਂਜੀ, ਸਹੀ ਗੱਲ ਹੈ। ਦੇਖੋ ਜੀ, ਇਹ ਜਿਹੜੀ ਇਹ ਸਰੀਰ ਆ, ਇੱਕ ਮਸ਼ੀਨ ਤਾਂ ਹੈ ਨਹੀਂ ਗੀ ਇਹ ਜਿਹੜੀ ਪ੍ਰੋਸੈਸ ਕਰ ਦੇਗੀ ਸਭ ਕੁਝ। ਹਾਂਜੀ, ਇਹ ਬੜਾ ਨਾਜ਼ੁਕ ਜਿਹੀ ਚੀਜ਼ ਆ। ਇਹ ਪਰਮਾਤਮਾ ਨੇ ਇਦਾਂ ਦੀ ਪਰਫੈਕਟ ਚੀਜ਼ ਬਣਾਈ ਆ, ਜਿੱਦਾਂ ਦਾ ਤੁਸੀਂ ਇਹਦੇ ਵਿੱਚ ਫਿਊਲ ਪਾਓਗੇ ਉਦਾਂ ਦਾ ਇਹਦਾ ਇਫੈਕਟ ਹੋਊਗਾ। ਹਾਂਜੀ, ਬਹੁਤ ਅੱਛੀ ਗੱਲ, ਫਿਊਲ ਬਹੁਤ ਅੱਛੀ ਗੱਲ ਹੈ, ਬਿਕੋਜ਼ ਤੁਸੀਂ ਸਟਰੋਂਗ ਪਾਓਗੇ, ਤੁਹਾਡੀ ਬੋਡੀ ਸਟਰੋਂਗ ਨਹੀਂ ਹੈ ਤੇ ਉਹ ਵੀ ਰਿਐਕਸ਼ਨ ਉਹਦੀ ਠੀਕ ਨਹੀਂ ਹੋਏਗੀ, ਤਰੀਕੇ ਨਾਲ ਪਾਈ ਜਾਂਦੀ ਹੈ। ਜਿਹਦਾ ਕਾਰਾਂ ਦੀ ਸੀਸੀ ਹੁੰਦੀ ਹੈ 1800, 2000, 3000, ਉਹਦੇ ਮੁਤਾਬਿਕ ਉਹਨੂੰ ਫਿਊਲ ਦਿੱਤਾ ਜਾਂਦਾ ਹੈ। ਹਾਂਜੀ, ਤੁਸੀਂ ਹੁਣ ਸ਼ਕਲ ਦੇਖ ਕੇ ਬੰਦੇ ਦੇਖ ਸਕਦੇ ਆ। ਹਾਂਜੀ, ਪੇ ਇਹਦਾ ਵਾਈਟੈਲਿਟੀ ਗੁੱਡ ਹੈ ਕਿ ਨਹੀਂ। ਵਾਈਟੈਲਿਟੀ ਕੀ ਹੁੰਦੀ ਹੈ? ਜੀਵਨ ਸ਼ਕਤੀ ਉਹਨੂੰ ਕਹਿ ਸਕਦੇ ਜਾਂ એનર્ਜੀ ਕਹਿ ਸਕਦੇ ਆ। ਹਾਂਜੀ, ਸੋ ਬੰਦੇ ਨੂੰ ਦੇਖ ਕੇ ਤੁਸੀਂ ਦੇਖ ਸਕਦੇ ਪਏ ਇਹਦੀ એનર્ਜੀ ਗੁੱਡ ਆ ਜਾਂ ਕਿ ਖਰਾਬ ਆ ਥੋੜੀ ਜਿਹੀ। ਮੈਂ ਨਾ ਐਕਸਰਸਾਈਜ਼ ਦੀ ਥੋੜੀ ਗੱਲ ਪੁੱਛਾਂਗਾ ਤੁਹਾਨੂੰ ਸਵਾਲ। ਮੈਂ ਨਾ ਇੱਕ ਹਮੇਸ਼ਾ ਮੇਰੇ ਸ਼ੋਅ 'ਚ ਕਹਿੰਦਾ ਹੁੰਦਾ, ਭਾਜੀ ਤੁਸੀਂ ਰਿਟਾਇਰ ਹੋ ਗਏ ਹੋ, ਸਾਨੂੰ ਕੁਝ ਕਰਨ ਨਹੀਂ ਹੈ, ਸਵੇਰ ਇੱਕ ਅਲਾਰਮ ਲਗਾਓ 8, 8:30 ਵਜੇ, 5 ਵਜੇ, 6 ਵਜੇ ਉੱਠਣਾ। ਬੇਸ਼ੱਕ ਦੀ ਤੁਸੀਂ ਬਾਹਰ ਨਹੀਂ ਜਾਣਾ, ਆਪਣੇ ਆਪ ਨੂੰ ਬਾਥਰੂਮ ਲੈ ਕੇ ਜਾਓ, ਸਫਾਈ ਕਰੋ, ਮੇਕ ਸ਼ੋਰ ਲੁੱਕ ਯੋਰਸੈਲਫ ਬੈਟਰ। ਅਗਰ ਤੁਸੀਂ ਆਪਣੇ ਆਪ ਖੁਸ਼ ਨਹੀਂ ਹੋਗੇ, ਤੁਸੀਂ ਬਾਹਰ ਲੋਕਾਂ ਨੂੰ ਕਿੱਦਾਂ ਖੁਸ਼ ਕਰ ਸਕਦੇ ਹੋ? ਹਾਂਜੀ, ਜ਼ਰੂਰੀ ਆ ਆਪਣੇ ਆਪ ਦੇ ਲੁੱਕ ਆਫਟਰ ਕਰਨਾ। ਹਾਂਜੀ, ਉੱਠ ਕੇ ਸੈਰ ਕਰਨ ਜਾਓ, ਜੇ ਤੁਸੀਂ ਵਿਹਲੇ ਨਹੀਂ ਹੋਰ ਕੋਈ ਕੰਮ ਹੈਗਾ ਤਾਂ ਸੈਰ ਜ਼ਰੂਰ ਕਰੋ। ਇਹ ਮੈਂ ਹੁਣ ਗੱਲ ਕਰਦਾ, ਜਦੋਂ ਬਿਸਤਰ ਤੋਂ ਉਤਰਦੇ ਹੋ ਨਾ ਸਵੇਰ, ਮੇਕ ਸ਼ੋਰ ਤੁਸੀਂ ਰਾਤ ਤੱਕ ਉਹ ਬਿਸਤਰ 'ਚ ਵਾਪਸ ਨਹੀਂ ਜਾਣਾ। ਬਹੁਤ ਲੋਕ ਵਾਪਸ ਚਲੇ ਜਾਂਦੇ ਨੇ, 11 ਵਜੇ ਮੈਂ 2 ਘੰਟੇ ਸੌ ਜਾਣਾ, ਮੈਂ 2 ਵਜੇ 2 ਘੰਟੇ ਸੌ ਜਾਣਾ, ਉਹ ਗਲਤ। ਆਪਾਂ ਐਕਸਰਸਾਈਜ਼ ਦੀ ਗੱਲ ਕਰਦੇ, ਇੱਕ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ। ਭਾਜੀ ਥੈਂਕ ਯੂ ਸੋ ਮਚ ਕਾਲ ਕਰਨ ਦਾ। ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਤਾਂ ਵਲੰਟੀਅਰ ਤੋਂ ਬੋਲਦੇ ਹਾਂ, ਬਲਜਿੰਦਰ ਕੌਰ ਬੋਲਦੀ ਹਾਂ। ਬਹੁਤ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸੁਣਨੇ ਕੀ ਪੁੱਛਣਾ ਚਾਹੁੰਦੇ ਹੋ ਜੀ? ਮੈਂ ਆਪਣੇ ਨੀ ਬਾਰੇ ਪੁੱਛਣਾ ਸੀਗਾ, ਹਨਾ? ਹਾਂਜੀ, ਪੁੱਛੋ ਬੋਲੋ। ਹਾਂਜੀ, ਮੇਰੇ ਨੀ ਦੇ ਵਿੱਚ ਨਾ ਜਿੱਦਾਂ ਬਹੁਤ ਜਿੱਦਾਂ ਪੇਨ ਹੁੰਦੀ ਆ, ਜਿੱਦਾਂ ਆਪਣੇ ਸੂਈਆਂ ਵੀ ਜਿੱਦਾਂ ਪੈਂਦੀਆਂ ਜਿੱਦਾਂ ਲੱਗਦੇ ਹੁੰਦੇ ਆ ਨਾ, ਤੇ ਨਾਲੇ ਬਹੁਤ ਜ਼ਿਆਦਾ ਪੇਨ ਹੁੰਦੀ ਆ ਜੀ। ਡਾਕਟਰ ਸਾਹਿਬ ਬਾਰੇ ਪੁੱਛਣਾ ਸੀਗਾ ਵੀ ਇਹ ਇੱਕ ਮਿੰਟ ਡਾਕਟਰ ਸਾਹਿਬ ਕੋਲ ਸਵਾਲ। ਥੋੜੀ ਜਿਹੀ ਸੋਜ ਵੀ ਆਈ ਆ ਜਿੱਦਾਂ ਹਨਾ ਥੱਲੇ ਨਾਲ ਹੀ ਗੋਡਿਆਂ ਦੇ। ਹਾਂਜੀ ਠੀਕ ਹੈ, ਡਾਕਟਰ ਸਾਹਿਬ ਕੋਲ ਸਵਾਲ ਪੁੱਛਣਗੇ, ਫਿਰ ਉਹਦੇ ਬਾਅਦ ਤੁਹਾਨੂੰ ਜਵਾਬ ਦੇਣਗੇ। ਇੱਕ ਮਿੰਟ ਜਾਇਓ ਨਾ ਜ਼ਰਾ ਜੀ ਡਾਕਟਰ ਜੀ। ਹਾਂਜੀ ਠੀਕ ਹੈ। ਸੋ ਇਹ ਗੋਡਾ ਜਿਹੜਾ ਦੁਖਦਾ, ਇਹਦੀ ਵਜ੍ਹਾ ਇਹੀ ਆ ਕਿ ਇਹਦੇ ਵਿੱਚ ਇਨਫਲੇਮੇਸ਼ਨ, ਸੋਜਿਸ਼ ਅੰਦਰਲੇ ਪਾਸੇ ਹੋਈ ਆ, ਤੇ ਉਹਦੇ ਵਿੱਚ ਹੁਣ ਥੋੜਾ ਜਿਹਾ ਪਾਣੀ ਰੁਕਣ ਲੱਗ ਪਿਆ ਆ, ਤੇ ਲਾਲੀ ਆਈ ਹੈ ਉਹਦੇ ਵਿੱਚ, ਤੇ ਇਸ ਕਰਕੇ ਉਹ ਜਿਹੜੀਆਂ ਸੂਈਆਂ ਚੁੱਭਦੀਆਂ। ਹਾਂਜੀ, ਸੋ ਇਹਦੇ ਲਈ ਅਸੀਂ ਦਵਾਈ ਦੇ ਸਕਦੇ ਹਾਂ, ਜਿਹੜਾ ਪਾਣੀ ਰੁਕਿਆ ਹੈ ਨਾ, ਉਹ ਵੀ ਪਿਸ਼ਾਬ ਨਾਲ ਨਿਕਲ ਜਾਏਗਾ ਤੇ ਸੋਜਿਸ਼ ਘਟ ਜਾਊਗੀ। ਹਾਂਜੀ ਹਾਂਜੀ, ਫਿਰ ਦਵਾਈ ਕਿੱਥੋਂ ਤੁਸੀਂ ਮਿਲੂਗੀ ਸਾਨੂੰ?
ਭਾਜੀ ਥੈਂਕ ਯੂ ਤੁਹਾਡਾ ਸੋ ਮਚ ਕਾਲ ਕਰਨ ਦਾ। ਤੁਹਾਡਾ ਨੰਬਰ ਹੈਗਾ ਤੇ ਬਾਅਦ ਵਿੱਚ ਤੁਸੀਂ ਗੱਲ ਕਰ ਸਕਦੇ ਹੋ। ਔਨ 에ਅਰ ਅੱਛਾ ਨਹੀਂ ਹੁੰਦਾ ਕਿ ਸਭ ਦੁਨੀਆ ਸੁਣ ਰਹੀ ਹੈ। ਅੱਖ ਦੇ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਕਾਲ ਕੀਤਾ। ਇਸੇ ਤਰ੍ਹਾਂ ਤੁਸੀਂ ਹਾਂਜੀ ਹਾਂਜੀ ਬੋਲੋ। ਹਾਂਜੀ ਥੈਂਕ ਯੂ ਭਾਜੀ, ਤੁਸੀਂ ਮੈਨੂੰ ਲੱਗਦਾ ਚਲੇ ਗਏ। ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ ਕਿ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਖੁੱਲ ਕੇ ਔਨ 에ਅਰ ਗੱਲ ਨਹੀਂ ਕੀਤੀ ਜਾਂਦੀ। ਤੁਹਾਡਾ ਕਾਲ ਕਰਨ ਦਾ ਸ਼ੁਕਰਾਨਾ ਜੀ। ਜੀ ਡਾਕਟਰ ਸਾਹਿਬ ਦੇਖੋ, ਇਹ ਤੁਸੀਂ ਜੋਸ਼ਤੀ ਹੋ ਕਿ ਤੁਸੀਂ ਹੋਮਿਓਪੈਥ ਹੈਗੇ, ਤੁਸੀਂ ਦੱਸਤਾ ਕਿ ਉਹਨਾਂ ਦੇ ਲਾਲ ਹੋ ਗਿਆ, ਪਾਣੀ ਭਰਿਆ, ਇਹ ਕਿੱਦਾਂ ਤੁਹਾਨੂੰ ਪਤਾ ਲੱਗ ਜਾਂਦਾ? ਦੇਖੋ ਇਹ ਸਾਡੀ ਹਾਲੇ ਤਾਂ ਪੇਸ਼ੈਂਟ ਸਾਹਮਣੇ ਬੈਠਾ ਹੋਵੇ ਤੇ ਹੋਰ ਗੱਲ ਹੈ। ਹਾਂਜੀ ਇਹ ਬੜੀ ਵੱਡੀ ਗੱਲ ਹੈ ਯਾਰ। 40 ਸਾਲ ਦੀ ਐਕਸਪੀਰੀਅੰਸ ਹੈ ਜੀ। ਇਦਾਂ ਦੇ ਕੇਸ ਅਸੀਂ ਹਰ ਰੋਜ਼ ਦੇਖੀਦੇ Oh my ਆ, God. ਸੋ ਸਾਨੂੰ ਪਤਾ ਲੱਗ ਜਾਂਦਾ ਕਿ ਕੀ ਅੰਦਰ ਹੋ ਰਿਹਾ ਆਰਗਨ ਦੇ। ਹਾਂਜੀ ਡਾਕਟਰ ਸਾਹਿਬ ਇੱਕ ਗੱਲ ਦਾ ਤੁਸੀਂ ਦੇਖਿਆ ਹੋਣਾ, ਮੈਂ ਜਿਹੜੇ ਵੀ ਸ਼ੋਅ ਕਰਦਾ ਬੜੇ ਐਜੂਕੇਸ਼ਨਲ ਇਨਫੋਰਮੇਟਿਵ ਕਰਦਾ, ਲੋਕਾਂ ਦੀ ਮਦਦ ਹੋ ਸਕੇ। ਇਹ ਰੱਬ ਨੇ ਬਖਸ਼ਿਆ, ਸੇਵਾ ਬਖਸ਼ੀ ਹੈ। ਹਰ ਬੰਦਾ ਨਹੀਂ ਕਰ ਸਕਦਾ। ਬੜਾ ਅੱਛਾ ਲੱਗਦਾ ਕਿ ਮੇਰਾ ਨੰਬਰ ਲੱਗਿਆ ਔਰ ਮੈਂ ਸਿਰਫ ਭਲਾ ਕਰਦਾ। ਮੈਨੂੰ ਦਿਲ ਨੂੰ ਇੰਨੀ ਖੁਸ਼ੀ ਹੁੰਦੀ ਕਿ ਲੋਕ ਕਿਸੇ ਦਾ ਇਲਾਜ ਹੋ ਰਿਹਾ ਤੇ ਠੀਕ ਹੋ ਰਿਹਾ, ਲੋਕ ਦੁਆ ਦਿੰਦੇ ਨੇ। ਔਰ ਬਾਕੀ ਤੁਸੀਂ ਜਿੱਦਾਂ ਹੁਣ ਆਪਣਾ ਐਕਸਪੀਰੀਅੰਸ ਟਾਕ ਕਰਦੇ ਹੋ, ਮੈਂ ਐਮ ਸੋ ਇੰਪ੍ਰੈਸਡ ਕਿ ਤੁਸੀਂ ਪੇਸ਼ੈਂਟ ਨੂੰ ਸਾਹਮਣੇ ਜਿੱਦਾਂ ਮੈਂ ਦੱਸਿਆ, ਤੁਸੀਂ ਦੱਸਿਆ ਮੈਂ ਛੋਲੇ ਖਾਦੇ ਤਾਂ ਬਿਮਾਰ, ਤੁਸੀਂ ਦੂਰ ਬੈਠਿਆਂ ਨੂੰ ਉਹ ਕਿੰਨੀ ਦੂਰੋਂ ਗੱਲ ਕਰ ਰਹੇ ਨੇ, ਤੁਸੀਂ ਆਲਮੋਸਟ ਤਕਰੀਬਨ 99.9 ਡਾਇਗਨੋਸ ਕਰ ਲਿਆ ਉਹਦਾ। ਹਾਂਜੀ ਹਾਂਜੀ ਹੋ ਜਾਂਦਾ ਇਦਾਂ ਦਾ ਕੇਸ। ਕਈ ਬਹੁਤ ਫੋਨ ਆਉਂਦੇ ਆ, ਹੁਣ ਬਹੁਤ ਪੇਸ਼ੈਂਟ ਦੇਖੀਦੇ ਆ ਤੇ ਉਹਨਾਂ ਐਕਸਪੀਰੀਅੰਸ ਹੋ ਗਿਆ ਜੀ। ਤੇ ਪਰ ਗੱਲ ਤੁਹਾਡੀ ਸਹੀ ਆ ਵੀ ਅਸੀਂ ਸੇਵਾ ਦੀ ਭਾਵਨਾ ਨਾਲ ਕੰਮ ਕਰੀਦਾ ਆ, ਤੇ ਜਿੱਦਾਂ ਤੁਸੀਂ ਵੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਨਾ ਸੰਗਤਾਂ ਦੀ, ਤੇ ਅਸੀਂ ਵੀ ਇਸ ਗੱਲ ਤੋਂ ਬਹੁਤ ਖੁਸ਼ ਹਾਂ ਵੀ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਭਾਜੀ ਮਿਲਿਆ। ਤੁਸੀਂ ਦੱਸੋ ਐਕਸਰਸਾਈਜ਼ ਬਾਰੇ ਥੋੜਾ ਲੋਕਾਂ ਨੂੰ ਦੱਸੋ ਕਿ ਡੇ ਟੂ ਡੇ ਕਿੱਦਾਂ, ਜਦੋਂ ਮੈਂ ਸਵੇਰ ਉੱਠਦੇ ਕਿੱਦਾਂ ਕਰ ਸਕਦੇ ਨੇ ਆਪਣਾ? ਹਾਂਜੀ ਸੋ ਜਿੰਨੀ ਵੀ ਐਕਸਰਸਾਈਜ਼ ਹੁੰਦੀ ਆ ਉਨੀ ਕਰਨੀ ਚਾਹੀਦੀ ਆ। ਹਾਂਜੀ ਘੱਟ ਤੋਂ ਘੱਟ ਤੁਸੀਂ ਸੈਰ ਤਾਂ ਰੋਜ਼ ਕਰੋ। ਸਪੈਸ਼ਲੀ ਜਿਹੜੇ ਲੋਕੀ ਰਿਟਾਇਰ ਹੋ ਚੁੱਕੇ ਹਨ, ਉਹ ਫਿਰ ਬੈਠੇ ਰਹਿੰਦੇ, ਟੀਵੀ ਦੇ ਮੂਹਰੇ ਬੈਠੇ ਰਹਿੰਦੇ ਸਾਰਾ ਦਿਨ, ਜਾਂ ਉਹ ਗੁਰਦੁਆਰੇ ਜਾ ਕੇ ਸਾਰਾ ਦਿਨ ਬੈਠੇ ਰਹਿੰਦੇ ਆ। ਤੁਸੀਂ ਟਾਈਮ ਐਕਸਰਸਾਈਜ਼ ਲਈ ਵੀ ਬਣਾਓ। ਹਾਂਜੀ ਸੋ ਜੇ ਤੁਹਾਡੇ ਤੇ ਜ਼ੋਰ ਨਾਲ ਐਕਸਰਸਾਈਜ਼ ਨਹੀਂ ਕਰੀ, ਤੁਸੀਂ ਤੁਰ ਤਾਂ ਸਕਦੇ ਹੀ ਆ ਨਾ, ਜਿੰਨਾ ਵੀ ਤੁਰ ਹੁੰਦਾ ਉਹਨਾਂ ਤੁਰੋ। ਡਾਕਟਰ ਸਾਹਿਬ ਜੇ ਕਈ ਨਹੀਂ ਬੰਦੇ ਤੁਰ ਸਕਦਾ, ਜੇ ਘਰ ਹੀ ਕੁਝ ਕਰਨਾ ਹੋਵੇ ਤੇ ਕੀ ਕਰ ਸਕਦੇ ਨੇ? ਕੋਈ ਅਲਟਰਨੇਟਿਵ ਕੀ ਹੈਗਾ? ਆਲਟਰਨੇਟਿਵ ਉਹਦਾ ਹੈਗਾ ਯੋਗਾ ਕਰੋ। ਹਾਂਜੀ ਯੋਗਾ ਦੇ ਆਸਾਨ ਜਿਹੜੇ ਆ ਉਹ ਤੁਸੀਂ ਕਰ ਸਕਦੇ ਆ, ਤੇ ਉਹਦਾ ਇੰਨਾ ਜ਼ੋਰ ਨਹੀਂ ਲੱਗਦਾ ਹੈਗਾ। ਹਾਂਜੀ ਜਾਂ ਕੋਈ ਤੁਸੀਂ ਜੇ ਲੱਤਾਂ ਨਹੀਂ ਚੱਲਦੀਆਂ ਤਾਂ ਤੁਸੀਂ ਬਾਹਾਂ ਨੂੰ ਚਲਾਓ। ਹਾਂਜੀ ਸੋ ਕੋਈ ਨਾ ਕੋਈ ਲਾਈਟ ਵੇਟ ਚੀਜ਼ ਕੋਈ ਉਹਨੂੰ ਇੱਦਾਂ ਲਿਫਟ ਕਰੋ। ਹਾਂਜੀ ਜਾਂ ਇੱਦਾਂ ਲਿਫਟ ਕਰੋ, ਜਾਂ ਉਦਾਂ ਹੀ ਇੱਦਾਂ ਕਰੀ ਜਾਓ, ਉਹ ਵੀ ਐਕਸਰਸਾਈਜ਼ ਹੀ ਆ। ਹਾਂਜੀ ਕੋਈ ਨਾ ਕੋਈ ਐਕਸਰਸਾਈਜ਼ ਜ਼ਰੂਰ ਕਰੋ। ਬੋਡੀ ਦੀ ਮੂਵਮੈਂਟ ਚਾਹੀਦੀ ਹੈ। ਮੂਵਮੈਂਟ ਚਾਹੀਦੀ ਹੈ, ਉਹਦੇ ਨਾਲ ਤੁਹਾਡਾ ਖੂਨ ਸਰਕੂਲੇਟ ਹੁੰਦਾ ਹੈ। ਹਾਂਜੀ ਤੇ ਸਰਕੂਲੇਸ਼ਨ ਦਾ ਪ੍ਰੋਬਲਮ ਇਹੀ ਪੈਂਦਾ, ਸੋਜ ਕਾਹਤੇ ਪੈਂਦੀ ਹੈ ਤੇ ਇੱਕ ਥਾਂ ਬੈਠੇ ਰਹਿੰਦੇ ਤੁਸੀਂ, ਉਹ ਫਿਰ ਸਰਕੂਲੇਟ ਨਹੀਂ ਹੁੰਦਾ ਖੂਨ, ਪਾਣੀ ਰੁਕਦਾ ਹੈ ਜੋੜਾਂ ਵਿੱਚ, ਹਾਂਜੀ ਪੈਰਾਂ ਵਿੱਚ ਰੁਕ ਜਾਂਦਾ ਹੈ। ਪਰ ਇਹ ਕਾਮਨ ਕਿਉਂ ਹੈ ਇਸ ਕੰਟਰੀ ਦੇ ਵਿੱਚ? ਥੋੜੇ ਬਜ਼ੁਰਗ ਜਦੋਂ ਹੋ ਜਾਂਦੇ ਨੇ, ਗੋਡਿਆਂ ਦੀ ਤੇ ਡਾਇਬੀਟੀਜ਼, ਹਾਰਟ ਪ੍ਰੋਬਲਮ ਤੇ ਹੋਰ ਬਲੱਡ ਪ੍ਰੈਸ਼ਰ ਹੈ ਹੀ ਹੈ, ਤੇ ਇੱਕ ਗੋਡਿਆਂ ਦੀ ਬੜੀ ਪ੍ਰੋਬਲਮ ਹੈ। ਗੋਡਿਆਂ ਦੀ ਜ਼ਿਆਦਾ ਪ੍ਰੋਬਲਮ ਇਸ ਹੈ ਕਿ ਇੱਕ ਤਾਂ ਮੌਸਮ ਇੱਥੇ ਖਰਾਬ ਹੈ, ਮੌਸਮ ਨਹੀਂ ਸਹੀ ਹੈਗਾ। ਅੱਛਾ ਤਾਂ ਹੀ ਤੁਸੀਂ ਪੁੱਛਿਆ ਸੀ ਕਿ ਮੌਸਮ ਚ ਹੁੰਦਾ, ਬਦਲਦਾ ਕਿ ਨਹੀਂ ਬਦਲਦਾ? ਹਾਂਜੀ ਹਾਂਜੀ ਮੌਸਮ ਦਾ ਬਹੁਤ ਅਸਰ ਹੁੰਦਾ ਭਾਜੀ। ਇੱਥੇ ਡੈਂਪ ਮੌਸਮ ਹੈ ਇੱਥੇ। ਇਹ ਜਿਨ੍ਹਾਂ ਨੂੰ ਬਾਈ ਦੀ ਤਸੀਰ ਆ ਉਹ ਸੂਟ ਨਹੀਂ ਕਰਦਾ ਇਹਨਾਂ ਨੂੰ। ਸੋ ਬਹੁਤ ਲੋਕੀ ਆ ਉਹ ਕਹਿੰਦੇ ਵੀ ਜਦੋਂ ਡੈਂਪ ਹੋ ਜਾਂਦਾ ਜਾਂ ਮੀਂਹ ਪੈਂਦਾ ਹੈ, ਠੰਡ ਹੋ ਜਾਂਦੀ ਹੈ, ਉਦੋਂ ਸਾਡੇ ਜੋੜ ਦੁਖਣ ਲੱਗ ਪੈਂਦੇ ਆ। ਹਾਂਜੀ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਕਿਹੜੀ ਦਵਾਈ ਇਹਨਾਂ ਨੂੰ ਸੂਟ ਕਰਨੀ ਆ, ਕਿਉਂਕਿ ਸਾਡੀ ਦਵਾਈਆਂ ਵਿੱਚ ਇਦਾਂ ਵੀ ਹੈਗਾ ਵੀ ਇਹ ਗਰਮ ਮੌਸਮ ਵਿੱਚ ਇਹਨਾਂ ਨੂੰ ਤਕਲੀਫ ਹੁੰਦੀ ਆ, ਜਾਂ ਇਹਨਾਂ ਨੂੰ ਠੰਡੀ ਮੌਸਮ ਵਿੱਚ ਤਕਲੀਫ ਹੁੰਦੀ ਆ, ਜਾਂ ਵੀ ਇਹਨਾਂ ਨੂੰ ਬਾਰਿਸ਼ ਵਾਲੇ ਟਾਈਮ ਇਹਨਾਂ ਨੂੰ ਜ਼ਿਆਦਾ ਤਕਲੀਫ ਹੁੰਦੀ ਆ। ਸਾਡੇ ਵੀਅਰਸ ਨੂੰ ਮੈਂ ਫਿਰ ਕਹਾਂਗਾ ਥੈਂਕ ਯੂ ਵੈਰੀ ਮੱਚ। ਦੇਖੋ ਅਸੀਂ ਤੁਹਾਡੀ ਡਿਮਾਂਡ ਲੈ ਕੇ ਆਏ ਹਾਂ, ਬੜੀ ਦੇਰ ਦੀ ਕੋਸ਼ਿਸ਼ ਕਰਦੇ ਸੀ ਲਾਕਡਾਊਨ ਤੋਂ ਪਹਿਲਾਂ ਦੀ, ਲੇਕਿਨ ਹਾਲਾਤ ਇਸ ਤਰ੍ਹਾਂ ਸੇ ਅਸੀਂ ਸ਼ੋਅ ਨਹੀਂ ਸ਼ੁਰੂ ਕਰ ਪਾਏ। ਸੇਫਟੀ ਕਰਕੇ ਜੋ ਗਵਰਨਮੈਂਟ ਨੇ ਗਾਈਡਲਾਈਨ ਦਿੱਤੀ ਅਸੀਂ ਉਹਨੂੰ ਪ੍ਰੀਜ਼ਰਵ ਕਰਦੇ ਹਾਂ, ਉਹਨੂੰ ਰਿਸਪੈਕਟ ਕਰਦੇ ਹਾਂ। ਔਰ ਇਸੇ ਤਰ੍ਹਾਂ ਡਾਕਟਰ ਸਾਹਿਬ ਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਕਿ ਪਲੀਜ਼ ਬਿਮਾਰੀ ਸਟਿਲ ਅਰਾਊਂਡ। ਇਹ ਸਾਲ 6 ਮਹੀਨਾ 1.5 ਸਾਲ ਰਹੇਗੀ। ਇਟ ਹੈਜ਼ਨਟ ਗੋਨ। ਯੂ ਓਨਲੀ ਹੈਵ ਟੂ ਬੀ ਐਟ ਦ ਰੋਂਗ ਪਲੇਸ ਐਟ ਦ ਰੋਂਗ ਟਾਈਮ। ਅਕਾਲ ਚੈਨਲ ਨੂੰ ਸਪੋਰਟ ਕਰਦੇ ਰਹੋ, ਆਪਣੀ ਫੀਡਬੈਕ ਦਿੰਦੇ ਰਹੋ। ਤੁਸੀਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਾਈਕ ਕਰਦੇ ਹੋ, ਉਹ ਸਪੈਸ਼ਲੀ ਮੈਨੂੰ ਜਿਹੜਾ ਵੀ ਪ੍ਰੋਗਰਾਮ ਤੁਹਾਨੂੰ ਅੱਛਾ ਲੱਗਦਾ ਉਹਦੇ ਬਾਰੇ ਦੱਸਿਆ ਕਰੋ ਕਿ ਉਹਦੇ 'ਚ ਕੋਈ ਬਦਲਾਅ ਆਵੇ ਕਿ ਠੀਕ ਹੈਗਾ। ਜੋ ਵੀ ਤੁਹਾਡੇ ਫੀਡਬੈਕ ਹੀ, ਇਹ ਟੈਲੀਵਿਜ਼ਨ ਤੁਹਾਡਾ, ਇਹ ਸ਼ੋਅ ਤੁਹਾਡੇ ਲਈ ਤਿਆਰ ਕੀਤੇ ਜਾਂਦੇ ਨੇ, ਔਰ ਤੁਹਾਡੇ ਕੋਲੋਂ ਫੀਡਬੈਕ ਨਹੀਂ ਮਿਲੇਗੀ ਤੇ ਅਸੀਂ ਉਹਦੇ ਵਿੱਚ ਬਿਹਤਰੀ ਨਹੀਂ ਕਰ ਪਾਵਾਂਗੇ। ਡਾਕਟਰ ਸਾਹਿਬ ਇਹ ਅੱਜ ਤੇ ਬਹੁਤ ਅੱਛਾ, ਲੋਕਾਂ ਦੀ ਕਾਫੀ ਕਾਲ ਆਏ ਤੇ ਹੁਣ ਤੇ ਬਾਕੀ ਬਹੁਤ ਇੰਪੋਰਟੈਂਟ ਹੈਗੀ ਆ, ਤਕਰੀਬਨ ਮਿੰਟ ਹੀ ਰਹਿੰਦਾ ਹੈਗਾ। ਮੋਸਟ ਇੰਪੋਰਟੈਂਟ ਜੋ ਮੈਨੂੰ ਅੱਜ ਤੁਹਾਡੇ ਕੋਲੋਂ ਸਬਕ ਮਿਲਿਆ, ਡਾਈਟ ਤੇ ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈਗੀ ਹੈ ਸਾਰਿਆਂ ਨੂੰ, ਮੈਡੀਸਨ ਤੋਂ ਪਹਿਲਾਂ। ਹਾਂਜੀ ਹਾਂਜੀ ਇਹ ਪਹਿਲੇ ਆਉਂਦੇ ਇਮੋਸ਼ਨਸ, ਨੰਬਰ 2 ਤੇ ਮੈਂ ਭੁੱਲ ਗਿਆ ਸੀ। ਹਾਂਜੀ ਨੰਬਰ 1 ਇਮੋਸ਼ਨਸ ਆਉਂਦੇ ਆ, ਨੰਬਰ 2 ਆਉਂਦੇ ਹੈਗੇ ਆ ਡਾਈਟ ਜੀ, ਤੇ ਨੰਬਰ 3 ਹੈ ਲਾਈਫ ਸਟਾਈਲ।
ਹਾਂਜੀ ਜ਼ਿਆਦਾ ਇੰਪੋਰਟੈਂਟ ਇਹ ਆ। ਜੇ ਤੁਸੀਂ ਇਹਨਾਂ ਨੂੰ ਕਾਬੂ ਰੱਖ ਸਕਦੇ ਆ ਤਾਂ ਤੁਹਾਡੀ ਸਿਹਤ ਬਿਲਕੁਲ ਸਹੀ ਰਹੇਗੀ। ਬਾਕੀ ਹੋਰ ਜਿਹੜੇ ਕੈਮੀਕਲਸ ਭਾਜੀ, thank you, ਪੋਲੂਸ਼ਨ sorry, ਆ ਸਮਾਂ ਹਾਂਜੀ, ਇਜਾਜ਼ਤ ਉਹਨਾਂ ਨਹੀਂ ਦੇ ਦੇ ਵੀ ਰਿਹਾ। ਇਫੈਕਟ ਅਸੀਂ ਡਿਫਰੈਂਟ ਬਿਮਾਰੀ ਦੀ ਹਰ ਵੀ ਗੱਲ ਕਰਾਂਗੇ ਐਵਰੀ ਟਿਊਜ਼ਡੇ 11 ਤੋਂ 12 ਵਜੇ। ਰੱਬ ਰੱਖਾ ਜਦੋਂ ਵੀ ਜ਼ਿੰਦਗੀ ਮਿਲੇਗੀ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ। ਪਲੀਜ਼ ਅਕਾਲ ਚੈਨਲ ਨੂੰ ਸਪੋਰਟ ਕਰਦੇ ਰਹੋ। ਅਗਲੇ ਵੀਕ ਫਿਰ ਮੁਲਾਕਾਤ ਹੋਗੀ। ਤਬ ਤੱਕ ਰੱਬ ਰੱਖਾ। ਅਸੀਂ ਫਤਿਹ ਬੁਲਾਈਏ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।